ਅੱਜ ਆਪਾਂ 320 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਗੌੜੀ ਦੀ ਵਾਰ ਪੰਜਵੀਂ ਪਾਤਸ਼ਾਹੀ ਦੀ ਉਹਦੀ 12ਵੀਂ ਪੌੜੀ ਲੈ ਰਹੇ ਹਾਂ। 11 ਹੋ ਗਈਆਂ। ਨਜੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪੰਜਵਾਂ। नानक आए से परवान है, जिन्हें उठा चित जिन्हें हर उठा चित। गाली अल पलालियां कम ना आवे मित। पंजवीं पातशाही ਜਿਹੜੀ ਹੈਗੀ ਆਪਾਂ ਨੂੰ ਗਿਆਨ ਦੇ ਰਹੇ ਆ। ਆਪਾਂ ਆਪਣੇ ਮਨ ਨੂੰ ਗਿਆਨ ਦਈਏ ਕਿ ਮੇਰੇ ਮਨਾ ਸੰਸਾਰ ਦੇ ਵਿੱਚ ਜਿਹੜੇ ਹੈਗੇ ਮਾਲਕ ਪਰਮਾਤਮਾ ਦਾ ਕਾਨੂੰਨ ਜਿਹੜਾ ਹੈਗਾ ਉਹਦੇ ਅਨੁਸਾਰ ਜਿਹੜੇ ਹੈਗੇ ਆ ਪਾਸ ਆਊਟ ਹੋਣ ਵਾਲੇ ਜਿਹੜੇ ਹੈਗੇ ਉਹੀ ਹੈਗੇ, ਕਿਉਂਕਿ ਇਹ ਟੈਸਟ ਆ। ਮਾਲਕ ਨੇ ਟੈਸਟ ਵਾਸਤੇ ਆਪਾਂ ਨੂੰ ਸੰਸਾਰ ਦੇ ਵਿੱਚ ਮਨੁੱਖੀ ਜੂਨ ਦੇ ਕੇ ਭੇਜਿਆ, ਜਿਨ੍ਹਾਂ ਨੂੰ ਇਹ ਟੈਸਟ ਦੀ ਜਿਹੜੀ ਹੈਗੀ ਆ ਯਾਦ ਰਹਿੰਦਾ ਹੈ ਵੀ ਮੈਂ ਇਸ ਟੈਸਟ ਵਾਸਤੇ ਆਇਆ ਦੁਨੀਆ ਦੇ ਵਿੱਚ। ਜਿਨੇ ਹਰ ਉਠਾ ਚਿੱਤ ਆਏ ਸੇ ਪਰਵਾਨ ਹੈ, ਕਹਿੰਦੇ ਉਹ ਪਰਵਾਨ ਹੈਗੇ ਆਏ ਹੋਏ ਦੁਨੀਆ ਦੇ ਵਿੱਚ, ਜਿਨ੍ਹਾਂ ਨੂੰ ਜਿਨੇ ਹਰ ਉਠਾ ਚਿੱਤ, ਜਿਨ੍ਹਾਂ ਦੇ ਚਿੱਤ ਦੇ ਵਿੱਚ ਪਰਮਾਤਮਾ ਉੱਠ ਜਾਏ। ਇਹ ਪਰਮਾਤਮਾ ਜਿਹੜਾ ਹੈਗਾ ਚਿੱਤ ਦੇ ਵਿੱਚ ਉੱਠ ਜਾਏ। ਇਹ ਚਿੱਤ ਦੇ ਵਿੱਚ ਪਰਮਾਤਮਾ ਕਿਸ ਤਰ੍ਹਾਂ ਉੱਠ ਜਾਂਦਾ ਹੈ? ਜਿਨ੍ਹਾਂ ਨੂੰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਚੇਤੇ ਰਹਿੰਦਾ ਹੈ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਜਿਹੜਾ ਹੈਗਾ ਜਿੱਥੇ ਵੀ ਜਿਹਦੇ ਨਾਲ ਵੀ ਜਿੱਥੇ ਵੀ ਬੈਠੇ ਆ, ਜਿਹਦੇ ਨਾਲ ਵੀ ਗੱਲਬਾਤ ਕਰ ਰਹੇ, ਜਿੱਥੇ ਵੀ ਹੈਗੇ, ਹਰੇਕ ਦੇ ਵਿੱਚ ਉਹਨਾਂ ਨੂੰ ਉਹ ਮਾਲਕ ਪਰਮਾਤਮਾ ਦਿਸਦਾ ਹੈ, ਨਜ਼ਰ ਆਉਂਦਾ ਹੈ। ਦੂਸਰਾ ਤੀਸਰਾ ਨਹੀਂ ਨਜ਼ਰ ਆਉਂਦਾ। ਉਹਨਾਂ ਨੂੰ ਮਾਲਕ ਪਰਮਾਤਮਾ ਹੀ ਜਿਹੜਾ ਹੈਗਾ ਹਰੇਕ ਦੇ ਵਿੱਚ ਦਿਸਦਾ ਹੈ। ਉਹਨਾਂ ਨੂੰ ਮਾਲਕ ਪਰਮਾਤਮਾ ਚੇਤੇ ਰਹਿੰਦਾ ਹੈ। ਉਹੀ ਆਏ ਹੋਏ ਪਰਵਾਨ ਹੈਗੇ। ਗੁਰ ਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वाहेगुरु जी का खालसा वाहेगुरु जी की फतेह। साध संगत जी, निजर साहब। हाँ जी निजर साहब, आप कंटिन्यू करो जी। ਹਾਂਜੀ 320 ਅੰਗ ਦੇ ਉੱਤੇ ਹੈਗੇ ਆਪਾਂ। 12ਵੀਂ ਪੌੜੀ ਦਾ ਸ਼ਲੋਕ ਲੈ ਰਹੇ ਹਾਂ। ਪਹਿਲਾ ਸ਼ਲੋਕ ਪੰਜਵੀਂ ਪਾਤਸ਼ਾਹੀ ਦਾ। ਮਹਾਰਾਜ ਜਿਹੜੇ ਹੈਗੇ ਪਰਮਾਤਮਾ ਦਾ ਨਿਯਮ ਦੱਸ ਰਹੇ ਆ ਬਈ ਇਸ ਸੰਸਾਰ ਦੇ ਵਿੱਚ ਜਿਹੜੇ ਹੈਗੇ ਦੇਖੋ ਤੜਾ ਤੜ ਆਈ ਜਾ ਰਹੇ ਆ। ਬਾਕੀ ਜੂਨਾਂ ਦੀ ਤਾਂ ਆਪਾਂ ਗੱਲ ਹੀ ਨਹੀਂ, ਕਿਉਂਕਿ ਉਹ ਤਾਂ ਜਿਹੜੀਆਂ ਹੈਗੀਆਂ ਭੋਗੀ ਜੂਨਾਂ ਹੈਗੀਆਂ। ਉਹਨਾਂ ਨੇ ਤਾਂ ਭੋਗ ਕੇ, ਉਹਨਾਂ ਦਾ ਕ੍ਰਾਈਟੇਰੀਆ ਮਨੁੱਖੀ ਜੂਨ ਹੈਗਾ ਪਾਉਣਾ। ਉਹਨਾਂ ਨੇ ਮਨੁੱਖੀ ਜੂਨ ਪਾਉਣੀ ਆ, ਉਸ ਤੋਂ ਬਾਅਦ ਜਿਹੜਾ ਟੈਸਟ ਦੇ ਵਿੱਚ ਲੱਗਣਾ ਹੈ ਉਹਨਾਂ ਨੇ। ਆਪਾਂ ਜਿਹੜੇ ਹੈਗੇ ਮਨੁੱਖੀ ਜੂਨ ਮਿਲ ਗਈ ਆ ਆਪਾਂ ਨੂੰ, ਆਪਾਂ ਟੈਸਟ ਦੇ ਵਿੱਚ ਆ ਗਏ ਆ, ਆਪਾਂ ਟੈਸਟ ਦੇ ਵਿੱਚ ਹੈਗੇ ਆ। ਉਹ ਟੈਸਟ ਤੋਂ ਪਾਸ ਆਊਟ ਹੋਣਾ ਜਿਹੜਾ ਹੈਗਾ, ਪ੍ਰਵਾਨ ਹੋਣਾ ਜਿਹੜਾ ਹੈਗਾ, ਮਾਲਕ ਦੀ ਜਿਹੜੀ ਹੈਗੀ ਨਿਯਮਾਵਲੀ ਦੇ ਵਿੱਚ, ਮਾਲਕ ਦੇ ਕਾਨੂੰਨ ਦੇ ਵਿੱਚ, ਮਾਲਕ ਦੀ ਕਸੌਟੀ ਦੇ ਉੱਤੇ ਆਏ ਸੇ ਪ੍ਰਵਾਨ ਹੈ, ਜਿਨੇ ਹਰ ਉਠਾ ਚਿੱਤ, ਜਿਨ੍ਹਾਂ ਦੇ ਚਿੱਤ ਦੇ ਵਿੱਚ ਉਹ ਮਾਲਕ ਪਰਮਾਤਮਾ ਆ ਗਿਆ, ਜਿਨ੍ਹਾਂ ਦੇ ਧਿਆਨ ਦੇ ਵਿੱਚ, ਜਿਨ੍ਹਾਂ ਦੀ ਸੁਰਤ ਦੇ ਵਿੱਚ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਯਾਦ ਆ ਬਈ ਮੈਂ ਜਿਹੜਾ ਸਰੀਰ ਨਹੀਂ ਹੈਗਾ, ਮੈਂ ਤਾਂ ਉਹ ਮਾਲਕ ਪਰਮਾਤਮਾ ਦਾ ਅੰਸ਼ ਹੈਗਾ ਆ। ਤੇ ਜਿਹੜੇ ਜਿੰਨੇ ਵੀ ਜੋ ਵੀ ਨਜ਼ਰ ਆ ਰਿਹਾ ਹੈ ਮੈਨੂੰ, ਉਹ ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ। ਆਇਆ ਪਰਮਾਤਮਾ ਜਿਨੇ ਹਰ ਉਠਾ ਚਿੱਤ। ਉਹ ਕਿਸੇ ਨਾਲ ਧੋਖਾ ਕਿਉਂ ਕਰੂਗਾ? ਕਿਉਂ ਗਲਤ ਕੰਮ ਕਰੂਗਾ? ਉਹ ਨਾਨਕ ਆਏ ਸੇ ਪਰਵਾਨ ਹੈ, ਜਿਨੇ ਹਰ ਉਠਾ ਚਿੱਤ। ਆਹੀ ਪਰਮੇਸ਼ਰ ਦੀ ਜਿਹੜੀ ਬੰਦਗੀ ਹੈਗੀ ਭਾਈ, ਆਹੀ ਨਾਮ ਜਪਣਾ, ਆਹੀ ਜਿਹੜਾ ਹੈਗਾ ਸਿਮਰਨ, ਆਹੀ ਧਿਆਨ ਹੈਗਾ। ਬਈ ਧਿਆਨ ਰਹੇ ਬਈ ਮਾਲਕ ਪਰਮਾਤਮਾ ਹੀ ਹੈਗਾ। ਮੈਂ ਮਾਲਕ ਪਰਮਾਤਮਾ ਨੂੰ ਧੋਖਾ ਕਿਵੇਂ ਦੇ ਸਕਦਾ ਹੈ? ਜਿਹਨੂੰ ਮੈਂ ਪਾਉਣਾ ਚਾਹੁੰਦਾ ਹੈ, ਜਿਹੜਾ ਮੇਰਾ ਆਦਰਸ਼ ਹੈਗਾ, ਮੈਂ ਆਪਣੇ ਆਪ ਨੂੰ ਧੋਖਾ ਕਿਵੇਂ ਦੇ ਸਕਦਾ ਹੈ? ਨਾਨਕ ਆਏ ਸੇ ਪਰਵਾਨ ਹੈ, ਜਿਨੇ ਹਰ ਉਠਾ ਚਿੱਤ।
ਗਾਲੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ। ਇਸ ਤੋਂ ਇਲਾਵਾ ਹੇ ਮਿੱਤਰਾ, ਹੇ ਮੇਰੇ ਮਨਾ, ਬਾਕੀ ਜੋ ਕੁਛ ਵੀ ਗੱਲਾਂ ਗੁੱਲਾਂ, ਜੋ ਵੀ ਆਰਗੂਮੈਂਟ, ਜੋ ਵੀ ਕੁਛ ਤੂੰ ਕਰ ਰਿਹਾ ਹੈ, ਉਹਨਾਂ ਦੇ ਵਿੱਚ ਕੋਈ ਦਮ ਨਹੀਂ ਆ। ਉਹ ਤਾਂ ਐਵੇਂ ਅਲ ਪਲਾਲੀਆਂ ਮਾਰ ਰਿਹਾ। ਇਹਨਾਂ ਨੇ ਕੰਮ ਨਹੀਂ ਆਉਣਾ ਤੇਰੇ। ਆ ਇੱਕੋ ਹੀ ਕ੍ਰਾਈਟੇਰੀਆ ਹੈ ਮਾਲਕ ਪਰਮਾਤਮਾ ਦਾ, ਕਸੌਟੀ ਆਹੀ ਹੈਗੀ ਉਹਦੀ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਕਹਿੰਦੇ ਨਾਨਕ ਸਾਹਿਬ ਜੀ ਦੀ ਲਿਖਿਆ ਹੈ, ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਵੁੱਟ ਚਿੱਤ। ਇਹਦਾ ਮਤਲਬ ਉੱਠਾ ਦਾ ਮਤਲਬ ਕੀ ਹੈ? ਚਿੱਤ ਠਹਿਰ ਗਿਆ, ਸਥਿਰ ਹੋ ਗਿਆ, ਜਾਂ ਕੁਛ ਕੀ ਹੈ ਮਤਲਬ? ਨਹੀਂ, ਜਿਨ੍ਹਾਂ ਨੂੰ ਯਾਦ ਆ, ਜਿਨ੍ਹਾਂ ਨੂੰ ਪਰਮੇਸ਼ਰ ਯਾਦ ਆ, ਜਿਨ੍ਹਾਂ ਨੂੰ ਪਰਮੇਸ਼ਰ ਯਾਦ ਹੈ, ਜਿਨ੍ਹਾਂ ਦੇ ਚਿੱਤ ਦੇ ਵਿੱਚ ਪਰਮੇਸ਼ਰ ਹੈਗਾ, ਉਹ ਕਿਵੇਂ ਕਿਸੇ ਦੇ ਨਾਲ ਧੋਖਾ ਕਰਨਗੇ? ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ, ਬਹੁਤ ਵੱਡੀ ਗੱਲ ਹੈ ਜੀ। ਉਹ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਗਿਆ, ਮਤਲਬ ਜਿਨ੍ਹਾਂ ਦੇ ਅੰਦਰ ਵਸ ਗਿਆ, ਜਾਂ ਅੰਦਰੋਂ ਜਿਹੜੇ ਜੁੜ ਗਏ। ਹਾਂ, ਜਿਨ੍ਹਾਂ ਨੂੰ ਪਰਮੇਸ਼ਰ ਯਾਦ ਆ। ਨਹੀਂ ਨਿੱਜਾ ਸਾਹਿਬ ਯਾਦ ਨਹੀਂ ਕਹਿ ਸਕਦੇ। ਜਿਨ੍ਹਾਂ ਦੇ ਵਿੱਚ ਪਰਮੇਸ਼ਰ, ਜਦੋਂ ਆਪ ਪਲੀਜ਼ ਅੰਡਰਸਟੈਂਡ ਕਰੀਏ ਆਪਾਂ ਥੋੜਾ ਜਿਹਾ, ਤੁਸੀਂ ਵੀ ਥੋੜਾ ਖੋਲੋ। ਇੱਥੇ ਚਿੱਤ ਦੀ ਗੱਲ ਕੀਤੀ ਹੈ, ਇੱਥੇ ਮਨ ਦੀ ਗੱਲ ਨਹੀਂ ਕੀਤੀ। ਜਿਹੜਾ ਚਿੱਤ ਆ, ਜਿਹਦਾ ਚਿੱਤ ਇਕਾਗਰ ਹੋ ਕੇ, ਸਥਿਰ ਹੋ ਕੇ ਬ੍ਰਹਮਲੀਨ ਹੋ ਗਿਆ, ਕੇਵਲ ਉਹ ਪ੍ਰਵਾਨ ਨੇ। ਕਿਉਂਕਿ ਚਿੱਤ ਰੁਕਣਾ ਜ਼ਰੂਰੀ ਹੈ। ਚਿੱਤ ਜਦ ਤੱਕ ਠਹਿਰੂ ਨਹੀਂ ਤੇ ਬ੍ਰਹਮ ਨਾਲ ਤਾਂ ਜੁੜ ਨਹੀਂ ਸਕਦਾ ਨਾ। ਜਦ ਤੱਕ ਚਿੱਤ ਪ੍ਰਗਟ ਹੈ ਨਿੱਜਰ ਸਾਹਿਬ, ਉਹਨਾਂ ਚਿਰ ਬ੍ਰਹਮ ਨਹੀਂ ਜਾਏਗਾ। ਬਿਲਕੁਲ ਸਹੀ ਗੱਲ ਹੈ। ਜਦੋਂ ਚਿੱਤ ਰੁਕ ਗਿਆ, ਚਿੱਤ ਨਿਸ਼ਕਿਰਿਆ ਹੋ ਗਿਆ, ਮਨ ਜੀਤੇ ਜਗ ਜੀਤ, ਉਹ ਗੱਲ ਹੈਗੀ ਆ। ਮਨ ਨੂੰ ਜਿੱਤ ਲਿਆ। ਮਨ ਨੂੰ ਜਿੱਤ ਲਿਆ ਮਤਲਬ ਜਿਸ ਨੇ ਮਨ ਨੂੰ ਸਟਾਪ ਕਰ ਦਿੱਤਾ। ਮਨ ਕੋਈ ਭਲਵਾਨ ਥੋੜੀ ਹੈ ਜਿਹਦੇ ਨਾਲ ਆਪਾਂ ਕੁਸ਼ਤੀ ਕਰ ਲਈ। ਫਿਲਮਾਂ ਬੰਦ ਹੋ ਗਈਆਂ ਜਿਨ੍ਹਾਂ ਦੇ ਚਿੱਤ ਦੇ ਵਿੱਚ। ਹਾਂ, ਉਹ ਪ੍ਰਵਾਨ ਆ। ਆਪ ਸਮਝਦੇ ਨਾ ਮੇਰੀ ਗੱਲ। ਉਹ ਇਹ ਨਹੀਂ ਕਹਿੰਦੇ ਕਿ ਕਿੰਨੇ ਕੀ ਕੀਤਾ, ਕਿੰਨੇ ਕਿੰਨੀ ਸੇਵਾ ਕੀਤੀ, ਕਿੰਨੇ ਪਾਠ ਕੀਤੇ, ਕਿੰਨੇ ਕੁਛ ਵੀ ਕੀਤਾ। ਉਹ ਕਹਿੰਦੇ ਆ ਕੇਵਲ ਉਹ ਬੰਦਾ ਪ੍ਰਵਾਨ ਆ ਸੰਸਾਰ ਤੇ ਆ ਕੇ ਮੁਕਤ ਹੋ ਗਿਆ। ਸਮਝ ਲਓ, ਪ੍ਰਵਾਨ ਕਹਿ ਲਓ ਜਿਹਨੂੰ ਬੰਦਗੀ ਦੀ ਪ੍ਰਾਪਤੀ ਹੋ ਗਈ, ਨਾਮ ਦੀ ਪ੍ਰਾਪਤੀ ਹੋ ਗਈ ਕਹਿ ਲਓ, ਜਾਂ ਉਹਨੂੰ ਜਿਹੜਾ ਮੁਕਤ ਹੋ ਗਿਆ, ਜਿਹਨੂੰ ਮੁਕਤੀ ਮਿਲ ਗਈ। ਉਹ ਕੇਵਲ ਉਹ ਬੰਦੇ ਨੂੰ ਪ੍ਰਾਪਤੀ ਹੋਈ ਹੈ ਜਿਹਦਾ ਚਿੱਤ ਜਿਹੜਾ ਸਥਿਰ ਹੋ ਗਿਆ ਹੈ ਬ੍ਰਹਮ ਦੇ ਨਾਲ। ਹਰ ਉੱਠਾ ਚਿੱਤ ਕੋਈ ਬ੍ਰਹਮ ਲੀਨ ਹੋ ਗਿਆ ਨਾ। ਉਹ ਆਪਾਂ ਬ੍ਰਹਮ ਤੇ ਲੀਨ ਹੋਣਾ। ਜਦ ਤੱਕ ਬਾਣੀ ਚ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਇਹਦਾ ਮਤਲਬ ਜਬ ਮੈਂ ਨਹੀਂ ਰਹਿ ਗਿਆ, ਮੇਰੀ ਹੋਂਦ ਹੀ ਸਮਾਪਤ ਹੋ ਗਈ। ਅਸਲ ਚ ਮੈਂ ਹੈ ਵੀ ਨਹੀਂ ਆ। ਨਿੱਜਰ ਸਾਹਿਬ ਬਿਲਕੁਲ ਸਹੀ ਹੈ। ਕਿਉਂਕਿ ਮੈਂ ਤੇ ਪ੍ਰਕਿਰਤੀ ਚੋਂ ਪੈਦਾ ਹੋਇਆ ਵਾਂ। ਮੈਂ ਹੋਇਆ ਵਾਂ, ਮੈਂ ਹੈਗਾ ਨਹੀਂ ਆ। ਬਿਲਕੁਲ ਸਹੀ ਗੱਲ ਹੈ। ਮੇਰੀ ਉਪਜ ਹੋਈ ਆ। ਜਿੱਦਾਂ ਧਰਤੀ 'ਚ ਫਸਲ ਉੱਗਦੀ ਆ, ਧਰਤੀ ਨਹੀਂ ਉੱਗੀ। ਕਹਿਣ ਤੋਂ ਭਾਵ ਬਿਲਕੁਲ ਮੈਂ ਦਾ ਮਤਲਬ ਹੈਗਾ ਝੂਠ। ਮੈਂ ਦਾ ਮਤਲਬ ਹੈਗਾ ਝੂਠ ਬਸ। ਹਾਂ, ਮਾਇਆ ਕਹਿ ਲਓ। ਹਾਂ, ਤੇ ਉਹ ਜਦੋਂ ਆਪਾਂ ਮਾਇਆ ਤੋਂ ਅੱਗੇ ਲੰਘ ਜਾਂਦੇ ਆ ਤੇ ਮਤਲਬ ਕਹਿਣ ਤੋਂ ਭਾਵ ਹੁਣ ਮਾਇਆ ਦਾ ਬਹੁਤ ਵਿਸ਼ਾਲ ਰੂਪ ਹੈਗਾ। ਮਾਇਆ ਕੋਈ ਛੋਟੀ ਮੋਟੀ ਨਹੀਂ ਹੈਗੀ। ਮਾਇਆ ਇਜ਼ ਸੋ ਬਿਗ। ਲੋਕੀ ਤੇ ਪੈਸੇ ਨੂੰ ਮਾਇਆ ਕਹੀ ਜਾਂਦੇ ਆ। ਪੈਸਾ ਕੋਈ ਮਾਇਆ ਨਹੀਂ ਹੈਗੀ। ਨਹੀਂ, ਮਾਇਆ ਤਾਂ ਜਿਹੜੀ ਜੋ ਕੁਛ ਦਿਸ ਰਿਹਾ ਹੈ ਗੁਰਕੀ ਸਾਹਿਬ, ਜੋ ਕੁਛ ਵੀ ਦਿਸ ਰਿਹਾ ਹੈ, ਜੋ ਕੁਛ ਵੀ ਆਕਾਰ ਦੇ ਵਿੱਚ ਹੈਗਾ, ਸਾਰੀ ਦੀ ਸਾਰੀ ਮਾਇਆ ਹੈਗੀ। ਔਰ ਜੋ ਨਹੀਂ ਦਿਸ ਰਿਹਾ, ਜੋ ਵਿਚਾਰਾਂ ਦੇ ਵਿੱਚ ਹੈਗੀ, ਉਹ ਵੀ ਮਾਇਆ ਹੈਗੀ। ਹਾਂ, ਮਾਇਆ ਕਾਫੀ ਵਿਸ਼ਾਲ ਚੀਜ਼। ਠੀਕ ਹੈ, ਹੁਣ ਇੱਥੇ ਫਿਰ ਵਾਪਸ ਆ ਜਾਈਏ। ਕਿਹੜੇ ਪ੍ਰਵਾਨ ਹੋਏ? ਜਿਨ੍ਹਾਂ ਦਾ ਚਿੱਤ ਸਥਿਰ ਹੋ ਗਿਆ। ਜਿੰਨਾ ਸਥਿਰ ਹੋ ਗਿਆ ਮਤਲਬ ਬ੍ਰਹਮ ਆ ਗਿਆ ਉਹਨਾਂ ਦੇ ਵਿੱਚ। ਸਥਿਰ ਹੋਣ ਦਾ ਮਤਲਬ ਆਪ ਸਮਝੋ ਪਲੀਜ਼, ਕਿਤੇ ਨਾ ਸਮਝੋ ਸਥਿਰ ਹੋ ਗਿਆ ਤੇ ਕੀ ਹੋ ਗਿਆ। ਨਿਰਵਿਚਾਰ ਹੋ ਗਏ, ਇਹਦਾ ਮਤਲਬ ਕਿ ਤੁਸੀਂ ਬ੍ਰਹਮ ਚ ਲੀਨ ਹੋ ਗਏ। ਬਾਣੀ ਚ ਲਿਖਿਆ ਨਾ, ਬਾਣੀ ਕਹਿੰਦੀ ਨੇ ਕਿ ਪਰਮਾਤਮਾ ਦੇ ਆਕਾਰ ਕਿੱਦਾਂ ਦਾ, ਕਹਿੰਦੇ ਅਮਾਵਸ ਦੀ ਰਾਤ ਵਰਗਾ। ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ ਜੀ, ਉੱਥੇ ਕੌਣ ਆ? ਉਹ ਤੇ ਬੈਠਾ। ਕਿਉਂਕਿ ਇਹ ਪ੍ਰਕਿਰਤੀ ਦੇ ਮਗਰ ਬੈਠਾ ਹੀ ਉਹ ਆ। ਬਿਲਕੁਲ ਸਹੀ ਆ। ਅੱਛਾ, ਫਿਰ ਕਿੱਦਾਂ ਗਰੰਟੀ ਆ ਕਿ ਉਹੀ ਪ੍ਰਮਾਤਮਾ, ਹੋਰ ਕੋਈ ਪ੍ਰਮਾਤਮਾ ਨਹੀਂ, ਕੋਈ 7ਵੇਂ 8ਵੇਂ ਅਸਮਾਨ ਚ ਨਹੀਂ ਬੈਠਾ? ਜਦੋਂ ਤੁਸੀਂ ਉੱਥੇ ਗਏ ਫਿਰ ਕਿੱਦਾਂ ਪਤਾ ਲੱਗੂ ਇਹ ਪ੍ਰਮਾਤਮਾ ਹੈ?
ਹੁਣ ਤੁਸੀਂ ਮੇਰੇ ਕਹਿਣਾ ਥੋੜੀ ਮੰਨਣਾ, ਨਿੱਜਰ ਸਾਹਿਬ ਦਾ ਥੋੜੀ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਦਾ ਵੀ ਕਹਿਣਾ ਨਹੀਂ ਤੁਸੀਂ ਮੰਨਣਾ। ਫਿਰ ਤੁਸੀਂ ਅਸਲੀਅਤ ਤੇ ਆ ਜਾਣਾ ਹੈ। ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਮਲੀਨਤਾ ਹੈ ਨਿੱਜਰ ਸਾਹਿਬ, ਉਹ ਘਟੂਗੀ। ਬਿਲਕੁਲ ਉਹ ਘਟੂ। ਤੁਸੀਂ ਉਹ ਤੁਹਾਡੀ ਕਸਵੱਟੀ ਆ। ਉਹ ਤੁਸੀਂ ਉਸ ਤੋਂ ਬਿਨਾਂ ਨਹੀਂ ਮੰਨਣਾ, ਭਾਵੇਂ ਕੋਈ ਵੀ ਕੁਝ ਕਵੇ ਨਿੱਜਰ ਸਾਹਿਬ, ਜਦ ਤੱਕ ਅੰਦਰੋਂ ਮਲੀਨਤਾ ਨਹੀਂ। ਖੁਸ਼ਮਨਦੀਪ ਜੀ ਮਾਈਕ ਬੰਦ ਕਰ ਦੋ। हाँ ठीक है, कोई गल। निज्जर साहब, हाँ जी, हाँ जी, कसवट्टी आप समझ गए ना? सारे साथ संगी ਨੂੰ एक्सप्लेन कर दो एक प्लीज। ਬਿਲਕੁਲ ਕਸਵੱਟੀ ਇਹੀ ਹੈਗੀ ਆ ਭਾਈ ਕਿ ਉਹਦਾ ਚਿੱਤ ਸਥਿਰ ਹੋ ਗਿਆ, ਪਰਮਾਤਮਾ ਜਿਹੜਾ ਹੈਗਾ ਉਹਦੇ ਚਿੱਤ ਦੇ ਵਿੱਚ ਆ ਗਿਆ। ਪਰਮਾਤਮਾ ਕੀ ਹੈਗਾ? ਪਰਮਾਤਮਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਜਦ ਉਹਦੇ ਚਿੱਤ ਚੋਂ ਜਿਹੜੀ ਹੈਗੀ ਵਿਚਾਰ ਜਿਹੜੇ ਹੈਗੇ ਖਤਮ ਹੋ ਗਏ ਤੇ ਉਹ ਜੋ ਕੁਛ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਕੀ ਕਹਿੰਦੇ ਆ ਆਪਾਂ ਜਿਹੜੇ ਹੈਗੇ ਆ ਨਿਰਮਲ ਹੋ ਗਿਆ। ਹਾਂ, ਨਿਰਮਲ ਹੋਇਆ ਬਸ ਉਹੀ ਹੈ। ਪਰ ਉਹ ਕਬੀਰ ਸਾਹਿਬ ਕਹਿੰਦੇ ਨਾ ਕਿ ਕਬੀਰ ਮਨ ਨਿਰਮਲ ਪਿਆ जैसे गंगा नीर। हाँ, पाछे लागो हर फिरे कहत कबीर कबीर। हाँ प्लीज ये लैंड के लागे लागे सारी बाणी घूमनी है, क्योंकि मन निर्मल नहीं होया ते ਇਹਦਾ ਮਤਲਬ ਹਜੇ ਗੜਬੜ ਹੈ। ਕਿਉਂਕਿ ਉਹਦੀ ਦੇਖੋ ਆਇਡੈਂਟੀਫਿਕੇਸ਼ਨ, ਤੁਸੀਂ ਇੱਥੇ ਕੋਈ ਬਹੁਤਾ ਗਿਆਨ ਨਹੀਂ ਹੈਗਾ ਧਰਤੀ ਤੇ, ਤੁਸੀਂ ਕਿੱਦਾਂ ਜਸਟੀਫਾਈ ਕਰੋਗੇ ਆਪਣੇ ਆਪ ਨੂੰ ਕਿ ਮੈਂ ਆਤਮ ਗਿਆਨ ਨੂੰ ਪ੍ਰਾਪਤ ਕਰ ਚੁੱਕਿਆ? ਇਹਦਾ ਸਬੂਤ ਕੇਵਲ ਤੁਹਾਡੇ ਕੋਲ ਹੈ, ਕਿਸੇ ਹੋਰ ਕੋਲ ਨਹੀਂ ਜਾਏਗਾ। ਇਹ ਸਬੂਤ ਤੁਹਾਡੀ ਆਪਣੀ ਹੋਂਦ ਹੈ ਕਿ ਸੱਚੀ ਮੈਂ ਨਿਰਮਲ ਹੋ ਗਿਆ। ਹੁਣ ਸਾਹਮਣੇ ਕੋਈ ਪਦਾਰਥ ਆਇਆ ਤੇ ਉਹਨੂੰ ਵੇਖ ਕੇ ਮੇਰੇ ਅੰਦਰ ਕਿੱਦਾਂ ਦੀ ਕਿਰਿਆ ਹੁੰਦੀ ਹੈ। ਇਹ ਫੈਸਲਾ ਨਿੱਜਰ ਸਾਹਿਬ ਤੁਸੀਂ ਕਰਨਾ ਹੈ। ਬਿਲਕੁਲ, ਕਿਉਂਕਿ ਚੌਥੇ ਪਦ ਦੀ ਗੱਲ ਹੈ ਇਹ ਗੱਲ ਦਾ। ਇਹ ਤੇ ਹੁਣ ਉੱਥੇ ਕੋਈ ਕੱਲੀ ਗੱਲ ਥੋੜੀ ਲਿਖੀ ਹੈ। ਉੱਥੇ ਇਹ ਲਿਖਿਆ ਕਿ ਤੇਰਾ ਚਿੱਤ ਜਦੋਂ ਸਥਿਰ ਹੋ ਗਿਆ, ਮਨ ਸਥਿਰ ਹੋ ਗਿਆ, ਫਿਰ ਇਹ ਸੰਸਾਰ ਦੀ ਹੋਂਦ ਜਿਹੜੀ ਹੈਗੀ ਹੈ ਤੇਰੀ ਤੇ ਹੋਂਦ ਇੱਕ ਹੋ ਜਾਣੀ ਹੈ, ਬ੍ਰਹਮ ਹੋ ਜਾਣਾ ਤੂੰ। ਬਿਲਕੁਲ, ਇਹਦੀ ਖਿੱਚ ਜਿਹੜੀ ਹੈਗੀ, ਪਦਾਰਥਾਂ ਦੀ ਖਿੱਚ ਜਿਹੜੀ ਹੈਗੀ ਉਹਨੇ ਜ਼ੀਰੋ ਹੋ ਜਾਣਾ ਹੈ। ਹਾਂ, ਕਿੱਦਾਂ ਹੋਣਾ ਹੈ? ਦੇਖੋ ਕੋਈ ਚੀਜ਼ ਹੈਗੀ ਆ, ਜਦੋਂ ਧਰਤੀ ਤੋਂ ਦੂਰ ਹੁੰਦੀ ਆ ਤੇ ਚੁੰਬਕ ਉਹਨੂੰ ਖਿੱਚਦੀ। ਬਿਲਕੁਲ, ਪਰ ਜਦੋਂ ਧਰਤੀ ਦੇ ਨਾਲ ਚਿੰਬੜ ਗਈ ਤੇ ਗੱਲ ਖਤਮ ਹੋ ਗਈ। ਇਸੇ ਹੀ ਤਰ੍ਹਾਂ ਜਦੋਂ ਤੁਸੀਂ ਆਤਮਾ ਤੱਤ ਨੂੰ ਅਨੁਭਵ ਕਰ ਲਿਆ ਤੇ ਫਿਰ ਕੀ ਹੋਣਾ? ਰਾਮਾਨੰਦ ਜੀ ਕਹਿੰਦੇ ਆ, ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ। ਗੁਰੂ ਨਾਨਕ ਪਾਤਸ਼ਾਹ ਜੀ ਵੀ ਆਪਣੇ ਸ਼ਬਦਾਂ ਚ ਕਹਿੰਦੇ ਨੇ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾਲ। ਵਿਚਾਰ ਮਾਰਾਂਗੇ ਤੇ ਤਾਂ ਹੀ ਤੇ ਚਿੱਤ ਦੇ ਵਿੱਚ ਪ੍ਰਮਾਤਮਾ ਪ੍ਰਗਟ ਹੋਣਾ ਹੈ। ਔਰ ਜਦ ਤੱਕ ਸੱਜਣਾ ਤੇਰੇ ਵਿਚਾਰ ਨਹੀਂ ਨਾ ਮਰਦੇ ਤੇ ਫਿਰ ਗੜਬੜ ਆ। ਹੁਣ ਵੀਰ ਇੱਥੇ ਛੱਡ ਕੇ ਚੱਲ ਗਿਆ ਗਰੁੱਪ, ਉਹ ਕਹਿੰਦਾ ਨਹੀਂ ਵੀਰ ਜੀ ਅਸੀਂ ਤੇ ਜਿੱਥੋਂ ਲਿਆ ਨਾਮ ਆਸ਼ੀਰਵਾਦ ਲਿਆ, ਨਾਮ ਨੂਮ ਲਿਆ, ਉਹ ਕਹਿੰਦੇ ਤੁਹਾਡੇ ਵਿਚਾਰ ਬਦਲ ਜਾਣਗੇ, ਚੰਗੇ ਵਿਚਾਰ ਆ ਜਾਣਗੇ। ਮੈਂ ਭਾਜੀ ਵਿਚਾਰ ਤੇ ਵਿਚਾਰ ਹੀ ਆ ਹੈ, ਇਹ ਤੇ ਮਨ ਦੀ ਬਿਮਾਰੀ ਆ। ਚੰਗੇ ਵਿਚਾਰ ਵੀ ਤੇ ਕਿੱਥੋਂ ਆਉਂਦੇ? ਕਿਉਂ ਆਉਣ? ਜਦੋਂ ਤੇਰਾ ਕੰਟਰੋਲ ਹੈਗਾ, ਗੱਡੀ ਤੇਰੇ ਕੋਲ ਹੈਗੀ ਆ। ਜੇ ਮਨ ਨੂੰ ਤੂੰ ਨਸ਼ਟ ਕਰ ਲਿਆ, ਚਿੱਤ ਨੂੰ ਤੂੰ ਨਸ਼ਟ ਕਰ ਲਿਆ ਭਗਤੀ ਨਾਲ, ਤੇ ਫਿਰ ਤੇ ਕੁਝ ਪ੍ਰਗਟ ਹੋਣਾ ਹੀ ਨਹੀਂ। ਬਿਲਕੁਲ ਨਹੀਂ ਹੋਣਾ। ਮੈਂ ਉਤੇ ਜਦੋਂ ਨਿੱਜਰ ਸਾਹਿਬ ਕੀ ਧਰਤੀ ਨਾਲ ਕੇ ਚਿੰਬੜ ਗਈ ਆ ਤੇ ਫਿਰ ਤੇ ਚੁੰਬਕ ਦਾ ਕੰਮ ਤੇ ਖਤਮ। ਬਿਲਕੁਲ, ਹੁਣ ਗਤੀ ਕਿਉਂ ਕਰ ਰਹੀ ਹੈ ਤੇਰੀ? ਇਹਦਾ ਮਤਲਬ ਕਿ ਤੇਰੀ ਜਿਹੜੀ ਚੀਜ਼ ਹੈਗੀ ਹੈ ਹਜੇ ਧਰਤੀ ਤੋਂ ਦੂਰ ਆ, ਤਾਈਓ ਤੇ ਗਤੀ ਕਰ ਰਹੀ ਆ। ਹੁਣ ਇੱਕ ਇੱਥੇ ਭੈਣ ਦਾ ਵੀ ਮੈਨੂੰ ਫੋਨ ਆਇਆ, ਕਹਿੰਦੇ ਕਿ ਕਿੱਦਾਂ ਪਤਾ ਲੱਗੂਗਾ ਕਿ ਮੈਂ ਮਤਲਬ ਪਹੁੰਚ ਗਈ ਹਾਂ। ਮੈਂ ਜਿਹੜਾ ਦ੍ਰਿਸ਼ਟਾ ਵਾ ਤੇ ਦ੍ਰਿਸ਼ ਹੈ, ਦੋ ਨਹੀਂ ਹੈਗੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮੈਂ ਇੱਕ ਹੈਗਾ ਤੁਹਾਡਾ ਦ੍ਰਿਸ਼ਟਾ, ਇੱਕ ਦ੍ਰਿਸ਼ ਤੇ ਇੱਕ ਦ੍ਰਿਸ਼ਟੀ। ਇਹ ਤਿੰਨੇ ਇੱਕ ਆ। ਤੇ ਕਿੱਦਾਂ ਪਤਾ ਲੱਗੂਗਾ? ਤੁਸੀਂ ਪਹੁੰਚ ਗਏ, ਇਹ ਤਿੰਨੇ ਇਕੱਠੇ ਹੋ ਜਾਣੇ ਆ। ਕਿਉਂਕਿ ਜਦ ਤੱਕ ਅਨੁਭਵ ਕਰਨ ਵਾਲਾ ਬੈਠਾ ਵਾ ਤੇ ਇਹਦਾ ਮਤਲਬ ਕਿ ਜਿਹਦਾ ਅਨੁਭਵ ਕਰ ਰਿਹਾ ਦੋ ਹੈਗੇ ਨੇ ਉੱਤੇ, ਇੱਕ ਨਹੀਂ ਹੈਗਾ ਜੀ। ਹਾਂ, ਜਿਹਦਾ ਅਨੁਭਵ ਕਰ ਰਿਹਾ ਹੈ, ਬਿਲਕੁਲ ਸਹੀ ਗੱਲ ਹੈ। ਔਰ ਜਿਹੜਾ ਕਰ ਰਿਹਾ ਹੈ ਦੋ ਹੋ ਗਏ। ਹਾਂ, ਦੋ ਹੋ ਗਿਆ। ਉਹ ਜਦ ਤੱਕ ਦੋ ਆ ਤਦ ਤੱਕ ਮਤਲਬ ਕਿ ਮੈਂ ਨਹੀਂ ਕਹਿੰਦਾ ਤੁਸੀਂ ਅਜੇ ਕੁਝ ਪ੍ਰੋਗਰੈਸ ਨਹੀਂ ਹੈ, ਪ੍ਰੋਗਰੈਸ ਹੋ ਰਹੀ ਆ। ਅੜੀ ਲਾਈਟ ਲੂਟ ਦਿਖਦੀ ਆ ਜਾਂ ਛੋਟੇ ਮੋਟੇ ਅਨੁਭਵ ਆ, ਇਹ ਸਭ ਆਨ ਗੋਇੰਗ ਰਸਤੇ ਦੇ ਪੜਾਅ ਨੇ, ਮੰਜ਼ਿਲ ਨਹੀਂ ਆ। ਮੰਜ਼ਿਲ ਦਾ ਮਤਲਬ ਬਾਣੀ ਚ ਲਿਖਿਆ ਅਨੁਭਵ ਰਹਿਤ ਅਨੁਭਵ।
ਜਿੱਥੇ ਕੋਈ ਅਨੁਭਵ ਨਹੀਂ ਹੋਣਾ, ਸਾਰੇ ਅਨੁਭਵ ਸਮਾਪਤ ਹੋ ਜਾਣੇ ਆ। ਕਿਉਂ ਸਮਾਪਤ ਹੋ ਜਾਣੇ ਆ? ਉੱਥੇ ਬ੍ਰਹਮ ਹੀ ਇਕੱਲਾ ਬੈਠਾ, ਉੱਥੇ ਕੋਈ ਹੈ ਹੀ ਨਹੀਂ ਆ। ਔਰ ਜਿੱਥੇ ਬੈਠਾ ਹੈ ਉਹ ਮਾਇਆ ਹੈ, ਉਹ ਪ੍ਰਕਿਰਤੀ ਹੈ। ਉਹ ਮਨ ਚਿੱਤ ਚੁੱਤ ਇਹ ਜਿਹੜੇ ਸਾਰੇ ਕਿੱਥੇ ਹੈਗੇ ਆ? ਇਹ ਪ੍ਰਕਿਰਤੀ ਚ ਹੈਗੇ ਨੇ। ਇਸ ਕਰਕੇ ਇਹਨਾਂ ਦੇ ਅਨੁਭਵ ਵੀ ਹੈਗੇ ਨੇ, ਕਿਉਂਕਿ ਇਹ ਜੜ ਨੂੰ ਅਨੁਭਵ ਕਰ ਸਕਦੇ ਆ। ਪਰ ਜਦੋਂ ਤੁਸੀਂ ਬ੍ਰਹਮ ਚ ਤੁਹਾਡੀ ਸੁਰਤੀ ਚੱਲ ਗਈ, ਫਿਰ ਸਾਰੇ ਅਨੁਭਵ ਖਤਮ ਹੋ ਗਏ, ਕਿਉਂਕਿ ਬ੍ਰਹਮ ਤੋਂ ਸਿਵਾ ਕੋਈ ਹੈ ਹੀ ਨਹੀਂ ਆ। ਉਦੋਂ ਤੁਸੀਂ ਸਮਝ ਲੈਣਾ ਕਿ ਹਾਂ ਬਈ ਇਹ ਜਿਹੜੀ ਗੱਲ ਬਾਣੀ ਚ ਲਿਖੀ ਹੈ ਕਿ ਮੇਰਾ ਚਿੱਤ ਜਿਹੜਾ ਲੱਗ ਗਿਆ ਹੈ ਤੇ ਫਿਰ ਪ੍ਰਵਾਨ ਹੋ ਜਾਣਾ ਹੈ। ਤੇ ਫਿਰ ਕੀ ਨਿਸ਼ਾਨੀ ਆ? ਚਿੱਤ ਦੇ ਵਿੱਚ ਜਿਹੜਾ ਦਰਪਣ ਹੈ ਨਾ ਉਹ ਸਾਫ਼ ਹੋ ਜਾਣਾ ਹੈ। ਦਰਪਣ ਦਾ ਮਤਲਬ ਮਨ। ਬਿਲਕੁਲ। ਮਨ ਨੂੰ ਕੋਈ ਬੁਰਾਈ ਨਹੀਂ ਨਜ਼ਰ ਆਉਣੀ। ਇੱਕ ਸਮਾਂ ਆਉਂਦਾ ਜਦੋਂ ਬ੍ਰਹਮ ਗਿਆਨੀ ਬਹੁਤ ਵੱਡੀ ਅਵਸਥਾ ਤੇ ਚੱਲ ਜਾਂਦਾ ਨਾ, ਸ਼ੁਰੂ ਚ ਤੇ ਹਰ ਕੋਈ ਕੋਸ਼ਿਸ਼ ਕਰਦਾ, ਫਿਰ ਉਹ ਪ੍ਰਚਾਰ ਕਰਨਾ ਵੀ ਬੰਦ ਕਰ ਦਿੰਦਾ। ਲੱਭਦਾ ਹੈਗਾ, ਇਹ ਨਹੀਂ ਮੈਂ ਕਹਿੰਦਾ ਨਹੀਂ ਲੱਭਦਾ, ਸ਼ੁਰੂ ਚ ਲੱਭਦਾ ਹੈ ਵਿਚਾਰਾ ਕਿ ਸ਼ਾਇਦ 2-4 ਬੰਦੇ ਰਲਾ ਦਈਏ। ਫਿਰ ਉਹ ਆਖਰ ਤੇ ਉਹ ਵੀ ਸ਼ਾਂਤ ਹੋ ਕੇ ਬਹਿ ਜਾਂਦਾ। ਫਿਰ ਉਹ ਕਹਿੰਦਾ ਕਿ ਜਿਹਨੂੰ ਲੋੜ ਉਹਨੇ ਆਪੇ ਆ ਜਾਣਾ। ਇਹ ਵੀ ਸੱਚ ਜੇ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਜਿਹਦਾ ਕੰਮ ਹੈਗਾ ਉਹ ਪਾਪੇ ਜਾਣੇ। ਐਵੇਂ ਜ਼ਿੰਮੇਵਾਰੀ ਚੁੱਕੀ ਫਿਰੀ ਹੈ। ਮਤਲਬ ਲੋੜ ਉਹਨੂੰ ਆ, ਉਹਨੇ ਆਪੇ ਭੇਜ ਦੇਣਾ ਵਾ। ਜਦੋਂ ਹੁਣ ਤੇਰੀ ਵਸਤੂ ਆ, ਮੈਂ ਹੁਣ ਤੁਹਾਨੂੰ ਸਵੇਰ ਦੀ ਗੱਲ ਦੱਸਦਾ, ਪਲੀਜ਼ ਅੰਡਰਸਟੈਂਡ ਕਰਿਓ ਸਿਸਟਮ ਕਿੱਦਾਂ ਚੱਲਦਾ। ਮੈਂ ਨਾ ਮਾਮੇ ਦਾ ਮੁੰਡਾ ਆ ਤੇ ਉਹ ਕੈਨੇਡਾ ਤੋਂ ਆਏ ਨੇ, ਸਾਡੇ ਕੋਲ ਰਹਿੰਦੇ ਨੇ, ਇੱਥੇ ਰਹਿਣ ਵਾਸਤੇ ਆਏ ਨੇ ਥੋੜੇ 2 ਸਮੇਂ। ਤੇ ਚਲੋ ਜੀ ਮੈਂ ਸੋਚਿਆ, ਮੈਂ ਚੱਲ ਆਪਣਾ ਰਗੜਾ ਘੋਟੀਏ, ਸ਼ਰਦਾਈ। ਚਲੋ ਜੀ ਸ਼ਰਦਾਈ ਘੋਟਣੀ। ਫਿਰ ਅਸੀਂ ਕੀਤਾ, ਮਾਤਾ ਕਹਿੰਦੀ ਛੱਡੋ ਖੜਾ, ਇੱਥੋਂ ਕਿਤੇ ਮੰਗ ਮੁੰਗ ਲਿਆਓ। ਮੈਂ ਕਿਹਾ ਮਾਤਾ ਇਹ ਮੰਗਣ ਮੁੰਗਲ ਵਾਲਾ ਕੰਮ ਨਹੀਂ, ਕਿਉਂਕਿ ਰੋਜ਼ ਦਾ ਕੰਮ ਹੈ। ਆਪਾਂ ਨੂੰ ਅਸਕਰ ਮਹੀਨਾ 1.5 ਮਹੀਨਾ ਗਰਮੀ ਬਣਾਉਂਦੇ ਆ ਤੇ ਚਲੋ ਕਿਉਂ ਨਾ ਆਪਣਾ ਹੀ ਸਮਾਨ ਲੈ ਕੇ ਆਉਂਦੇ ਆ। ਅਸੀਂ ਜੀ ਘਰੋਂ ਨਿਕਲ ਪਏ ਇੱਕ ਦੁਕਾਨ ਤੇ। ਜਸਟ ਦੱਸਦਾ ਨਿੱਜਰ ਸਾਹਿਬ, ਜਿਹੜੀ ਚੀਜ਼ ਸਾਡੇ ਘਰ ਆਉਣੀ ਆ ਉਹੀ ਆਉਣੀ ਆ, ਦੂਜੀ ਚੀਜ਼ ਨਹੀਂ ਆ ਸਕਦੀ। ਮੈਂ ਇਹ ਦੱਸਣਾ ਚਾਹੁੰਦਾ। ਉੱਥੇ ਗਏ, ਪਹਿਲੀ ਦੁਕਾਨ ਤੋਂ ਵੇਖਿਆ ਜੀ, ਉਹ ਕਹਿੰਦਾ ਜੀ ਚਲੋ ਰੇਟ ਫਿਕਸ ਹੋਇਆ, ਕਹਿੰਦਾ 200 ਰੁਪਏ ਦਾ ਦਿੰਦੇ ਆ। ਪਰ ਮੈਨੂੰ ਪਸੰਦ ਨਹੀਂ ਆਇਆ, ਮੈਨੂੰ ਏਡੀ ਦੀ ਕੁਆਲਿਟੀ ਵਧੀ। ਫਿਰ ਇਹ ਮੁੰਡਾ ਉੱਥੇ ਹੀ ਖਲੋ ਗਿਆ ਤੇ ਮੈਂ ਚੱਲ ਮੈਂ ਦੂਜੀ ਦੁਕਾਨ ਤੋਂ ਟਰਾਈ ਕਰਦਾ। ਮੈਂ ਉੱਥੇ ਗਿਆ, ਵੇਖਿਆ ਤਾਂ ਉਹ ਰੈਲੀ ਓਰੀਜਨਲ ਜਿੱਦਾਂ ਦੇ ਨਿਹੰਗਾਂ ਦੇ ਹੁੰਦੇ ਨਾ ਨਿੱਜਰ ਸਾਹਿਬ, ਪ੍ਰੋਪਰ ਮਿੱਟੀ ਦਾ ਉਹ ਹੈਗਾ। ਠੀਕ ਹੈ ਜੀ, ਅਸੀਂ ਰੇਟ ਕਰ ਲਿਆ ਤੇ ਉਹ ਕਹਿੰਦਾ 350 ਆ। ਮੈਂ ਦਿੱਤਾ ਨਹੀਂ ਸੀ, ਮੈਂ ਚੱਲ 300 ਤੂੰ ਮੈਨੂੰ ਦੇ ਦੇ। ਠੀਕ ਹੈ, 300 ਚ ਮੰਨ ਗਿਆ। ਮੈਂ ਕਿਹਾ ਭਾਜੀ, ਕਿਉਂਕਿ ਉਹਦਾ ਕੰਮ ਹੀ ਇਹੋ ਨਿੱਜਰ ਸਾਹਿਬ। ਮੈਂ ਉਹ ਕੋ ਗਿਆ, ਮੈਂ ਕਿਹਾ ਭਾਜੀ ਫਿਰ ਇਹਦਾ ਜਿਹੜਾ ਮੈਨੂੰ ਤਾਂ ਚਾਹੀਦਾ ਨਿੰਮ ਵਾਲਾ ਘੋਟਣਾ। ਤੇ ਉਹ ਕਹਿੰਦਾ, ਉਹਨੇ ਫਿਰ ਦੇਖੋ ਉਹਦਾ ਕੰਮ ਹੀ ਇਹੋ ਨਿੱਜਰ ਸਾਹਿਬ, ਮੈਨੂੰ ਕੀ ਪਤਾ ਭਾਵੇਂ ਮੈਂ ਕਿਸੇ ਆਰੇ ਵਾਲੇ ਕੋਈ ਜਾਂਦਾ, ਪਰ ਉਹਦਾ ਕੰਮ ਇਹ ਆ। ਉਹ ਕਹਿੰਦਾ ਭਾਜੀ ਉਹ ਫਲਾਨੀ ਉੱਥੇ ਅੰਦਰ ਜਾਓ ਸੁਲਤਾਨ ਰਵੇਟ ਦੇ ਨਾਲ, ਉੱਥੇ ਕਈਆਂ ਦਾਤਰੀਆਂ ਦੀਆਂ ਦੁਕਾਨਾਂ ਨੇ, ਉਹਦੇ ਵਿੱਚ ਇੱਕ ਛੋਟਾ ਜਿਹਾ ਆਰਾ ਵਾ, ਉਹਦੇ ਕੋਲ ਮਿਲੂਗਾ ਤੁਹਾਨੂੰ। ਠੀਕ ਹੈ ਜੀ, ਉਹ ਦੁਕਾਨ ਤੇ ਗਿਆ, ਉਹ ਦੁਕਾਨ ਤੇ ਕੋਈ ਵੀ ਨਾ ਹੈਗਾ। ਚਲੋ ਅਸੀਂ ਖਲੋਤੇ ਤੇਰੇ 10-15 ਮਿੰਟ, ਸਾਨੂੰ ਲੋੜ ਸੀ ਤੇ ਉਹ ਘਰ ਨਿਗਾਹ ਜਿਹਾ ਠੀਕ ਠਾਕ ਜੇ ਲੋਕ ਸੀ, ਮੀਡੀਅਮ ਜੇ। ਚਲੋ ਮੁੰਡਾ ਉਤਰੋ, ਪਹਿਲਾਂ ਮਾਈ ਥੱਲੇ ਉਤਰੀ, ਫਿਰ ਮੁੰਡਾ ਉਤਰਿਆ। ਕਹਿਣ ਤੋਂ ਭਾਵ ਨਿੱਜਰ ਸਾਹਿਬ, ਸਾਡੇ ਘਰ ਜਿਹੜਾ ਘੋਟਣਾ ਆਉਣਾ ਵਾ ਉਹ ਵੀ ਡਿਜ਼ਾਈਨ ਕੀਤਾ ਕੁਦਰਤ ਵੱਲੋਂ। ਜੇਕਰ ਸੋਚਿਆ ਜਾਵੇ ਜਰਨੀ, ਵੇਖੋ ਜਰਨੀ ਕੀ ਹੁੰਦੀ ਹੈ, ਬੰਦਾ ਤੁਰਦਾ ਕਿੱਥੋਂ ਆ। ਉਹ ਫਿਰ ਮੈਂ ਉੱਥੋਂ ਲਿਆਂਦਾ, ਉਹਨੇ 600 ਦਾ ਦਿੱਤਾ। ਚਲੋ ਉਹਨੂੰ ਦੇ ਕੇ ਅਸੀਂ ਵਾਪਸ ਤੁਰੇ ਤੇ ਫਿਰ ਉਹਨੂੰ ਲੈ ਲਿਆ ਤੇ ਫਿਰ ਰਾਹ ਦੇ ਵਿੱਚ ਸੋ ਸਮਗਰੀ ਲਿਆਂਦੀ, ਫਿਰ ਸ਼ਰਦਾਈ ਘੋਟੀ ਅਸੀਂ ਪੀਤੀ। ਕਹਿਣ ਤੋਂ ਭਾਵ ਹੈ ਕਿ ਜਿਹੜੀ ਤੁਹਾਡੇ ਕਰਮ ਆ, ਤੁਹਾਡੀਆਂ ਕੁਝ ਚੀਜ਼ਾਂ ਦੇਖੋ, ਜਿੱਥੇ ਜਿਹੜਾ ਅੰਜਲ ਤੁਹਾਡਾ ਲਿਖਿਆ ਨਾ, ਤੁਸੀਂ ਆਪਣੇ ਆਪ ਹੀ ਉੱਥੇ ਪਹੁੰਚ ਜਾਣਾ ਵਾ। ਉਹ ਲੂਲ ਘੋਟਣਾ ਜਾਂ ਡੰਡਾ ਮੈਂ ਕਿੱਥੋਂ ਲਿਆਉਣਾ ਸੀ? ਉਹ ਜਿਹੜੀ ਚੀਜ਼ ਉਹ ਵਿਧ ਬਣੀ, ਵੇਖੋ ਬੰਦਾ ਸਾਡੇ ਘਰ ਆਇਆ, ਮਾਮੇ ਦਾ ਮੁੰਡਾ, ਹਨਾ, ਕਿੱਦਾਂ ਉਹ ਇੱਕ ਸਿਸਟਮ ਚੱਲਿਆ। ਇਹ ਪ੍ਰਕਿਰਤੀ ਹੈ। ਇੱਥੇ ਜਿੱਥੇ ਆਪਾਂ ਜਾਂਦੇ ਆ, ਉਹ ਮੈਂ ਮਹਿਸੂਸ ਕਰਦਾ ਵਾਂ, ਉਹ ਆਲਰੇਡੀ ਡਿਜ਼ਾਈਨ ਕੀਤੇ ਹੋਏ ਸਾਡੇ ਜੀਵਨ ਦੇ ਹਿੱਸੇ ਨੇ। ਤੁਸੀਂ ਇੱਥੋਂ ਤੱਕ ਨਾ, ਕਈ ਲੋਕ ਕਹਿੰਦੇ ਨਾ ਕਿ ਜੀਵਨ ਸਾਥੀ ਵੀ ਮੈਂ ਇਹ ਦੇਖਦਾ ਹੈ ਕਿ ਉਹਦੇ ਨਾਲ ਤੁਹਾਡਾ ਲੈਣਾ ਦੇਣਾ ਵਾ ਕੁਝ, ਕਿਉਂਕਿ ਬਿਨਾਂ ਕਾਰਨ ਦੇ ਇੱਥੇ ਪ੍ਰਕਿਰਤੀ ਚ ਨਿੱਜਰ ਸਾਹਿਬ ਉਹਦਾ ਸੰਬੰਧ ਕਿੱਥੋਂ ਜੁੜ ਜੂਗਾ? ਦੇਖੋ ਆਪਾਂ ਥੋੜੇ ਜਿਹੇ ਬੰਦੇ ਆ, 100-150 ਬੰਦਾ ਹੁੰਦਾ ਜਿਹਦੇ ਨਾਲ ਆਪਾਂ ਮਿਲਦੇ ਹਾਂ ਜ਼ਿੰਦਗੀ ਚ। ਇੰਨੇ ਕੁ ਬੰਦੇ ਹੁੰਦੇ ਜ਼ਿੰਦਗੀ ਚ, ਵੇਖੋ ਜ਼ਿਆਦਾ ਬੰਦੇ ਨਹੀਂ ਹੋਣਗੇ ਤੁਹਾਡੇ ਕਰੀਬੀ, ਹੋ ਸਕਦਾ 20-25 ਲੋਕ ਹੀ ਹੋਣ। ਵੈਸੇ ਤੇ ਪਤਾ ਨਹੀਂ ਕਿੰਨੇ ਕਰੋੜ ਆ ਲੋਕ ਇਸ ਧਰਤੀ ਤੇ, ਪਰ ਸਾਰਿਆਂ ਦੇ ਨਾਲ ਤੁਸੀਂ ਵਿਚਰਦੇ ਨਹੀਂ ਜੋ। ਜਿਹਦੇ ਨਾਲ ਤੁਹਾਡਾ ਕੋਈ ਸਿਸਟਮ ਹੈਗਾ ਹੈ, ਤੁਸੀਂ ਉਹਦੇ ਸੰਬੰਧ ਚ ਆਉਂਦੇ ਜੋ। ਹੁਣ ਕਈ ਬੰਦੇ ਏਦਾਂ ਦੇ ਹੁੰਦੇ ਤੁਹਾਡੀ ਜ਼ਿੰਦਗੀ ਚ ਰਿਸ਼ਤੇਦਾਰਾਂ ਤੋਂ ਵੀ ਵੱਧ ਹੁੰਦੇ ਆ, ਪਰ ਇਹਦਾ ਮਤਲਬ ਕਿ ਨਿੱਜਰ ਸਾਹਿਬ ਤੁਹਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਹੈ,
ਇਸ ਕਰਕੇ ਉਹ ਤੁਹਾਡੇ ਲਈ ਕਰੀਬ ਆ ਗਏ ਆ। ਇਹ ਸੋ ਗੱਲਾਂ ਜਿਹੜੀਆਂ ਨੇ, ਇਹ ਗੱਲਾਂ ਹਮੇਸ਼ਾ ਹੀ ਸਾਧ ਸੰਗਤ ਜੀ ਵਿਚਾਰ ਕਰਿਆ ਕਰੋ। ਤੁਸੀਂ ਵਿਚਾਰ ਕਰੋਗੇ ਨਾ, ਤੁਸੀਂ ਇਹਦੇ ਲਈ ਥੋੜੀ ਸੂਖਮ ਬੁੱਧੀ ਚਾਹੀਦੀ ਆ। ਬੇਹੋਸ਼ੀ ਚ ਨਹੀਂ ਜ਼ਿੰਦਗੀ ਬਤੀਤ ਕਰਨੀ। ਜ਼ਿੰਦਗੀ ਨੂੰ ਵੇਖੋ ਥੋੜਾ ਜਿਹਾ ਕਿ ਇਹ ਜਿਹੜੀ ਜ਼ਿੰਦਗੀ ਹੈ, ਤੁਹਾਨੂੰ ਪਤਾ ਲੱਗੂਗਾ ਕਿ ਉਹ ਤੁਸੀਂ ਇੱਕ ਪ੍ਰੋਪਰ ਇੱਕ ਐਸੇ ਐਟਮੋਸਫੇਅਰ ਚ ਰਹਿ ਰਹੇ ਜੋ ਜਿਹੜਾ ਤੁਹਾਡੇ ਲਈ ਡਿਜ਼ਾਈਨ ਕੀਤਾ ਹੋਇਆ, ਔਰ ਤੁਸੀਂ ਉੱਥੇ ਮੂਵ ਹੋ ਰਹੇ ਜੋ ਜਿੱਥੇ ਤੁਹਾਡਾ ਅੰਜਲ ਲਿਖਿਆ। ਜਿੱਥੇ ਤੁਸੀਂ ਗਲਤ ਜਗ੍ਹਾ 'ਚ ਵੜ ਵੀ ਜਾਓਗੇ ਨਾ, ਉੱਥੇ ਤੁਹਾਡੀ ਗਲਾਰੀ ਰਲਣੀ ਨਹੀਂ ਆ, ਤੁਹਾਨੂੰ ਬਾਹਰ ਆਉਣਾ ਪੈਣਾ। ਤੁਸੀਂ ਕਈ ਜਗ੍ਹਾ ਤੇ ਰਿਸ਼ਤਾ ਜੋੜਨ ਦੀ ਵੀ ਕੋਸ਼ਿਸ਼ ਕਰੋਗੇ, ਤੁਸੀਂ ਡੀਪ ਨਹੀਂ ਜਾ ਸਕਦੇ, ਗਹਿਰਾ ਨਹੀਂ ਜਾਓਗੇ। ਉਹ ਰਿਸ਼ਤਾ ਉੱਪਰ ਹੀ ਰਹੇਗਾ, ਕਿਉਂਕਿ ਤੁਹਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ। ਹਾਂ, ਜੇਕਰ ਲੈਣਾ ਦੇਣਾ ਹੈਗਾ, ਤੁਹਾਡੀ ਜ਼ਿੰਦਗੀ ਦਾ ਕੋਈ ਹਿੱਸਾ ਹੈਗਾ, ਤੁਸੀਂ ਉੱਥੇ ਬਹੁਤ ਗਹਿਰੇ ਹੋ ਜਾਣਾ। ਸੋ ਇਹ ਗੱਲਾਂ ਨੋਟ ਕਰਿਆ ਕਰੋ। ਇੱਥੇ ਆਪਾਂ ਫੇਰ ਵਿਚਾਰ ਕਰ ਰਹੀ ਹਾਂ ਕਿ ਜਦੋਂ ਚਿੱਤ ਮੇਰਾ ਰੁਕ ਗਿਆ ਤੇ ਮੈਂ ਫਿਰ ਉਹ ਬ੍ਰਹਮ ਦੇ ਵਿੱਚ ਚਲਾ ਗਿਆ, ਤੇ ਫਿਰ ਕੀ ਹੋਊਗਾ? ਫਿਰ ਹੀ ਮੈਂ ਪ੍ਰਵਾਨ ਹੈ, ਉਹਦਾ ਮੈਂ ਪ੍ਰਵਾਨ ਨਹੀਂ। ਹਾਂਜੀ ਨਿਜਰ ਸਾਹਿਬ, ਅਗਲੀ ਤੁਕ ਬੋਲੋ। ਅਗਲੀ ਗੱਲ ਕਹਿ ਰਹੇ, ਕਹਿੰਦੇ ਗੱਲ ਹੀ ਅਲ ਪਲਾਲੀਆਂ ਕੰਮ ਨਾ ਆਵੇਂ ਮਿੱਤ। ਕਹਿੰਦੇ ਇਸ ਤੋਂ ਇਲਾਵਾ ਜਿਹੜਾ ਹੈਗਾ ਚਿੱਤ ਦੇ ਵਿੱਚ ਪਰਮਾਤਮਾ ਨੂੰ ਲਿਆਉਣ ਤੋਂ ਇਲਾਵਾ ਬਾਕੀ ਕੰਮ ਜਿਹੜੇ ਹੈਗੇ, ਗੱਲਾਂ ਜਾਂ ਹੋਰ ਜਿਹੜੇ ਤੇਰੇ ਜਿਹੜੇ ਹੈਗੇ ਕਰਮ, ਜਿਹੜੇ ਹੈਗੇ ਕਰਮ ਕਾਂਡ ਜੋ ਵੀ ਹੈਗੇ, ਉਹ ਤਾਂ ਫਾਲਤੂ ਹੈਗੇ ਪਿਆਰਿਆ। ਇਹ ਧਰਮ ਦੇ ਰਸਤੇ ਦੇ ਉੱਤੇ ਉਹਨਾਂ ਨੇ ਤੇਰੇ ਕਿਤੇ ਕੰਮ ਨਹੀਂ ਆਉਣਾ। ਹਾਂਜੀ ਵੀਰ ਜੀ। ਬਾਕੀ ਕਹਿੰਦੇ ਕਿਤਾਬੀ ਗਿਆਨ, ਕੋਈ ਇਧਰ ਉਧਰ ਪੜ੍ਹ ਲਿਆ ਜਾਂ ਕਰਮ ਕਾਂਡ ਕਹਿ ਲਓ, ਐਵੇਂ ਉਹ ਤੂੰ ਕਰ ਲੈ, ਸਮਾਜ 'ਚ ਤੈਨੂੰ ਸੋਭਾ ਵੀ ਮਿਲੂਗੀ। ਪਰ ਜੇ ਤੂੰ ਸੋਚੇ ਕਿ ਉਹ ਤੇਰਾ ਚਿੱਤ ਰੁਕ ਜੇ, ਤੇਰਾ ਮਨ ਨਿਰਮਲ ਹੋ ਜੇ, ਤੇ ਉਹ ਪੋਸੀਬਲ ਨਹੀਂ ਹੈਗਾ ਨਾ। ਜੇ ਇਹ ਪੋਸੀਬਲ ਹੁੰਦਾ ਤੇ ਧਰਤੀ ਤੇ ਤੁਹਾਨੂੰ ਇੰਨੇ ਬ੍ਰਹਮ ਗਿਆਨੀ ਮਿਲਨੇ ਸੀ ਨਾ, ਤੁਸੀਂ ਖੁਦ ਹੈਰਾਨ ਹੋ ਜਾਣਾ। ਕਿਉਂਕਿ ਆ ਦੇਖੋ, ਇਹ ਲੋਕ ਇਹੋ ਜਿਹੇ ਕਰਮ ਕਰਦੇ ਨੇ, ਸਾਰਾ ਦਿਨ ਉੱਥੇ ਵੇਖੋ ਕਰਮ ਕਰਦੇ ਰਹਿੰਦੇ ਨੇ। ਕਿਉਂਕਿ ਦੱਸਿਆ ਹੈ ਕਿਸੇ ਨੇ ਕਿ ਬਈ ਏਦਾਂ ਕੀਤਾ ਪਰਮਾਤਮਾ ਬੜਾ ਖੁਸ਼ ਹੁੰਦਾ ਹੈ। ਠੀਕ ਹੈ, ਪਰਮਾਤਮਾ ਸੇਵਾ ਕੀਤਾ ਖੁਸ਼ ਹੁੰਦਾ ਹੈ, ਪਰ ਬਾਣੀ ਇੱਕ ਲਫ਼ਜ਼ ਲਿਖ ਕੇ ਗਈ ਹੈ, ਮਨ ਮੈਲੇ ਤੇ ਸਭ ਕੁਝ ਮੈਲਾ। ਤੂੰ ਤੇਰਾ ਜੇ ਮਨ ਮੈਲਾ ਹੈ ਨਾ, ਉਹ ਕਹਿੰਦੇ ਕਿ ਤੂੰ ਉਹਦੇ 'ਚ ਜੋ ਮਰਜ਼ੀ ਪਾਈ ਜਾਏਗਾ, ਉਹਨੇ ਮੈਲਾ ਹੀ ਵੇਖਣਾ ਵਾ। ਭਾਵੇਂ ਆਪਾਂ ਬਾਹਰੀ ਸੇਵਾ ਕਰਦੇ ਹਾਂ, ਸੇਵਾ ਕਰਨੀ ਕੋਈ ਮਾੜੀ ਚੀਜ਼ ਨਹੀਂ, ਮੈਂ ਮਨਾ ਨਹੀਂ ਕਰ ਰਿਹਾ। ਆਪ ਪਲੀਜ਼ ਅੰਡਰਸਟੈਂਡ ਕਰੋ, ਮੈਂ ਗਹਿਰੀ ਗੱਲ ਕਰ ਰਿਹਾ। ਜੇਕਰ ਆਪਾਂ ਭਗਤੀ ਨਹੀਂ ਕਰਦੇ ਤੇ ਬਾਕੀ ਜੋ ਕੁਝ ਮਰਜ਼ੀ ਕਰ ਲਈਏ ਨਾ, ਉਹ ਕਿਉਂਕਿ ਮਨ ਦੇ ਵਿੱਚੋਂ ਲੰਘਣਾ ਹੈ, ਤੇ ਮਨ ਦੇ ਅੰਦਰ ਹੈਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹਨੇ ਉਹਦੇ ਵਿੱਚੋਂ ਭੋਗ ਹੀ ਲੱਭਣਾ ਵਾ। ਔਰ ਜਦ ਤੱਕ ਇਹੋ ਕਹਿ ਰਹੇ ਨਾ, ਗੱਲੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ। ਹੇ ਮਿੱਤਰਾ, ਬਾਕੀ ਗੱਲਾਂ ਜਿਹੜੀਆਂ ਅਲ ਪਲਾਲੀਆਂ ਹੈਗੀਆਂ, ਕਹਿੰਦੇ ਕਈ ਆਪਾਂ ਨਾ ਪੇਂਡੂ ਬੋਲੀ 'ਚ ਕਹਿੰਦੇ ਕੀ ਐਵੇਂ ਅਲ ਪਲਾਲੀਆਂ ਮਾਰੀ ਜਾਂਦਾ ਯਾਰ, ਕੋਈ ਕੰਮ ਦੀ ਗੱਲ ਕਰ। ਹਾਂ, ਬਾਕੀ ਜੇ ਕਹਿੰਦੇ ਕੁਛ ਨਿਕਲਣਾ ਨਹੀਂ ਆ। ਉਹ ਜਿੱਦਾਂ ਉਹ ਤਿਲ ਹੁੰਦੇ ਨਾ, ਉਹ ਕਹਿੰਦੇ ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਹੈਗਾ। ਹਾਂ ਬਿਲਕੁਲ ਤੇਲ ਆ, ਬਿਲਕੁਲ। ਮੈਂ ਗਿਆ ਮੰਡੀ ਜਦੋਂ ਤੇਲ ਕਢਾਉਣਾ, ਤੇ ਉਹ ਕਹਿੰਦੇ ਕਿ ਭਾਜੀ ਕਿਹੜਾ ਤੇਲ ਚਾਹੀਦੇ ਹੋ? ਮੈਂ ਕਿਹਾ ਭਾਜੀ ਮੈਂ ਤੇ ਤਿਲ ਕੱਢਣਾ। ਮੈਂ ਕਿਹਾ ਕਿੱਡੇ ਚਮਕਦੇ ਆ? ਕਹਿੰਦੇ ਭਾਜੀ ਇਹ ਤਿਲ ਹੈਗੇ ਨੇ, ਪਰ ਇਹਨਾਂ 'ਚ ਤੇਲ ਨਹੀਂ ਹੈ। ਬਿਲਕੁਲ ਨਹੀਂ ਹੈਗਾ, ਇਹਨਾਂ ਦਾ ਢਿੱਡ ਫੁੱਲਿਆ ਨਹੀਂ ਹੈਗਾ। ਮੈਂ ਫਿਰ ਕਹਿੰਦਾ ਹੈਗਾ, ਦਿੰਦੇ ਆ ਤੁਹਾਨੂੰ, ਅੰਦਰ ਰੱਖੇ ਹੋਏ ਨੇ। ਉਹ ਜਦੋਂ ਕੋਈ ਮੰਗਦਾ ਤਾਂ ਹੀ ਦੇਈਦੇ, ਓਦਾਂ ਨਹੀਂ ਦੇਈਦੇ, ਓਦਾਂ ਹੀ ਉਹ ਦੇਈਦੇ। ਠੀਕ ਹੈ ਜੀ, ਅੱਗੇ ਚਲੋ ਨਿਜਰ ਸਾਹਿਬ। ਪਰ ਕਹਿੰਦਾ ਜਿਹਨਾਂ ਨੂੰ ਪਰਖ ਹੁੰਦੀ, ਉਹਨਾਂ ਨੂੰ ਪਤਾ ਹੈ ਕਿ ਇਹ ਤਿਲ ਬਹੁਤ ਚਮਕਦੇ ਆ, ਬਹੁਤ ਖੂਬਸੂਰਤ ਨੇ, ਉਹਨਾਂ ਵਰਗੇ ਹੀ ਨੇ, ਉਹਨਾਂ ਤੋਂ ਵੀ ਵਧੀਆ ਨੇ, ਪਰ ਤੇਲ ਨਹੀਂ ਹੈਗਾ। ਠੀਕ ਹੈ ਜੀ, ਅੱਗੇ ਬੋਲੀ। ਕਹਿੰਦੇ ਮਹਲਾ ਪੰਜਵਾਂ, ਅੱਗੇ ਮਹਾਰਾਜ ਦੱਸਦੇ ਆ ਭਾਈ ਇਹ ਜਿਹੜਾ ਕਿਵੇਂ ਜਿਹੜਾ ਹੈਗਾ ਇਹ ਕਿਸ ਤਰੀਕੇ ਦੇ ਨਾਲ ਇਹ ਚੀਜ਼ ਹੋ ਸਕਦੀ ਆ, ਕਿਵੇਂ ਜਿਹੜਾ ਚਿੱਤ ਦੇ ਵਿੱਚੋਂ ਮਾਲਕ ਪਰਮਾਤਮਾ ਉੱਠ ਸਕਦਾ ਆ, ਇਹਦੇ ਵਾਸਤੇ ਕੀ ਕਰਨਾ ਪਊਗਾ। ਮਹਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ, ਪੂਰਨ ਅਗਮ ਬਿਸਮਾਦ। ਕਹਿੰਦੇ ਮਾਲਕ ਪਰਮਾਤਮਾ ਤੇਰੀ ਦ੍ਰਿਸ਼ਟੀ 'ਚ ਆ ਜਾਏਗਾ। ਮਾਲਕ ਪਰਮਾਤਮਾ ਨੂੰ ਤੂੰ ਦੇਖ ਲਏਗਾ, ਪਰਮਾਤਮਾ ਨੂੰ ਤੂੰ ਮਹਿਸੂਸ ਕਰ ਲਏਗਾ, ਪਰਮਾਤਮਾ ਨੂੰ ਤੂੰ ਜਿਹੜਾ ਹੈਗਾ ਮਿਲ ਲਏਗਾ। ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ, ਪੂਰਨ ਅਗਮ ਬਿਸਮਾਦ। ਕਹਿੰਦੇ ਬਹੁਤ ਹੀ ਮੁਸ਼ਕਲ ਕੰਮ ਆ। ਪੂਰਨ ਅਗਮ ਕਹਿੰਦੇ ਨਹੀਂ ਗਮਿਆ ਜਾਂਦਾ, ਅਪਹੁੰਚ, ਔਰ ਬਿਸਮਾਦ ਆ, ਸਾਰੀ ਖੁਸ਼ੀ ਇਹਦੇ ਵਿੱਚ ਪਈ ਹੋਈ ਹੈ। ਪੂਰਾ ਦਾ ਪੂਰਾ ਤੂੰ ਜਿਹੜਾ ਹੈਗਾ ਖੁਸ਼ਹਾਲ ਜੀਵਨ ਤੇਰਾ ਹੋ ਜਾਏਗਾ ਜਦੋਂ ਪਰਮਾਤਮਾ ਜਿਹੜਾ ਹੈਗਾ ਤੈਨੂੰ ਦ੍ਰਿਸ਼ਟੀ 'ਚ ਆ ਜਾਏਗਾ।
ਕਿਵੇਂ ਨਾਨਕ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ। ਕਹਿੰਦੇ ਇਹਦੇ ਵਾਸਤੇ ਤੈਨੂੰ ਜਿਹੜਾ ਹੈਗਾ ਪਰਮੇਸ਼ਰ ਦੇ ਨਾਮ ਦਾ ਧਨ ਜਿਹੜਾ ਇਕੱਠਾ ਕਰਨਾ ਪੈਣਾ ਆ, ਔਰ ਗੁਰੂ ਦੇ ਪ੍ਰਸਾਦ ਦੇ ਦੁਆਰਾ ਜਿਵੇਂ ਬ੍ਰਹਮ ਗਿਆਨੀ ਜਿਵੇਂ ਗੁਰੂ ਕਹਿ ਰਿਹਾ ਉਸ ਤਰੀਕੇ ਦੇ ਨਾਲ ਕਰਨਾ ਪੈਣਾ। ਤੇ ਪਰਮੇਸ਼ਰ ਦੇ ਨਾਮ ਦਾ ਧਨ ਕਿਵੇਂ ਬਣਦਾ ਹੈ? ਕਹਿੰਦੇ ਪਰਮੇਸ਼ਰ ਦੇ ਨਾਮ ਦਾ ਧਨ ਤਾਂ ਬਣਦਾ ਹੈ ਜੇ ਉਹਦੇ ਵਿੱਚ ਜਿਹੜਾ ਹੈਗਾ ਤੇਰਾ ਮਨ ਜਿਹੜਾ ਹੈਗਾ, ਤੂੰ ਦੁਨਿਆਵੀ ਧਨ ਕਿਵੇਂ ਇਕੱਠਾ ਕਰਦਾ ਹੈ, ਕਿਵੇਂ ਜਿਹੜਾ ਹੈਗਾ ਉੱਥੇ ਮਨ ਲਗਾਉਣਾ ਹੈ। ਜੇ ਇੱਧਰ ਨੂੰ ਤੇਰਾ ਮਨ ਲੱਗ ਜਾਏ, ਦੁਨਿਆਵੀ ਧਨ ਤੋਂ ਜਿਹੜਾ ਹੈਗਾ ਤੇਰਾ ਮਨ ਹਟ ਜਾਏ, ਤੇ ਪਰਮੇਸ਼ਰ ਦਾ ਧਨ ਬਣਨਾ ਸ਼ੁਰੂ ਹੋ ਜਾਂਦਾ ਹੈ। ਪਰਮੇਸ਼ਰ ਜਿਹੜਾ ਹੈਗਾ ਤੇਰੀ ਸੁਰਤ ਤੇਰੇ ਧਿਆਨ ਦੇ ਵਿੱਚ ਆ ਜਾਏ, ਮਾਲਕ ਪਰਮਾਤਮਾ, ਔਰ ਉਹ ਸਮਾਂ ਜਿਹੜਾ ਹੈਗਾ ਉਹ ਤੇਰੇ ਸਵਾਸ ਜਿਹੜੇ ਹੈਗੇ ਉਹੀ ਹੈ ਨਾਮ ਦਾ ਧਨ। ਉਹਦੇ ਨਾਲ ਹੀ ਪਰਮੇਸ਼ਰ ਨੇ ਪ੍ਰਗਟ ਹੋਣਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਸਭ ਤੋਂ ਪਹਿਲੀ ਗੱਲ ਉਹ ਕਹਿੰਦੇ ਆ ਕਿ ਉਹਨੂੰ ਨਜ਼ਰ ਆਉਣਾ। ਠੀਕ ਹੈ, ਕਿਹਨੇ ਨਜ਼ਰ ਆਉਣਾ? ਅਗੰਮ ਨੇ। ਬਿਲਕੁਲ ਅਗੰਮ ਨੇ ਨਜ਼ਰ ਆਉਣਾ। ਹੁਣ ਇਹ ਚੀਜ਼ ਨੂੰ ਆਪ ਸਮਝੋ, ਕਹਿੰਦੇ ਪਾਰ ਬ੍ਰਹਮ ਦ੍ਰਿਸ਼ਟੀ ਆਇਆ। ਬਿਲਕੁਲ ਦ੍ਰਿਸ਼ਟੀ ਆਏਗਾ। ਬਿਲਕੁਲ ਹਾਂਜੀ, ਦਿਖੇਗਾ ਤੁਹਾਨੂੰ, ਦਿਖੇਗਾ। ਉਹ ਜਿਹੜੀ ਕਾਲੀ ਮਾਵਸ ਦੀ ਰਾਤ ਹੈ ਨਾ, ਗੱਲਾਂ ਹੀ ਸੁਣੀਆਂ ਲੋਕਾਂ ਨੇ ਨਾ ਕਿ ਨਿਰਵਿਚਾਰ ਸਮਾਧੀ ਹੈ, ਮਨ ਰੁਕ ਜਾਂਦਾ, ਚਿੱਤ ਰੁਕ ਜਾਂਦਾ। ਇਹ ਗੱਲਾਂ ਹੀ ਸੁਣੀਆਂ ਲੋਕਾਂ ਨੇ ਗ੍ਰੰਥਾਂ ਦੇ ਵਿੱਚ। ਪੁੱਛੋ ਇਹਨਾਂ ਨੂੰ ਅਨੁਭਵ ਹੈਗਾ ਕੋਈ ਨਿਰਵਿਚਾਰ ਸਮਾਧੀ ਦਾ? ਅਜੱਪਾ ਜਾਪ ਕੀ ਹੁੰਦਾ, ਕਿਤੇ ਪ੍ਰਾਪਤ ਹੋਇਆ? ਇਹਨਾਂ ਦੇ ਨਾਲ ਸੁਣੇ ਪ੍ਰਾਣ ਊਰਜਾ ਕਿੱਦਾਂ ਕੰਮ ਕਰਦੀ ਹੈ, ਕਿੱਦਾਂ ਪਵਿੱਤਰਤਾ ਹੁੰਦੀ ਹੈ। ਮਨ ਜਦੋਂ ਵਿਚਾਰਾਂ ਤੋਂ ਮੁਕਤ ਹੁੰਦਾ ਤੇ ਫਿਰ ਕਿੱਦਾਂ ਦੀ ਅਵਸਥਾ ਹੁੰਦੀ ਹੈ? ਕੋਈ ਹੋਸ਼ ਰਹਿੰਦੀ ਹੈ ਜਾਂ ਬੇਹੋਸ਼ ਹੋ ਜਾਈਦਾ? ਅੱਗੇ ਚੱਲ ਕੇ ਕੀ ਹੁੰਦਾ? ਮਨ ਨਿਰਮਲ ਕਿੱਦਾਂ ਹੁੰਦਾ? ਪੁੱਛੋ ਇਹਨਾਂ ਨੂੰ, ਕਿਸੇ ਨੂੰ ਕਿ ਦੱਸੋ ਵੀ ਸਾਨੂੰ ਮਨ ਨਿਰਮਲ ਕਿੱਦਾਂ ਹੋ ਜਾਂਦਾ ਔਰ ਕਦੋਂ ਹੋਵੇਗਾ, ਕਿੰਨੇ ਸਮੇਂ 'ਚ ਹੋਵੇਗਾ? ਬਾਣੀ 'ਚ ਪੂਰਾ ਸਸਟੇਨ ਪ੍ਰੋਪਰਲੀ ਲਿਖਿਆ ਹੋਇਆ ਹੈ, ਕੋਈ ਗੱਪਾਂ ਨਹੀਂ ਲਿਖੀਆਂ ਪ੍ਰੈਕਟੀਕਲੀ ਕਿ ਇੰਨੇ ਚਿਰ ਤੇਰਾ ਮਨ ਹੈ ਉਹ ਨਿਰਮਲ ਹੋਣਾ ਸ਼ੁਰੂ ਹੋ ਜਾਏਗਾ, ਇੰਨੇ ਦਿਨਾਂ ਬਾਅਦ ਤੈਨੂੰ ਆ ਹੋਵੇਗਾ, ਇੰਨੇ ਦਿਨਾਂ ਬਾਅਦ ਤੈਨੂੰ ਆ ਹੋਵੇਗਾ। ਕੋਈ ਐਵੇਂ ਨੇਰੇ 'ਚ ਤੀਰ ਨਹੀਂ ਮਾਰੇ, ਸਿੱਧੀ ਗੱਲ ਕਰ ਰਿਹਾ। ਫਿਰ ਹੁਣ ਗੱਲ ਕਰ ਰਹੇ ਨੇ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ, ਪੂਰਨ ਅਗੰਮ ਬਿਸਮਾਦ। ਪੂਰਨ ਆ ਉਹ, ਔਰ ਅਗੰਮ ਆ, ਨਹੀਂ ਗਮਿਆ ਜਾਂਦਾ। ਹੋਰ ਕਿਸੇ ਤਰੀਕੇ ਨਾਲ ਦ੍ਰਿਸ਼ਟੀ ਆਉਂਦਾ ਹੀ ਨਹੀਂ ਹੈ। ਔਰ ਕੰਡੀਸ਼ਨ ਹੈ, ਕਹਿੰਦੇ ਜਦ ਦ੍ਰਿਸ਼ਟੀ ਆਇਆ ਤੇਰੇ ਅੰਦਰ ਖੁਸ਼ੀ ਖੇੜਾ ਹੀ ਰਹਿਣਾ ਹੈ ਤੇਰੇ ਅੰਦਰ। ਬਿਸਮਾਦ ਹੋ ਜਾਏਗਾ। ਉਹ ਤੁਹਾਨੂੰ ਜਦੋਂ ਨਿਰਵਿਚਾਰ ਸਮਾਧੀ ਲੱਗਦੀ ਹੈ, ਸਭ ਤੋਂ ਪਹਿਲਾਂ ਜਦੋਂ ਤੁਸੀਂ ਆਤਮਾ ਤੱਤ ਨੂੰ ਦੇਖਦੇ ਜੋ ਤੇ ਬੰਦਾ ਤੇ ਸੋਚ ਕੇ ਹੈਰਾਨ ਹੋ ਜਾਂਦਾ, ਮੈਂ ਕਿੱਥੇ ਆ ਗਿਆ। ਇਹ ਜਿਹੜੀ ਕੋਠੜੀ ਸੀ ਇਹ ਮੇਰੇ ਅੰਦਰ ਸੀ, ਮੈਨੂੰ ਤਾਂ ਪਤਾ ਵੀ ਨਹੀਂ ਸੀ। ਉਹ ਕਿਉਂਕਿ ਉਹ ਗੁਪਤ ਹੈ, ਉਹ ਨਹੀਂ ਪਤਾ ਲੋਕਾਂ ਨੂੰ। ਉਹਦੇ ਬਾਰੇ ਸਾਰੀ ਗੱਲ ਕੀਤੀ ਗਈ ਹੈ। ਉੱਥੇ ਪਹੁੰਚਣਾ ਹੈ, ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ, ਉਸ ਤੋਂ ਬਿਨਾਂ ਤੁਸੀਂ ਪ੍ਰਵਾਨ ਨਹੀਂ ਹੋਣਾ। ਪਰ ਜਦੋਂ ਸਾਧਕ ਉੱਥੇ ਪਹੁੰਚ ਜਾਂਦਾ ਹੈ ਤੇ ਉਹ ਜਿਹੜਾ ਅਚਰਜ ਵੇਖ ਕੇ, ਬਿਸਮਾਦ ਵੇਖ ਕੇ ਹੈਰਾਨ ਹੁੰਦਾ ਹੈ ਕਿ ਇਹ ਜਿਹੜਾ ਮੇਰੇ ਅੰਦਰ ਸੀ, ਅੱਜ ਮੈਂ ਜਾਗਰਤ ਅਵਸਥਾ 'ਚ ਉੱਥੇ ਪਹੁੰਚ ਗਿਆ। ਰਾਤ ਨੂੰ ਵੈਸੇ ਸੁੱਤਿਆਂ ਸਾਰੇ ਜਾਂਦੇ ਉੱਥੇ, ਬਿਲਕੁਲ, ਪਰ ਜਾਗਦਿਆਂ ਕੋਈ ਨਹੀਂ ਜਾਂਦਾ। ਪੰਗਾ ਤੇ ਇਹ ਹੈ। ਬਾਣੀ ਕਹਿੰਦੀ ਜਦ ਤੱਕ ਤੂੰ ਜਾਗਦਾ ਹੋਇਆ ਇੱਥੇ ਨਹੀਂ ਪਹੁੰਚੇਗਾ, ਆਹ ਜਿਹੜਾ ਪ੍ਰਮਾਤਮਾ ਦ੍ਰਿਸ਼ਟੀ ਦੀ ਤੇਰੀ ਨਜ਼ਰ ਨਹੀਂ ਆਊਗਾ, ਉਹਨਾਂ ਚਿਰ ਤੇ ਗੱਲ ਨਹੀਂ ਬਣਨੀ। ਹੁਣ ਇੱਥੇ ਮੈਨੂੰ ਤੁਸੀਂ ਲੈ ਜਾਓ ਕਿਸੇ ਬਾਗ ਦੇ ਵਿੱਚ ਤੇ ਮੈਂ ਸੁੱਤਾ ਵਾਂ, ਮੈਨੂੰ ਘੁਮਾਈਓ ਸਾਰੇ ਬਾਗ, ਮੁੜ ਕੇ ਮੈਨੂੰ ਪੁੱਛੋ ਚਰਨਜੀਤ ਬੜੇ ਵਧੀਆ ਬਾਗ ਸੀ, ਗੁਲਾਬ ਦੇ ਫੁੱਲ ਉੱਤੇ, ਤੈਨੂੰ ਸੇਬ ਵਗੈਰਾ। ਮੈਂ ਕਹੂੰਗਾ ਕਿੱਥੇ ਗੁਲਾਬ, ਕਿੱਥੇ ਫੁੱਲ, ਮੈਨੂੰ ਕੁਛ ਨਹੀਂ ਦਿਖਿਆ ਉੱਥੇ। ਦੱਸੋ ਯਾਰ, ਤੁਸੀਂ ਕਹੋਗੇ ਨਹੀਂ ਤੈਨੂੰ ਘੁਮਾਇਆ, ਉਹ ਵੀ ਸੱਚੇ ਆ ਵੀ ਤੇਰੀ ਜਿਹੜੀ ਗੱਡੀ 'ਚ ਤੂੰ ਬੈਠਾ ਉਹ ਗੱਡੀ ਤੇ ਉੱਥੇ ਘੁਮਾਈ ਆ, ਪਰ ਮੈਂ ਕਹੂੰਗਾ ਮੈਂ ਤੇ ਸੁੱਤਾ ਸਾਂ। ਇਸੇ ਹੀ ਤਰ੍ਹਾਂ ਸੁੱਤਿਆਂ ਆਪਾਂ ਉੱਥੇ ਜਾਂਦੇ ਹਾਂ। ਕਿਉਂ ਜਾਂਦੇ ਹਾਂ? ਕਿਉਂਕਿ ਉੱਥੇ ਜਾਣਾ ਬਹੁਤ ਜ਼ਰੂਰੀ ਹੈ। ਜਿਹੜੇ ਬੰਦੇ ਨੂੰ ਮਾਨਸਿਕ ਬਿਮਾਰੀਆਂ ਲੱਗਦੀਆਂ ਨੇ, ਉਹਦਾ ਕਾਰਨ ਪਤਾ ਕੀ ਹੋ ਗਿਆ? ਉਹ ਵਿਚਾਰੇ ਦੇ ਚਿੱਤ 'ਚ ਨਾ ਵਿਚਾਰ ਬਹੁਤ ਆ ਗਏ ਆ। ਹੁਣ ਉਹਨੂੰ ਡੀਪ ਸਲੀਪ ਨਹੀਂ ਮਿਲਦੀ। ਡੀਪ ਸਲੀਪ ਦਾ ਮਤਲਬ ਜਿੱਥੇ ਮਨ ਤੇ ਚਿੱਤ ਰੁਕ ਕੇ ਤੇ ਬ੍ਰਹਮ ਹੋ ਜਾਂਦੇ ਆਪਾਂ। ਇਹ ਆਪ ਪਲੀਜ਼ ਅੰਡਰਸਟੈਂਡ ਕਰੋ। ਮੈਂ ਥੋੜਾ ਫਿਰ ਇੱਕ ਚੀਜ਼ ਨੂੰ ਖੋਲਦਾ। ਜਾਗਰਤ, ਸਪਨ, ਸੁਖਾਪਤੀ, ਇਹ ਤਿੰਨ ਅਵਸਥਾਵਾਂ ਹੈਗੀਆਂ ਜਿਹਦੇ ਵਿੱਚ ਹੀ ਸਾਰਾ ਜਗਤ ਘੁੰਮਦਾ ਹੈ। ਕੱਲਾ ਬ੍ਰਹਮ ਗਿਆਨੀ ਜਿਹੜਾ ਤੁਰੀਆ 'ਚ ਪਹੁੰਚ ਜਾਂਦਾ ਹੈ।
ਸਾਰੇ ਨਹੀਂ ਜਾਂਦੇ। ਜਾਗਰਤ ਦਾ ਮਤਲਬ ਤੁਸੀਂ ਆਪਾਂ ਕਥਾ ਕਰ ਰਹੇ ਹਾਂ, ਤੁਸੀਂ ਸੁਣ ਰਹੇ ਜੇ ਆਪਾਂ ਜਾਗਰਤ, ਇਹਦੇ ਵਿੱਚ ਆਪਾਂ ਬਾਹਰੋਂ ਜਾਗ ਰਹੇ ਹਾਂ, ਅੰਦਰੋਂ ਸੁੱਤੇ ਹਾਂ। ਜਦੋਂ ਸਪਨ ਅਵਸਥਾ 'ਚ ਜਾਂਦੇ ਹਾਂ, ਸਪਨ ਦਾ ਮਤਲਬ ਸੁਪਨੇ ਚਾਲੂ ਹੋ ਗਏ, ਆਪਣਾ ਬਾਹਰੋਂ ਸਰੀਰ ਸੌਂ ਗਿਆ ਪਰ ਅੰਦਰੋਂ ਆਪਾਂ ਜਾਗ ਪਏ। ਅਸਲ 'ਚ ਉਹ ਵੀ ਜਗਤ ਸੱਚਾ ਵਾ। ਜਿੰਨਾ ਚਿਰ ਤੱਕ ਆਪਾਂ ਸੁੱਤੇ ਹੁੰਦੇ ਨਾ, ਉਹ ਜਗਤ ਇੰਜ ਨਹੀਂ ਲੱਗਦਾ ਕਿ ਸੁਪਨਾ ਹੈ, ਅਸਲੀ ਲੱਗਦਾ ਹੈ। ਕਈ ਵਾਰੀ ਮੇਰੇ ਦੰਦ ਟੁੱਟ ਜਾਂਦੇ ਸੁਪਨੇ 'ਚ, ਪਹਿਲਾਂ ਜਦੋਂ ਮੈਂ ਬੜੀ ਪੁਰਾਣੀ ਗੱਲ ਹੈ, ਉਦੋਂ ਇੰਜ ਲੱਗਦਾ ਕਿ ਸੱਚੀ ਚਰਨਜੀਤ ਤੇਰਾ ਦੰਦ ਟੁੱਟ ਗਿਆ, ਜਿਹਦਾ ਅਸਲੀ ਜੀਵਨ ਹੈ ਏਦਾਂ ਦਾ, ਹਨਾ। ਬਿਲਕੁਲ। ਹੁਣ ਜਦੋਂ ਆਪਾਂ ਸੁਪਨੇ 'ਚ ਹੁੰਦੇ ਆ ਤੇ ਇਹ ਜਗਤ ਝੂਠਾ ਹੋ ਜਾਂਦਾ ਹੈ, ਤੇ ਜਦੋਂ ਆਪਾਂ ਜਾਗ ਪੈਂਦੇ ਆ ਫਿਰ ਉਹ ਜਗਤ ਝੂਠਾ ਹੋ ਜਾਂਦਾ। ਦੋਨੋਂ ਹੀ ਬਰਾਬਰ ਹੈਗੇ ਨੇ, ਜਗਤ ਦੋਨੋਂ ਹੀ ਸੱਚੇ ਨੇ। ਜਦੋਂ ਇੱਕ ਹੈਗਾ ਦੂਜਾ ਨਹੀਂ ਹੈਗਾ ਤੇ ਉਹ ਸੱਚਾ ਹੋ। ਇਸ ਤੋਂ ਅੱਗੇ ਹੈਗਾ ਸੁਖਾਪਤੀ। ਐਸ ਜਾਗਦੇ ਫਿਰ ਸਪਨ, ਸਪਨ ਤੋਂ ਅੱਗੇ ਜਿਹੜੀ ਸੁਖਾਪਤੀ ਹੈ। ਸੁਖਾਪਤੀ ਜਿਹੜੀ ਅਵਸਥਾ ਹੈ ਉਹ ਰਾਤ ਨੂੰ ਤੁਹਾਨੂੰ ਮਿਲਦੀ ਹੈ। ਤੁਸੀਂ ਮੰਨ ਲਓ 1-1:30 ਵਜੇ ਤੋਂ ਲੈ ਲਓ 2, 2:30, 3 ਵਜੇ, ਮੋਸਟਲੀ ਉਦੋਂ ਚੋਰ ਆਉਂਦੇ ਨੇ ਤੁਹਾਡੇ ਘਰਾਂ 'ਚ। ਨਿੱਜਰ ਸਾਹਿਬ ਮਤਲਬ ਬਹੁਤ ਗਹਿਰਾ ਸੁੱਤਾ ਹੈ, ਇਹਨੂੰ ਨਹੀਂ ਉਹ ਪਤਾ ਦੁਨੀਆ ਕਿੱਥੇ, ਮੈਂ ਕਿੱਥੇ ਆ। ਉਦੋਂ ਜੇ ਪ੍ਰਾਣ ਵੀ ਨਿਕਲ ਜਾਣ ਤੇ ਇਹਨੂੰ ਪਤਾ ਨਹੀਂ ਲੱਗਣਾ ਕਿ ਮੈਂ ਮਰ ਗਿਆ। ਉਹ ਇੰਨੀ ਗਹਿਰੀ ਨੀਂਦ ਹੁੰਦੀ ਆ। ਉਦੋਂ ਕੀ ਕਰਦੇ ਆ ਆਪਾਂ, ਉਸ ਅਵਸਥਾ ਨੂੰ ਮੈਂ ਅਨੁਭਵ ਕੀਤਾ, ਤੁਸੀਂ ਵੀ ਕਰੋਗੇ, ਸਾਰੇ ਕਰੋਗੇ, ਗਰੰਟੀ ਹੈ। ਉਸ ਅਵਸਥਾ ਦੇ ਵਿੱਚ ਬੜੀਆਂ ਉੱਚੀਆਂ ਤੇ ਭਿਅੰਕਰ ਆਵਾਜ਼ਾਂ ਆਉਂਦੀਆਂ, ਵਾਜੇ ਅਨਹਦ ਤੂਰੇ ਬਣ ਚੁੱਕਿਆ। ਇੱਕ ਤੇ ਨਾਦ ਹੁੰਦਾ, ਛੋਟਾ ਹੁੰਦਾ, ਅਨਹਦ ਤੂਰੇ, ਬੜੇ ਭਿਅੰਕਰ ਆਵਾਜ਼ਾਂ ਅੰਦਰ ਤੁਹਾਡੇ ਆਉਣੀਆਂ। ਤੁਸੀਂ ਪਹਿਲੀ ਵਾਰੀ ਜਾਣਾ ਨਾ, ਉਹਨਾਂ ਆਵਾਜ਼ਾਂ ਨੇ ਤੁਹਾਨੂੰ ਪਿੱਛੇ ਛੋੜ ਦੇਣਾ, ਬਿਲਕੁਲ ਪਿੱਛੇ ਛੋੜ ਦੇਣਾ ਤੁਹਾਨੂੰ। ਪਰ ਉਹ ਤੁਹਾਨੂੰ ਰੋਕ ਸਕਦੀਆਂ ਵਾ, ਟੈਂਪਰੇਰੀ, ਤੁਹਾਨੂੰ ਟੈਂਪਰੇਰੀ ਰੋਕ ਸਕਦੀਆਂ, ਪਰ ਲੰਘਣ ਤੋਂ ਨਹੀਂ ਰੋਕ ਸਕਦੇ। ਕੁਝ ਸਮੇਂ ਲਈ ਰੋਕ ਸਕਦੇ। ਇੱਕ ਸਮਾਂ ਆਊਗਾ ਤੁਸੀਂ ਫਿਰ ਸੁੱਤਿਆਂ ਲੈ ਲਓ ਜਾਂ ਬੈਠਿਆਂ ਲੈ ਲਓ, ਕਿਸੇ ਵੀ ਟਾਈਮ ਤੇ ਤੁਸੀਂ ਸਮਾਧੀ 'ਚ ਲੀਨ ਹੋਏ, ਫਿਰ ਵਿਆਹ ਉੱਥੇ ਜਦੋਂ ਤੁਸੀਂ ਇਹ ਮੰਡਲ ਤੋਂ ਅਗਲੇ ਬੰਨੇ ਲੰਘੇ। ਆਤਮਾ ਜਗਤ ਦੇ ਵਿੱਚ ਬਾਉਂਡਰੀ ਆ, ਏਦਾਂ ਨਹੀਂ ਲੰਘਦੇ ਇਹ। ਜਦੋਂ ਤੁਸੀਂ ਉੱਥੇ ਮੋਸਟਲੀ ਰਾਤ ਨੂੰ ਸੁੱਤਿਆਂ ਤੁਸੀਂ ਜਾਂਦੇ ਹੋ ਨਾ, ਤੇ ਉਦੋਂ ਮਨ ਜਿਹੜਾ ਹੈ ਚਿੱਤ ਨਿਜਰ ਸਭ ਸੌਂ ਜਾਂਦੇ ਉੱਥੇ। ਪਰ ਤੁਸੀਂ ਜਦੋਂ ਜਾਗਰਤ ਅਵਸਥਾ 'ਚ ਗਏ ਨਾ, ਤੇ ਤੁਹਾਨੂੰ ਆਵਾਜ਼ ਆਉਣੀ ਆ, ਨਿਜਰ ਸਾਹਿਬ ਇਹ ਪਲੀਜ਼ ਅੰਡਰਸਟੈਂਡ ਕਰੋ। ਜਦੋਂ ਆਪਾਂ ਸੁੱਤੇ ਹੋਏ ਤੇ ਫਿਰ ਮੇਰੇ ਲੱਗੇ ਤੋਪਾਂ 'ਚ ਲਾਈ ਜੋ, ਮੈਨੂੰ ਥੋੜੀ ਪਤਾ ਲੱਗਦਾ। ਉਦੋਂ ਮਨ ਸੁੱਤਾ ਹੁੰਦਾ ਹੈ, ਉਹ ਕਿਉਂਕਿ ਚਿੱਤ ਦੇ ਵਿੱਚ ਲੀਨ ਹੋ ਜਾਂਦਾ, ਤੇ ਚਿੱਤ ਜਿਹੜਾ ਬ੍ਰਹਮ ਲੀਨ ਹੋ ਗਿਆ, ਕਿਉਂਕਿ ਬੇਹੋਸ਼ੀ 'ਚ ਹੈਗਾ, ਇੰਦਰ ਤੁਹਾਡੇ ਸਾਰੇ ਕੰਟਰੋਲ 'ਚ ਆ ਗਏ। ਪਰ ਜਦੋਂ ਤੁਸੀਂ ਜਾਗਰਤ ਅਵਸਥਾ ਦੇ ਵਿੱਚ ਅੱਗੇ ਲੰਘਦੇ ਜੋ, ਇਹ ਤਿੰਨਾਂ ਅਵਸਥਾਵਾਂ 'ਚੋਂ ਲੰਘ ਜਾਂਦੇ ਜੋ, ਜਾਗਰਤ, ਸਪਨ, ਸੁਖਾਪਤੀ, ਤਿੰਨਾਂ 'ਚੋਂ ਲੰਘ ਕੇ ਫਿਰ ਤੁਸੀਂ ਤੁਰੀਆ 'ਚ ਪਹੁੰਚਦੇ ਜੋ ਨਾ। ਜਦੋਂ ਤੁਰੀਆ ਦੇ ਵਿੱਚ ਤੁਸੀਂ ਵੜਦੇ ਜੋ, ਮਤਲਬ ਕਹਿਣ ਤੋਂ ਭਾਵ ਸੁਖਾਪਤੀ ਵਾਲੀ ਅਵਸਥਾ ਹੈ ਤੁਰੀਆ, ਪਰ ਸੁਖਾਪਤੀ 'ਚ ਇਹ ਵਾ ਤੁਸੀਂ ਬੇਹੋਸ਼ ਜੋ, ਸੁੱਤੇ ਜੋ। ਤੁਰੀਆ 'ਚ ਤੁਸੀਂ ਜਾਗ ਰਹੇ ਜੋ, ਤੁਸੀਂ ਜਾਗਰਤ ਅਵਸਥਾ 'ਚ ਉੱਥੇ ਪਹੁੰਚ ਗਏ। ਉੱਥੇ ਪਹੁੰਚ ਕੇ ਹੀ ਕਿਹੜਾ ਦਿਖਣਾ ਹੈ, ਐ ਜਿਹੜਾ ਉੱਪਰ ਬੈਠਾ ਹੈ ਨਾ, ਪਰਾ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਵਿਸਮਾਦ। ਹਾਂ, ਫਿਰ ਉੱਥੇ ਤੇ ਪਹੁੰਚੋਗੇ ਤੇ ਫਿਰ ਤੁਸੀਂ ਵਿਸਮਾਦ 'ਚ ਹੋ ਜਾਣਾ ਕਿ ਐ ਯਾਰ ਜਗਤ ਹੀ ਬੜਾ ਲਾਈਟ ਜਿਹਾ, ਮੈਂ ਬਹੁਤ ਲਾਈਟ ਹੋ ਗਿਆ, ਬਿਲਕੁਲ ਫੁੱਲ ਵਰਗਾ ਹੋ ਗਿਆ। ਐਂਡ ਫਿਰ ਇਹ ਜਿਹੜੀ ਬਾਣੀ ਹੈ ਉਹ ਤੁਹਾਡੀ ਅਵਸਥਾ ਨੂੰ ਤਸਦੀਕ ਕਰੇਗੀ ਕਿ ਅੱਜ ਸੱਜਣਾ ਤੂੰ ਉੱਥੇ ਪਹੁੰਚ ਗਿਆ ਜਿੱਥੇ ਕੌਣ ਬੈਠਾ ਹੈ, ਨਿਰਗੁਣ ਬ੍ਰਹਮ। ਕਿਹੜਾ ਬ੍ਰਹਮ? ਰੂਪ ਨਹੀਂ ਉਹਦਾ, ਰੰਗ ਨਹੀਂ ਉਹਦੀ, ਕੋਈ ਰੇਖ ਨਹੀਂ, ਬਿਲਕੁਲ ਏਦਾਂ ਹੀ ਬੈਠਾ ਹੈ। ਔਰ ਜਦੋਂ ਤੁਸੀਂ ਉਹਦੇ ਚਰਨਾਂ 'ਚ ਆਪਣਾ ਆਪ ਨੂੰ ਸਮਰਪਣ ਕੀਤਾ, ਫਿਰ ਤੁਹਾਡਾ ਦਿਲ ਨਹੀਂ ਕਰਨਾ ਉੱਥੋਂ ਵਾਪਸ ਆ ਜਾਈਏ। ਪਰ ਉਹ ਇੱਕ ਟਾਈਮ ਹੈਗਾ। ਇਹ ਲੋਕ ਗੱਪਾਂ ਮਾਰੀ ਜਾਂਦੇ ਨੇ, ਕੋਈ ਕਹਿੰਦੇ ਸੰਤ ਬੈਠਾ ਜੀ 20 ਸਾਲ ਤੋਂ ਸਮਾਧੀ ਬੈਠਾ, ਮੈਂ ਉਹ ਮਰ ਮੁਰ ਗਿਆ ਹੋਣਾ। 20 ਸਾਲ ਸਮਾਧੀ ਦੀ ਕੀ ਲੋੜ ਪਈ ਹੈ? ਜੀਵਨ ਤੇ ਇੱਥੇ ਪਿਆ ਆਪਣਾ। ਉੱਥੇ ਤੁਹਾਨੂੰ ਮਿਲੂਗਾ ਘੰਟਾ, 1.5 ਘੰਟਾ, 2, 2.5 ਘੰਟੇ, 3 ਘੰਟੇ ਲਾ ਲਓ, ਇਹ ਤੋਂ ਵੱਧ ਨਹੀਂ ਗੱਲਬਾਤ ਹੈਗੀ। ਇਹ ਲੋਕੀ ਐਵੇਂ ਮਨ ਘੜਤ ਕਹਾਣੀਆਂ ਸੁਣਾ ਦਿੰਦੇ ਜੀ, ਵਿੱਚੋਂ ਸਰੀਰ ਚੋਂ ਨਿਕਲ ਗਿਆ ਜੀ, ਬੜੀ ਦੂਰ ਪਹੁੰਚ ਗਿਆ, ਫਿਰ ਉਹ ਕਹਿੰਦਾ ਜੀ ਉੱਥੇ ਨਾ ਮੈਂ ਬੈਠਾ ਵਾਂ, ਮੇਰੇ ਸਰੀਰ ਨੂੰ ਕੁਝ ਨਾ ਕਰਿਓ, ਮੇਰੇ ਸਰੀਰ ਨੂੰ ਸਾੜ ਨਾ ਦਿਓ। ਉਹ ਬੰਦਾ ਪੁੱਛੇ ਤੂੰ ਸਰੀਰ ਚੋਂ ਨਿਕਲ ਕੇ ਕਿੱਥੇ ਜਾ ਸਕਦਾ? ਉਹ ਬ੍ਰਹਮ ਕੋਈ ਬੰਦਾ ਥੋੜੀ ਜਿਹੜਾ ਇੱਕ ਜਗ੍ਹਾ ਤੇ ਬੈਠਾ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਬਾਣੀ ਤੇ ਕਹਿੰਦੀ ਉਹ ਤੇਰੇ ਅੰਦਰ ਆ, ਫਿਰ ਤੂੰ ਸਰੀਰ ਚੋਂ ਕਿੱਥੋਂ ਨਿਕਲ ਕੇ ਤੇ ਕਿੱਥੇ ਜਾਣਾ? ਦੱਸੋ ਮੈਨੂੰ ਨਿਜਰ ਸਾਹਿਬ। ਬਿਲਕੁਲ ਗੱਲ ਤੇ ਇਹ ਕਲਪਨਾ ਹੀ ਨਹੀਂ ਆ। ਬਾਣੀ ਕਹਿੰਦੀ ਆ ਗੁਰਮੁਖ ਹੋਵੇ ਕਾਇਆ ਖੋਜੇ। ਉਹ ਕਿੱਥੇ ਗੁਰਮੁਖ ਇਹ ਤਾਂ ਨਹੀਂ ਕਹਿੰਦੇ ਕਿ ਸਰੀਰ ਨੂੰ ਛੱਡ ਕੇ ਤੁਸੀਂ ਬਾਹਰ ਚੱਲ ਜਾਓ। ਇਹ ਲੋਕਾਂ ਨੇ ਕਲਪਨਿਕ ਗੱਲਾਂ ਕੀਤੀਆਂ ਨੇ। ਰਾਮਾਨੰਦ ਕਹਿ ਰਹੇ ਨੇ
ਕੱਤ ਜਾਈਏ ਰੋਏ ਕੱਤ ਜਾਈਏ ਰੇ ਕਰ ਲਾਗੋ ਰੰਗ। ਹੁਣ ਉਹ ਤੇ ਕਹਿੰਦੇ ਕਿ ਮੈਂ ਕਿੱਥੇ ਜਾਵਾਂ, ਘਰੇ ਤੇ ਰੰਗ ਲੱਗ ਗਿਆ। ਉਹ ਥੋੜੀ ਕਹਿੰਦੇ ਕਿ ਮੈਂ ਸਰੀਰ ਚੋਂ ਬਾਹਰ ਨਿਕਲ ਗਿਆ। ਨਿਜਰ ਸਾਹਿਬ ਉਹ ਤਾਂ ਗੋਰਖੀ ਸਾਹਿਬ ਸਰੀਰ ਤੋਂ ਬਾਹਰ ਤਾਂ ਆਪਾਂ ਹਮੇਸ਼ਾ ਹੀ ਹੁੰਦੇ ਆ, ਅੰਦਰ ਹੀ ਵੜਨਾ ਹੈ ਬਸ। ਪਰ ਨਹੀਂ, ਇਹ ਆ ਜਿਹੜੀ ਗੱਪ ਆ ਨਾ, ਇਹ ਬੜੇ ਵੱਡੇ ਲੈਵਲ ਤੇ ਚੱਲਦੀ ਹੈ। ਹਰ ਕੋਈ ਲੰਡੀ ਬੁੱਚੀ ਉਹ ਕਹਿੰਦਾ ਜੀ ਸਾਡਾ ਬਾਬਾ ਜੀ ਉਹ ਸਰੀਰ ਚੋਂ ਬਾਹਰ ਨਿਕਲ ਜਾਂਦਾ। ਮੈਂ ਕਿੱਥੇ ਨਿਕਲ ਜਾਂਦਾ? ਇੱਥੇ ਇੱਕ ਆਪਣੇ ਗਰੁੱਪ 'ਚ ਵੀ ਹੈਗੀ ਮੈਡਮ, ਮੈਨੂੰ ਕਹਿੰਦੀ ਮੈਂ ਨਾ ਤੀਜੇ ਨੇਤਰ ਥਣੀ ਬਾਹਰ ਨਿਕਲ ਚੱਲਦੀ ਆ। ਮੈਂ ਅੱਛਾ ਨਿਕਲ ਜਾਓ। ਮੈਂ ਬਾਹਰ ਨਿਕਲ ਕੇ ਕੀ ਕਰੋਗੇ? ਕਹਿੰਦੀ ਉਹ ਮੈਂ ਸੋਚਿਆ ਨਹੀਂ। ਤੇ ਅੱਜ ਮੈਂ 1.5-2 ਸਾਲ ਹੋ ਗਿਆ। ਮੈਂ ਜਿੱਦਾਂ ਨਿਕਲ ਕੇ ਨਾ ਤੇ ਮੈਨੂੰ ਫੋਨ ਕਰ ਦਿਓ। ਉਹਨੇ ਫੋਨ ਹੀ ਨਹੀਂ ਕੀਤਾ ਵਿਚਾਰੀ ਨੇ, ਕਿਉਂਕਿ ਨਿਕਲ ਹੀ ਨਹੀਂ ਸਕਦੀ। ਉਹ ਕਿੱਥੋਂ ਨਿਕਲ ਜਾਏਗੀ? ਜਗ੍ਹਾ ਥੋੜੀ ਹੈਗੀ ਹੈ ਕਿਤੇ। ਮੈਂ ਜਦ ਤੱਕ ਤੁਹਾਡਾ ਸਰੀਰ ਦੇ ਨਾਲ ਕਨੈਕਸ਼ਨ ਆ ਤਦ ਤੱਕ ਤੁਸੀਂ ਉੱਥੇ ਬੈਠੇ ਜੋ। ਜਦੋਂ ਤੁਸੀਂ ਸਰੀਰ ਚੋਂ ਬਾਹਰ ਆ ਗਏ ਖਤਮ ਕਹਾਣੀ। ਤੁਹਾਡਾ ਜਿਹੜਾ ਸਰੀਰ ਆ ਇਹਨੇ ਇੱਥੇ ਰਹਿ ਜਾਣਾ ਤੇ ਸੂਖਮ ਨੇ ਸੁਖ ਨੂੰ ਖਿੱਚ ਲੈਣਾ। ਬਿਲਕੁਲ। ਤੇ ਕਈ ਬੰਦੇ ਜਿਹੜੇ ਕਹਿੰਦੇ ਵਾਪਸ ਆ ਗਏ, ਮੈਂ ਵਾਪਸ ਆ ਨਹੀਂ ਗਏ, ਉਹ ਸਰੀਰ ਦੇ ਵਿੱਚ ਹੀ ਸੀ, ਉਹ ਬਾਹਰ ਨਹੀਂ ਨਿਕਲੇ ਜੇ। ਕਈ ਲੋਕ ਤੁਹਾਨੂੰ ਮਿਲ ਜਾਣਗੇ YouTube ਤੇ ਜੀ ਮੈਂ ਨਾ ਉਹ ਮੇਰਾ ਸਰੀਰ ਵਿੱਚੋਂ ਨਿਕਲ ਗਿਆ। ਫਿਰ ਕੀ ਹੋਇਆ? ਮੈਨੂੰ ਨਾ ਪਤਾ ਨਹੀਂ ਕਿੱਥੇ ਲੈ ਗਏ। ਮੈਂ ਉੱਥੇ ਬੰਦੇ ਬੈਠੇ ਆ ਮੈਂ ਇੱਥੇ ਤੁਹਾਨੂੰ ਪਤਾ ਮੈਂ 3.5 ਲੱਖ ਬੰਦਾ ਇੰਡੀਆ ਦੇ ਵਿੱਚ ਮੇਰੇ ਹਿਸਾਬ ਨਾਲ ਮਰਦਾ ਹੋਣਾ ਵਾ ਦੁਨੀਆ 'ਚ, ਤੇ ਮੈਂ ਇੰਨੇ ਬੰਦੇ ਨੂੰ ਲਿਆਉਣਾ ਲਿਜਾਣਾ ਉਹ ਤੇ ਮੈਂ ਬੜੀ ਟੈਨਸ਼ਨ ਵਾਲਾ ਕੰਮ ਹੈ। ਇਹ ਤਾਂ ਇਕੱਲੇ ਬੰਦਿਆਂ ਨੂੰ ਲੱਭਦੇ ਫਿਰੋ। ਮੈਂ ਇਹ ਤਾਂ ਬੜਾ ਔਖਾ ਕੰਮ ਹੈ। ਏਦਾਂ ਤਾਂ ਮੈਂ ਕੋਈ ਮਕੈਨਿਜ਼ਮ ਨਹੀਂ ਹੈਗਾ। ਮੈਂ ਤੁਸੀਂ ਦੇਖ ਸਕਦੇ ਜੋ ਇਹਨਾਂ ਨੇਤਰਾਂ ਦੇ ਨਾਲ ਮੈਂ ਸੂਖਮ ਸਰੀਰ ਦਾ ਕੋਈ ਨੇਤਰ ਨਹੀਂ ਹੁੰਦੇ ਨਿਜਰ ਸਾਹਿਬ। ਇਹ ਲੋਕ ਉਹਨੂੰ ਓਦਾਂ ਹੀ ਬਣਾ ਦਿੰਦੇ ਨੇ ਸਾਡੇ ਵਾਂਗੂ। ਮੈਂ ਇਹ ਜਿਹੜਾ ਜਗਤ ਤੁਹਾਨੂੰ ਦਿਖਾਈ ਦੇ ਰਿਹਾ ਨਾ, ਜਗਤ ਦੇ ਲੋਕ ਵੀ ਤੁਸੀਂ ਦੇਖਣੇ ਆ ਨਾ, ਤੁਹਾਡਾ ਸੂਖਮ ਸਰੀਰ ਨਹੀਂ ਦੇਖ ਸਕਦਾ। ਉਹਨੂੰ ਇਹ ਮਸ਼ੀਨ ਚਾਹੀਦੀ ਹੈ, ਆਹ ਦੀ ਮਸ਼ੀਨ ਜਿਹੜੀ 5 ਤੱਤਾਂ ਦੀ ਬਣੀ ਹੈ ਨਿਜਰ ਸਾਹਿਬ। ਬਿਲਕੁਲ। ਜਿਹੜਾ ਤੁਹਾਨੂੰ ਆ ਭੂਤਾਂ 'ਚ ਵਹਿੰਦਾ ਫਿਰਦੇ ਨਾ, ਜਿਹੜੇ ਭੂਤ ਤੁਰੇ ਫਿਰਦੇ ਤੁਹਾਨੂੰ ਵਹਿੰਦੇ ਫਿਰਦੇ, ਕਬਰਾਂ 'ਚ ਲੱਭਦੇ ਫਿਰਦੇ ਆ, ਬੰਦਿਆਂ ਨੂੰ ਮਾਰਦੇ ਫਿਰਦੇ ਆ, ਮੈਂ ਉਹ ਵੀ ਨਹੀਂ ਵੇਖ ਸਕਦੇ। ਕਿੱਥੋਂ ਵੇਖ ਲੈਣਗੇ? ਉਹਨਾਂ ਕੋਲ ਮਸ਼ੀਨ ਹੀ ਨਹੀਂ ਹੈਗੀ। ਮੈਂ ਤੁਹਾਡੀ ਵੀ ਜੇ ਅੱਖ ਕੰਮ ਕਰਦੀ ਆ ਤਾਂ ਹੀ ਤੂੰ ਵੇਖ ਸਕਦਾ। ਮੈਂ ਤੇਰੀ ਅੱਖ ਬਾਹਰ ਕੱਢਦੀ ਹੈ ਨਾ, ਤੈਨੂੰ ਵੀ ਨਹੀਂ ਕੁਝ ਦਿਖਣਾ ਭਾਵੇਂ ਤੇਰੇ ਕੋਲ ਸਰੀਰ ਹੈਗਾ, ਕਿਉਂਕਿ ਉਹ ਮਸ਼ੀਨ ਨਹੀਂ ਹੈਗੀ ਤੇਰੇ ਕੋਲ। ਇਹ ਜਿਹੜਾ ਜਗਤ ਆ, ਇਹ ਲੋਕ ਤੁਹਾਨੂੰ ਗੱਪਾਂ ਮਾਰੀ ਜਾਂਦੇ ਨੇ। ਸਾਧ ਸੰਗਤ ਜੀ ਪਲੀਜ਼ ਵਿਚਾਰ ਕਰੋ। ਤੁਸੀਂ 83 ਸਰੀਰ ਜੋ ਇਹਨਾਂ ਦੀਆਂ ਗੱਲਾਂ ਕਾਹਨੂੰ ਸੁਣਦੇ ਜੇ? ਇਹ ਗਪੌੜੀ ਲੋਕ ਨੇ, ਝੂਠ ਮਾਰੀ ਜਾਂਦੇ ਤੁਹਾਨੂੰ ਕਿ ਉਹ ਸਰੀਰ ਚੋਂ ਬਾਹਰ ਆ ਜਾਂਦਾ ਹੈ ਬੰਦਾ ਜੀ ਸਾਡਾ ਬਾਬਾ ਜੀ। ਹੁਣ ਆ ਪਤਾ ਨਹੀਂ, ਮੈਨੂੰ ਲੱਗਦਾ ਰਾਧਾ ਸਵਾਮੀਆਂ ਦੀਆਂ ਗੱਲਾਂ ਬਾਤਾਂ ਹੈਗੀਆਂ ਨੇ। ਉਹ ਜੀ ਸਾਡਾ ਬਾਬਾ ਉੱਥੇ ਬੈਠਾ ਜੀ, ਫਿਰ ਕੀ ਹੋਇਆ? ਉਹ ਜੀ ਉੱਥੇ ਉਹਨਾਂ ਕਿਹਾ ਜੀ ਇੱਥੇ ਡਿਊਟੀ ਕਰੋ ਆ ਕੇ। ਤੇ ਬਾਬਾ ਜੀ ਦੇ ਸਮਾਧੀ ਲੀਨ ਹੋਏ। ਬੰਦਾ ਪੁੱਛੇ ਬਾਬੇ ਨੂੰ ਫਰਜ਼ ਨਹੀਂ ਬਣਦਾ ਕਿ ਪਹਿਲਾਂ ਡਿਊਟੀ ਕਰੇ ਜਾ ਕੇ ਆਪਣੀ ਉੱਥੇ ਤੇ ਸਮਾਧੀ ਕੀ ਕਹਿੰਦੀ ਹੈ ਕਿ ਤੂੰ ਉੱਥੇ ਕੰਮ ਤੇ ਨਹੀਂ ਜਾਣਾ। ਅੱਛਾ, ਉਸ ਤੋਂ ਬਾਅਦ ਫਿਰ ਕਹਿੰਦੇ ਕਿ ਉੱਥੇ ਜੀ ਉੱਥੇ ਬਾਬਾ ਜੀ ਦਾ ਦੂਜਾ ਰੂਪ ਉੱਥੇ ਪਹੁੰਚ ਗਏ ਨੇ ਜੀ ਸਾਹਿਬ। ਠੀਕ ਹੈ ਜੀ, ਪਹੁੰਚ ਗਿਆ। ਫਿਰ ਕਹਿੰਦੇ ਇੱਕ ਦਿਨ ਜੀ ਬਾਬਾ ਜੀ ਨੂੰ ਮਜਬੂਰ ਕਰਤਾ ਜੀ ਤੂੰ ਮੀਟ ਖਾ। ਮੈਂ ਬੰਦਾ ਪੁੱਛਿਆ, ਮੈਂ ਏਦਾਂ ਆਰਮੀ 'ਚ ਮਜਬੂਰ ਥੋੜੀ ਕਿਸੇ ਨੂੰ ਕਰਦਾ ਕਿ ਜ਼ਬਰਦਸਤੀ ਮੀਟ ਖਾ। ਉਹ ਤੇ ਲੋਕਾਂ ਦੀ ਮਰਜ਼ੀ ਹੈ। ਕੰਟੀਨ 'ਚ ਉਹ ਸਾਰੇ ਕਿਸਮ ਦੇ ਭੋਜਨ ਬਣੇ ਨੇ, ਜਿੰਨੇ ਜੋ ਖਾਣਾ ਖਾ ਲਓ, ਨਹੀਂ ਖਾਣਾ ਤੇ ਨਾ ਖਾਓ। ਅੱਛਾ ਜੀ, ਉਹਨੇ ਜ਼ਬਰਦਸਤੀ ਕੀਤਾ ਖਾਣ ਵਾਸਤੇ, ਬਾਬਾ ਜੀ ਨੂੰ ਕਿਹਾ। ਫਿਰ ਉਹ ਬੰਦੇ ਦੀ ਲੱਤ ਟੁੱਟ ਗਈ। ਲਓ ਜੀ, ਏਦਾਂ ਦੀਆਂ ਲੋਕਾਂ ਨੂੰ ਗੱਲਾਂ ਸੁਣਾਉਂਦੇ ਨੇ। ਪਲੀਜ਼ ਸੰਗਤ ਜੀ ਆਪ ਦੇਖੋ, ਗੁਰਬਾਣੀ ਕਿਤੇ ਏਦਾਂ ਦੀ ਕੋਈ ਲੈਣ ਹੀ ਨਹੀਂ ਆਉਂਦੀ। ਨਿਜਰ ਸਾਹਿਬ ਕਿਤੇ ਲਿਖਿਆ ਇਹਨਾਂ ਨੇ ਕਿ ਉੱਥੇ ਉਹ ਬਾਬਾ ਜੀ ਨੂੰ ਜ਼ਬਰਦਸਤੀ ਕਰਤਾ ਤੇ ਦੂਜੇ ਬੰਦੇ ਦੀ ਲੱਤ ਤੋੜਤੀ ਬਾਬਾ ਜੀ ਨੇ। ਹਾਂ, ਉਹ ਜਿਹੜੀਆਂ ਕਈ ਮਿਥਿਹਾਸ ਕਥਾਵਾਂ ਲੋਕਾਂ ਨੇ ਜੋੜੀਆਂ ਨੇ, ਉਹ ਕੇਵਲ ਲੋਕੀ ਸ਼ਰਾਰਤੀ ਨੇ। ਉਹ ਕਹਿ ਦੇਣਗੇ ਗੁਰਬਾਣੀ 'ਚ ਏਦਾਂ ਦੀ ਕੋਈ ਤੁਕ ਨਹੀਂ ਹੈਗੀ। ਹਾਂਜੀ, ਉਹ ਕਹਿ ਦੇਣਗੇ ਇਸ ਤੋਂ ਇਸ ਤਰ੍ਹਾਂ ਵੀ ਜੋੜ ਲੈਣਗੇ ਬਈ ਚਲ ਉਹ ਮੀਟ ਜਿਹੜਾ ਹੈਗਾ ਉਹ ਤਾਂ ਜੀ ਕੜਾਹ ਪ੍ਰਸ਼ਾਦ ਬਣ ਗਿਆ, ਬਾਬਾ ਜੀ ਨੇ ਆਰਾਮ ਨਾਲ ਖਾ ਲਿਆ। ਉਹ ਜਿਹੜਾ ਬਾਬਾ ਇੱਥੇ ਆਇਆ ਸੀ, ਜਿਹਦੀ ਵੀਡੀਓ ਪਾਈ ਸੀ ਦੁਬਈ ਦੇ ਵਿੱਚ, ਉਹ ਮੈਨੂੰ ਕਿਹਾ, ਮੈਂ ਬਾਬਾ ਜੀ ਨੇ ਮੈਨੂੰ ਫੋਨ ਵੀ ਕੀਤਾ ਵਿਚਾਰੇ ਨੂੰ। ਮੈਂ ਬਾਬਾ ਜੀ ਪਤਾ ਕੀ ਆ, ਤੁਸੀਂ ਕਿਤੇ ਨਾ ਭਰਮ 'ਚ ਪੈ ਗਏ ਜੋ। ਮੈਂ ਬਾਬਾ ਜੀ ਤੁਸੀਂ 5-6 ਦਿਨ ਨਹੀਂ ਰੋਟੀ ਖਾਧੀ ਨਾ, ਤੁਹਾਨੂੰ ਕਲਪਨਿਕ ਥਾਲੀ ਦਿਖਾਈ ਦੇਣੀ ਆ ਕਿ ਬ੍ਰਹਮ ਲੋਕ ਤੋਂ ਥਾਲੀ ਆ ਰਹੀ ਹੈ। ਕਿਉਂਕਿ ਮਨ 'ਚ ਵਿਚਾਰ ਕੀਤਾ ਖਾਣੇ ਦਾ, ਤੇ ਖਾਣੇ ਦੇ ਸੁਪਨੇ ਆਉਣੇ ਤੈਨੂੰ। ਮੈਂ ਜੇ ਤੁਸੀਂ ਸੋਚਦੇ ਜੋ ਕਿ ਤੁਸੀਂ ਉੱਥੇ ਸ਼ਕਤੀ ਮਾਰਤੀ, ਤੁਹਾਡੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਥਾਲੀ ਭੇਜਤੀ, ਤੇ ਮੈਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜਿਹੜਾ ਸ਼ੇਖ ਸੀ ਉਹਦਾ ਮਨ ਕਿਉਂ ਨਹੀਂ ਬਦਲ ਦਿੱਤਾ? ਉਹਨੇ ਤੁਹਾਨੂੰ ਨੌਕਰੀਆਂ ਤੋਂ ਕਿਉਂ ਕੱਢ ਦਿੱਤਾ? ਨਿਜਰ ਸਾਹਿਬ ਇਹ ਆਪ ਸੋਚੋ ਨਾ। ਮੈਂ ਤੁਸੀਂ ਕਹਿੰਦੇ ਕਿ ਇੰਨੇ ਬੰਦੇ ਨੂੰ ਨੌਕਰੀਆਂ ਤੋਂ ਕੱਢਤਾ, ਘਰ ਭੇਜਤਾ ਤੇ ਸਾਡੇ ਲਈ ਖਾਣਾ ਆਉਂਦਾ ਸੀ। ਮੈਂ ਇਹਦੀ ਜਗ੍ਹਾ ਤਾਂ ਮੈਂ ਮੰਨਦਾ ਕਿ ਉਸ ਬੰਦੇ ਦਾ ਮਨ ਬਦਲ ਜਾਂਦਾ।
ਤੋ ਇਦਾਂ ਦੇ ਲੋਕੀ ਕਲਪਨਾ 'ਚ ਬੈਠੇ ਨੇ। ਉਹ ਇੱਥੇ ਆਇਆ, ਉਹਨੇ ਇਦਾਂ ਦੀਆਂ ਗੱਲਾਂ ਸੁਣਾਈਆਂ, ਉਹਨਾਂ ਕੋਲ ਲੋਕ ਆਉਣ ਡੈ ਪੈਣੇ ਆ। ਨੈਚੁਰਲੀ ਆ ਕਿ ਉਹ ਹੁਣ ਜਿਹੜੀਆਂ ਗੱਲਾਂ ਸੁਣਾਊਗਾ, ਹੁਣ ਇੱਥੇ ਇੱਕ ਚੰਗਾ ਭਲਾ ਬਾਬਾ ਵਾ, ਉਹਨੂੰ ਸਤਿਗੁਰੂ ਕਹਿੰਦੇ ਨੇ, ਤੇ ਇੱਕ ਆਪਣੇ ਗਰੁੱਪ 'ਚ ਹੀ ਸੀ, ਕਹਿੰਦੇ ਬਾਬਾ ਜੀ ਦੀ ਪੂਰੀ ਗੱਲ ਹੈ, ਤੁਸੀਂ ਉਹਨਾਂ ਦੀ ਕਥਾ ਸੁਣੋ। ਚਲੋ ਮੈਂ ਸੁਣਾਉ ਉਹਨਾਂ ਦੀ ਕਥਾ, ਹਨਾ। ਕਥਾ ਸੁਣੀ। ਉਹ ਬਾਬਾ ਜੀ ਕਹਿੰਦੇ ਆ ਕਿ ਮੈਂ ਬ੍ਰਹਮ ਲੋਕ 'ਚ ਪਤਾ ਨਹੀਂ ਕਿੱਥੇ ਹੋ ਗਿਆ, ਪਰਮੇਸ਼ਰ ਦੇ ਦਰਬਾਰ 'ਚ ਹੋ ਗਿਆ। ਮੈਂ ਵਿਆਹ ਬਈ ਵਾਹ, ਮੈਂ ਸਾਡੀ ਬਾਣੀ 'ਚ ਤੇ ਇੱਕ ਤੁਕ ਨਹੀਂ ਲਿਖੀ, ਇੱਥੇ ਪਤਾ ਨਹੀਂ ਕਿੰਨੇ ਕੁ ਬ੍ਰਹਮ ਗਿਆਨੀ ਬੈਠੇ ਆ। ਤੇ ਮਤਲਬ ਲੋਕੀ ਉਹ ਗੱਲਾਂ ਤੇ ਵਿਸ਼ਵਾਸ ਕਰਦੇ ਆ। ਹੁਣ ਲੋਕੀ ਕੀ ਚਾਹੁੰਦੇ ਆ ਕਿ ਸ਼ਕਤੀ ਮਾਰੀ ਜਾਵੇ, ਜਿਹੜਾ ਪਾਣੀ ਆ ਉਹ ਦੁੱਧ ਬਣ ਜੇ, ਬਿਮਾਰ ਮੱਝ ਉੱਠ ਜਾਵੇ। ਨਿੱਜਰ ਸਾਹਿਬ ਇਹ ਦੇਖੋ, ਇਹ ਲੋਕ ਇਹ ਚਮਤਕਾਰਾਂ 'ਚ ਲੋਕ ਬਹੁਤ ਬਿਲੀਵ ਕਰਦੇ ਆ, ਪਰ ਬਾਣੀ 'ਚ ਕੋਈ ਚਮਤਕਾਰ ਦੀ ਗੱਲ ਨਹੀਂ ਜੇ ਕੀਤੀ। ਆਪ ਪਲੀਜ਼ ਜੇ ਹੈਗੀ ਹੈ ਤੇ ਮੈਨੂੰ ਤੁਕ ਸੁਣਾ ਦਿਓ। ਉੱਥੇ ਕੇਵਲ ਸਾਦੀਆਂ ਗੱਲਾਂ ਕੀਤੀਆਂ ਨੇ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਬਾਣੀ ਕਹਿੰਦੀ ਆ ਕਿ ਐਵੇਂ ਆਪਣਾ ਨਾ ਇਹਨਾਂ ਚਮਤਕਾਰਾਂ 'ਚ ਕਿਉਂ ਪਰੇਸ਼ਾਨ ਹੋ ਰਿਹਾ। ਉਹ ਕਹਿੰਦੇ ਜੀ ਧੁੱਪ ਸੀ, ਉੱਥੇ ਛਾਂ ਕਰਤੀ, ਉੱਥੇ ਜੀ ਪਾਣੀ ਦਾ ਮਾਰਿਆ, ਬਾਬਾ ਜੀ ਨੇ ਆਸ਼ੀਰਵਾਦ ਦਿੱਤਾ, ਥੱਲੇ ਧਰਤੀ 'ਚੋਂ ਪਾਣੀ ਨਿਕਲਿਆ। ਉਹ ਬੰਦਾ ਪੁੱਛੇ, ਹੁਣ ਤੇ ਵੇਖੋ ਟੈਕਨੀਕ ਆ, ਹੁਣ ਮਾੜਾ ਜਿਹਾ ਬੰਦਾ ਮੋਟਰ ਲਾ ਕੇ ਪਾਣੀ ਬਾਹਰ ਕੱਢ ਲੈਂਦਾ। ਨਿੱਜਰ ਸਾਹਿਬ ਉਹ ਵੀ ਇੱਥੇ ਬ੍ਰਹਮ ਗਿਆਨੀ ਆ, ਫਿਰ ਉਹ ਕਿਹੜਾ ਘੱਟ ਆ, ਹਨਾ। ਆ ਪਲੀਜ਼ ਅੰਡਰਸਟੈਂਡ ਕਰੋ ਸਾਧ ਸਿੰਘ ਜੀ, ਮੈਂ ਗੱਲ ਗਲਤ ਨਹੀਂ ਕਹਿਣ ਦਿਆ। ਇੱਕ ਬੰਦਾ ਵਾ ਮਾੜਾ ਜਿਹਾ, ਮੈਂ ਤੁਹਾਨੂੰ ਬੋਰ ਵਾਲਾ ਇੱਥੇ ਆਮ ਲਿਆਵਾਂ, ਉਹ ਨਲਕਾ ਲਾ ਦਿੰਦਾ, ਉਹ ਵੀ ਬ੍ਰਹਮ ਗਿਆਨੀ ਆ। ਫਿਰ ਉਹਨੇ ਉਹ ਵੀ ਤਾਂ ਸ਼ਕਤੀ ਮਾਰਨ ਦਿਆ ਵਾ। ਬਿਲਕੁਲ, ਉਹ ਵੀ ਤਾਂ ਪਾਣੀ ਕੱਢ ਰਿਹਾ ਸ਼ਕਤੀ ਦੇ ਨਾਲ। ਉਹਨੂੰ 2,500 ਰੁਪਇਆ ਦੋ ਤੇ ਥੋੜਾ ਜਿਹਾ ਸਮਾਨ ਲੈ ਕੇ ਦੇ ਤੋ, ਬ੍ਰਹਮ ਗਿਆਨੀ ਆ, ਉਹਨੇ ਤੁਹਾਡਾ ਪਾਣੀ ਕੱਢ ਦੇਣਾ ਵਾ। ਹੁਣ ਤੁਸੀਂ ਉਹ ਜਿਹੜਾ ਬਾਬਾ ਕਹਿਣ ਦਿਆ ਸੀ ਕਿ ਥਾਲ ਆਉਂਦਾ ਸੀ ਰੋਟੀ ਦਾ, ਠੀਕ ਆ, ਉਤੋਂ ਆ ਗਿਆ ਸੀ। ਮੈਂ ਕਹਿੰਦਾ 50-60 ਰੁਪਏ ਦੇ, ਇੱਥੇ ਜਾ ਕੇ ਅੰਮ੍ਰਿਤਸਰ 150-200 ਦੀ ਥਾਲੀ ਮਿਲਦੀ ਹੈ, ਵਿੱਚ 4-5 ਸਬਜ਼ੀਆਂ ਹੁੰਦੀਆਂ ਵਾ, ਤੇ ਉਹ ਵੀ ਬ੍ਰਹਮ ਗਿਆਨੀ ਆ। ਫਿਰ ਉਹਨੇ ਵੀ ਸ਼ਕਤੀ ਮਾਰ ਕੇ ਤੇਰੇ ਸਾਹਮਣੇ ਖਾਣਾ ਲਿਆਤਾ, ਤੈਨੂੰ ਪੈਸੇ ਦੇਣ ਦੀ ਲੋੜ ਆ। ਸੋ ਕਈਆਂ ਲੋਕਾਂ ਨੇ ਮੋਸਟਲੀ ਜਿਹੜੀ ਕਲਪਨਾ ਕੀਤੀ ਹੁੰਦੀਆਂ ਨੇ ਸਾਧ ਸੰਗਤ ਜੀ, ਉਹ ਕੇਵਲ ਪਦਾਰਥਾਂ ਦੀਆਂ ਕੀਤੀਆਂ ਹੁੰਦੀਆਂ, ਖਾਣ ਪੀਣ ਦੀਆਂ ਚੀਜ਼ਾਂ, ਸੁੱਖ ਮਿਲ ਗਏ, ਕਿਸੇ ਨੂੰ ਕੱਪੜਾ ਮਿਲ ਗਿਆ, ਕਿਸੇ ਨੂੰ ਮਤਲਬ ਪਦਾਰਥ, ਮੋਸਟਲੀ ਪਦਾਰਥਾਂ ਦੇ ਪ੍ਰਤੀ ਲੋਕ ਨਾ ਸ਼ੁਰੂ ਤੋਂ ਹੀ। ਹੁਣ ਤੁਸੀਂ ਵੇਖੋ ਜਿਹੜੇ ਕਈ ਲਿਖੇ ਨੇ ਸਵਰਗ ਦੇ ਵਿੱਚ, ਉੱਥੇ ਕਹਿੰਦੇ ਕੀ ਹੈਗਾ, ਉੱਥੇ ਕਹਿੰਦੇ ਏਦਾਂ ਦਾ ਰੁੱਖ ਹੈਗਾ, ਤੁਸੀਂ ਬਸ ਇੱਛਾ ਕਰਨੀ ਹੈ, ਮੈਂ ਕਿਹੜਾ ਖਾਣਾ ਖਾਣਾ ਹੈ, ਉਹੀ ਥਾਲੀ ਤੁਹਾਡੇ ਸਾਹਮਣੇ। ਨਿੱਜਰ ਸਾਹਿਬ ਕਲਪ ਬ੍ਰਿਕਸ਼ ਮੋਸਟਲੀ ਦੇਖੋ ਏਦਾਂ ਦੀਆਂ। ਵੇਖੋ ਆਪਣੀ ਹਿੰਦੂ ਦੇ ਵਿੱਚ ਧਰਮਾਂ 'ਚ ਵੇਖੋ ਕਿੰਨੀਆਂ ਕਥਾਵਾਂ ਨੇ, ਔਰ ਚ ਜੀ ਉਹ ਇੱਛਾ ਕਰਦਾ ਹੈ, ਇੱਛਾ ਦੀ ਉਹ ਪੂਰਤੀ ਹੋ ਜਾਂਦੀ ਹੈ। ਪੂਰਤੀ ਕੀ ਹੁੰਦੀ ਹੈ ਜੀ? ਪਦਾਰਥ ਬਦੂਲ ਤੁਹਾਨੂੰ ਮਿਲ ਜਾਣਗੇ, ਕਿਸੇ ਨੂੰ ਪਰੀ ਮਿਲ ਗਈ, ਕਿਸੇ ਨੂੰ ਮਹਿਲ ਮਿਲ ਗਿਆ, ਕਿਸੇ ਨੂੰ ਕੋਈ ਰਾਜ ਮਿਲ ਗਿਆ, ਭਾਗ ਮਿਲ ਗਿਆ, ਏਦਾਂ ਦੀ ਕਲਪਨਾ। ਸੋ ਪਲੀਜ਼ ਆਪ ਅੰਡਰਸਟੈਂਡ ਕਰੋ, ਬਾਣੀ ਕਹਿੰਦੀ ਆ ਤੁਸੀਂ ਆਪਣੀ ਬੁੱਧੀ ਦਾ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪਰਮਜੀਤ ਜੀ, ਤੁਸੀਂ ਕਹਿਣਾ ਸੀ ਕੁਛ? ਹਾਂਜੀ ਹਾਂਜੀ ਵੀਰ ਜੀ, ਬੋਲੋ। ਵੀਰ ਜੀ ਮੈਂ ਇਹ ਕਹਿਣਾ ਸੀ ਤੁਹਾਨੂੰ ਵੀ ਤੁਸੀਂ ਤਾਂ ਸਮਾਧੀ ਦੇ ਬਾਰੇ ਚ ਬਹੁਤ ਵਿਚਾਰ ਦਿੰਦੇ ਹੋ ਸਾਨੂੰ, ਤੁਹਾਨੂੰ ਸਮਾਧੀ ਦੇ ਬਾਰੇ ਚ ਬਹੁਤ ਨੌਲੇਜ ਹੈ। ਤੇ ਮੈਂ ਸੁਣਿਆ ਵੀ ਸਮਾਧੀ 4 ਤਰ੍ਹਾਂ ਦੀ ਹੁੰਦੀ ਹੈ, 4 ਮੈਂ ਤਾਂ ਕਹਿੰਦਾ ਸਮਾਧੀ ਦੇ ਨਾਮ ਦਿੱਤੇ ਗਏ ਆ। ਸਮਾਧੀ ਭਾਵੇਂ 100 ਕਿਸਮ ਦੀ ਹੋਵੇ, ਜਿਹੜੀ ਆਖਰੀ ਸਮਾਧੀ ਹੈ ਨਾ, ਉਹ ਤੁਹਾਡੀ ਉਹਦੇ ਵਿੱਚ ਤੁਸੀਂ ਜਦੋਂ ਬ੍ਰਹਮ ਦੇ ਵਿੱਚ ਸਮਾ ਜਾਂਦੇ, ਠੀਕ ਹੈ। ਹਾਂਜੀ ਹਾਂਜੀ। ਜਿਹੜੀਆਂ ਸਮਾਧੀਆਂ ਜਿਹੜੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਕਹਿੰਦੇ ਜੋ ਨਾ, ਇਹ ਦੱਸੋ ਕਿਹੜੀ ਕਿਹੜੀ ਸਮਾਧੀ ਦੀ ਗੱਲ ਕਰਦੇ ਹੋ ਤੁਸੀਂ? ਵੀਰ ਜੀ ਮੈਨੂੰ ਨਾ 2 ਨਾਮ ਯਾਦ ਆਉਂਦੇ ਪਏ, ਮੈਨੂੰ 2 ਨਹੀਂ ਨਾਮ ਯਾਦ ਆ ਰਹੇ, ਕਿਉਂਕਿ ਮੈਂ ਸਤਸੰਗ ਤੇ ਜਾਣਾ ਛੱਡਤਾ ਤੇ ਉਹ ਰਿਪੀਟ ਕਰਦੇ ਰਹਿੰਦੇ ਸੀ ਕਿ ਇੱਕ ਤਾਂ ਸੁੰਨ ਸਮਾਧੀ ਹੁੰਦੀ ਹੈ, ਇੱਕ ਨਿਰਕਲਪ ਸਮਾਧੀ ਹੁੰਦੀ ਹੈ, ਇੱਕ ਚੱਲਦੇ ਫਿਰਦੇ ਵੀ ਸਮਾਧੀ ਹੁੰਦੀ ਹੈ। ਮਤਲਬ ਜਿਹੜਾ ਬੰਦਾ ਤੁਰਦਾ ਫਿਰਦਾ ਵੀ ਰਹਿੰਦਾ ਤੇ ਸੁੰਨ ਵਿੱਚ ਰਹਿੰਦਾ, ਸਮਾਧ ਵਿੱਚ ਰਹਿੰਦਾ, ਜੁੜਿਆ ਰਹਿੰਦਾ ਪਰਮਾਤਮਾ ਦੇ ਨਾਲ ਅੰਦਰੋਂ ਅੰਦਰੀ। ਇੱਕ ਹੁੰਦੀ ਹੈ ਜਿਹੜੀ ਬੰਦਾ ਸਦਾ ਲਈ ਸਮਾਧੀ ਲੈ ਲੈਂਦਾ ਔਰ ਉਹਦੀ ਮਰਜ਼ੀ ਹੈ, ਉਹ ਆਪਣੀ ਮਰਜ਼ੀ ਨਾਲ ਆ ਸਕਦਾ ਹੈ, ਮਰਜ਼ੀ ਨਾਲ ਜਾ ਸਕਦਾ ਹੈ, ਜਿੰਨਾ ਚਿਰ ਉਹਦਾ ਮਨ ਕਰੇ ਉਹ ਸਮਾਧੀ ਲੈ ਸਕਦਾ ਹੈ। ਉਹਦੀ ਅੰਤਰ ਆਤਮਾ ਕਹਿ ਲੋ, ਉਹਦੀ ਸ਼ਕਤੀ ਕਹਿ ਲੋ, ਉਹਦੀ ਭਗਤੀ ਕਹਿ ਲੋ, ਕਿਉਂਕਿ ਉਹਦੀ ਜੁਗਾ ਜਗ੍ਹਾ ਦੀ ਭਗਤੀ ਵੀ ਹੋ ਸਕਦੀ ਹੈ। ਹੋ ਸਕਦਾ ਉਹਨੇ ਇਸ ਸਮਿਆਂ ਦੇ ਵਿੱਚ 12 ਸਾਲ 10 ਸਾਲ ਭਗਤੀ ਪ੍ਰਾਣੀ ਕੀਤੀ ਹੋਵੇ, ਉਮਰ ਦੇ ਹਿਸਾਬ ਨਾਲ ਕੋਈ 70-80 ਸਾਲ ਦਾ ਬੰਦਾ ਹੈ ਤੇ ਉਹਨੇ ਭਗਤੀ ਕਰਨ ਤੋਂ ਬਾਅਦ ਹੋ ਸਕਦਾ ਸੁੰਨ ਵਿੱਚ ਚਲੇ ਗਏ ਹੋਣ। ਤੇ ਵੀਰ ਜੀ ਇੱਕ ਗੱਲ ਲਾਸਟ ਹੋਰ ਹੈ ਵੀ ਬੰਦਾ ਚਲੋ 100 ਭੇਡ ਪਗਲ ਹੋ ਸਕਦੀ ਹੈ, 100 ਇੱਕ ਦੇ ਮਗਰ 100 ਡਿੱਗ ਸਕਦੀ ਹੈ, ਲੇਕਿਨ ਕਰੋੜਾਂ ਦੁਨੀਆ ਨਹੀਂ ਡਿੱਗ ਸਕਦੀ। 1 ਕਰੋੜ ਨਹੀਂ ਕਰੋੜ ਦੀ ਨਹੀਂ ਉਹ ਨਹੀਂ ਹੁੰਦਾ, ਏਦਾਂ ਭੀੜ ਦਾ ਨਹੀਂ ਵਿਸ਼ਾ ਹੈਗਾ। ਬਾਣੀ ਕਹਿੰਦੀ ਪੂਰਾ ਦੇ ਪੂਰ ਡੁੱਬਦੇ,
ਠੀਕ ਹੈ। ਨਹੀਂ ਆਪਾਂ ਕਈ ਵਾਰੀ ਕਹਿ ਦਿੰਦੇ ਆ ਨਾ ਵੀ ਇੱਕ ਨਹੀਂ ਏਦਾਂ ਨਹੀਂ ਹੁੰਦਾ। ਹਮੇਸ਼ਾ ਹੀ ਬਾਣੀ ਦੇ ਵਿੱਚ ਕਿਤੇ ਨਹੀਂ ਕਿਹਾ ਕਿ ਕਰੋੜ ਬੰਦੇ ਤੁਹਾਡੇ ਸਹੀ ਹੈ, ਕਿਤੇ ਵੀ ਨਹੀਂ ਕਿਹਾ ਕਿ ਤੁਸੀਂ 5 ਲੱਖ 20 ਲੱਖ ਬੰਦੇ ਹੋ ਜਾਓਗੇ ਤੇ ਤੁਸੀਂ ਸਹੀ ਹੋ ਜਾਓਗੇ। ਆਪ ਕੀ ਸੋਚਦੇ ਜੋ ਤੁਸੀਂ ਇਹ ਚੀਜ਼ ਨੂੰ ਮੰਨਦੇ ਜੋ ਕਿ ਲੱਖ ਬੰਦਾ ਇੱਕ ਸਾਈਡ ਤੇ ਖਲੋਤਾ ਹੋਵੇ ਤੇ ਉਹ ਕਵੇ ਕਿ ਮੈਂ ਸਹੀ ਹਾਂ, ਤੇ ਭੀੜ ਤੇ ਤੁਹਾਨੂੰ ਪਤਾ ਭੀੜ ਤੇ ਕਿਤੇ ਵੀ ਨਹੀਂ ਸਹੀ ਹੋਈ। ਭੀੜ ਕਿੱਥੇ ਸਹੀ ਹੈ? ਨਾ ਭੀੜ ਮੈਂ ਬਿਲਕੁਲ ਸਹਿਮਤ ਨਹੀਂ ਆਪ ਸਮਝਦੇ ਜੋ। ਮੈਨੂੰ ਇੱਕ ਦੱਸੋ, ਕਿਤੇ ਸਿਆਣਿਆਂ ਮਨੁੱਖਾਂ ਦੀਆਂ ਭੀੜਾਂ ਵੇਖੀਆਂ ਤੁਸੀਂ? ਹੁਣ ਤੁਹਾਡੇ ਖਾਨਦਾਨ ਚ ਨਹੀਂ ਤੇ ਫਿਰ ਇੰਨੀ ਭੀੜ ਕਿੱਥੋਂ ਆਈ? ਇਹ ਭੀੜ ਦਾ ਮਤਲਬ ਕਿ ਭੀੜ ਤਾਂ ਸਿੰਗਰ ਦੇ ਮਗਰ ਵੀ ਹੈ ਵੀਰ ਜੀ, ਭੀੜ ਤਾਂ ਸਿੰਗਰਾਂ ਦੇ ਮਗਰ ਵੀ ਹੈ। ਭੀੜ ਤਾਂ ਹੁਣ ਦੇਖੋ ਸਿੱਧੂ ਮਰਿਆ ਤੇ ਉਹਦੇ ਮਗਰ ਵੀ ਕਰੋੜ ਦੇ ਹਿਸਾਬ ਨਾਲ ਗਿਣਤੀ ਚ ਹੋ ਗਏ ਹੋਣੇ। ਭੀੜ ਤਾਂ ਹਰ ਭੀੜ ਵਿੱਚ ਸਿਆਣੇ ਹੀ ਹੋਣਗੇ ਸਾਰੇ। ਨਹੀਂ ਸਿਆਣੇ ਨਹੀਂ ਮੈਂ ਕਹਿਣ ਦਿਆ, ਪਰ ਮੈਂ ਇਹ ਗੱਲ ਕਰਦਾ ਕਿ ਤੁਸੀਂ ਭੀੜ ਦੀ ਗੱਲ ਕਰਦੇ ਜੋ। ਮੈਂ ਤੁਹਾਨੂੰ ਕਹਿਣ ਦਿਆ ਕਿ ਤੁਸੀਂ ਇੱਕ ਮੈਨੂੰ ਸਵਾਲ ਕੀਤਾ ਕਿ ਵੀਰ ਜੀ ਇੰਨੀ ਬੰਦਿਆਂ ਦੀ ਭੀੜ ਹੈ ਤਾਂ ਇਹਨੇ ਗਲਤ ਨਹੀਂ ਹੋ ਸਕਦੇ। ਮੈਂ ਆਪ ਨੂੰ ਇਹ ਕਹਿਣਾ ਚਾਹੁੰਦਾ ਕਿ ਭੀੜ ਕਿਤੇ ਵੀ ਸਿਆਣੀ ਨਹੀਂ ਆ। ਤੁਹਾਨੂੰ ਕਿਹਨੇ ਕਿਹਾ ਭੀੜ ਬਹੁਤ ਸਿਆਣੀ ਹੁੰਦੀ ਹੈ? ਦੇਖੋ ਬਾਣੀ ਪੜੋ, ਬਾਣੀ ਦੇ ਵਿੱਚ ਕਿਤੇ ਬਾਣੀ ਗਲਤ ਹੋ ਜੂ ਵੀਰ ਜੀ। ਕੋਟਨ ਮੇ ਕੋ ਹੈ ਨਾ ਜੀ, ਨਾਰਾਇਣ ਜੇ ਚੀਤ, ਨਾਰਾਇਣ ਜੇ ਚੀਤ, ਫਿਰ ਤਾਂ ਬਾਣੀ ਗਲਤ ਹੋ ਜੂਗੀ। ਤੇ ਭੀੜ ਨੇ ਗੁਰੂ ਅਰਜਨ ਨੂੰ ਨਹੀਂ ਛੱਡਿਆ, ਗੁਰੂ ਅਰਜਨ ਦੇਵ ਜੀ ਨੂੰ ਨਹੀਂ ਛੱਡਿਆ, ਭੀੜ ਨੇ ਕਿਸੇ ਗੁਰੂ ਤੇਗ ਬਹਾਦਰ ਜੀ ਨੂੰ ਨਹੀਂ ਛੱਡਿਆ। ਭੀੜ ਨੇ ਛੱਡਿਆ ਕਿਹਨੂੰ ਹੈ? ਸੱਚ ਨੂੰ ਥੋੜੀ ਛੱਡਦੀ ਹੈ ਭੀੜ। ਮੈਂ ਕਹਿੰਦਾ ਕਿ ਆਪ ਭੀੜ ਦੀ ਗੱਲ ਕਰਦੇ ਜੋ। ਭੀੜ ਵੇਖੋ, ਭੀੜ ਦੀ ਏਡੀ ਖਤਰਨਾਕ ਆ, ਉਹਨੇ ਤੁਹਾਡੀ ਹੋਂਦ ਨੂੰ ਖਤਮ ਕਰ ਦੇਣਾ ਹੈ। ਉਹ ਤੇ ਕਹਿੰਦੀ ਸਾਡੇ ਨਾਲ ਰਲੋ। ਜਦੋਂ ਤੁਸੀਂ ਭੀੜ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਇਹਨਾਂ ਦੇ ਸੱਚ ਦੱਸੇ, ਉਹਨਾਂ ਕਹਿਣਾ ਇਹਨੂੰ ਪੰਥ ਚੋਂ ਛੇਕ ਦੋ, ਕੱਢੋ ਬਾਹਰ। ਇਹ ਨਹੀਂ ਬੰਦਾ ਕਿਸੇ ਕੰਮ ਦਾ, ਕਿਉਂਕਿ ਇਹਨੇ ਸੀਕ੍ਰੇਟ ਲੀਕ ਕਰ ਦਿੱਤੇ ਸਾਡੇ ਸਾਰੇ। ਜਦ ਤੱਕ ਤੁਸੀਂ ਉਹਨਾਂ ਦੀਆਂ ਦਸੀਆਂ ਆਪ ਪਲੀਜ਼ ਪੁੱਛੋ ਇਹਨਾਂ ਕੋਲੋਂ। ਕਿਸੇ ਵੀ ਤੁਸੀਂ ਮਜਹਬ ਚ ਜਾ ਕੇ ਵੇਖੋ, ਉਹਨਾਂ ਨੂੰ ਕੁਐਸਚਨ ਕਰਨਾ ਉਹ ਕਹਿੰਦੇ ਆ ਨਾਟ ਅਲਾਉ। ਤੁਸੀਂ ਸਵਾਲ ਨਹੀਂ ਕਰ ਸਕਦੇ। ਬਾਣੀ ਕਹਿੰਦੀ ਹੈ ਜਦ ਕਿ ਸਵਾਲ ਬੜਾ ਜ਼ਰੂਰੀ ਹੈ, ਕਿਉਂਕਿ ਪਾਂਦੇ ਤੋਂ ਸਵਾਲ ਕੀਤਾ ਸੀ। ਹੁਣ ਕਰੋੜਾਂ ਬੰਦੇ ਵੇਖੋ ਪਾ ਰਹੇ ਨੇ ਜਨੇਊ, ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਨਹੀਂ ਪਾਉਣਾ। ਹਾਂ ਸਵਾਲ ਤੋਂ ਬਗੈਰ ਤਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਉਹ ਪੰਡਿਤ ਕਹਿੰਦੇ ਆ ਜੀ ਇਹ ਤੇ ਕਰੋੜਾਂ ਨੇ ਪਾਇਆ। 100 ਕਰੋੜ ਲੋਕ ਹੁਣ ਬਣ ਗਏ ਨੇ। ਉਹ ਕਹਿੰਦੇ ਇੰਨੇ ਲੋਕਾਂ ਨੇ ਪਾਇਆ, ਨਾਨਕ ਸਾਹਿਬ ਤੁਸੀਂ ਕੋ ਮਨਾ ਕਰਦੇ? ਉਹ ਕਹਿੰਦੇ ਉਹਨਾਂ ਪਾਇਆ ਪਰ ਮੈਂ ਨਹੀਂ ਪਾਉਣਾ। ਆਪ ਜਸਟ ਇਹ ਚੀਜ਼ ਨਾ ਮੰਨੋ। ਇਹ ਭੀੜ ਨੂੰ ਨਾ ਪਲੀਜ਼ ਭੀੜ ਤੁਹਾਨੂੰ ਕਿੱਥੇ ਲੈ ਜਾਊਗੀ ਦੱਸੋ ਮੈਨੂੰ? ਤੁਸੀਂ ਵੇਖੋ ਭੀੜ ਚ ਕਿਤੇ ਤੁਹਾਨੂੰ ਬ੍ਰਹਮ ਗਿਆਨੀ ਮਿਲਿਆ? ਕੋਈ ਕਿੰਨੇ ਕੁ ਬ੍ਰਹਮ ਗਿਆਨੀ ਹੈ? ਜੇ ਮਿਲ ਲਿਆ ਤੇ ਉਹਨੂੰ ਕੋਈ ਇੱਕ ਦਿਨ ਆਵੇ ਕਥਾ, ਉਹਨੂੰ ਕਹੇ ਸਾਡੇ ਇੱਥੇ ਆ ਕੇ ਕੋਈ ਸਵਾਲ ਹੈਗੇ ਆ, ਉਹਨਾਂ ਨੂੰ ਕਹੋਗੇ ਹਰੇ ਸਵਾਲਾਂ ਦੇ ਜਵਾਬ ਦਿਓ ਆ ਕੇ। ਤੁਹਾਨੂੰ ਬੰਦਾ ਹੀ ਨਹੀਂ ਮਿਲਣਾ। ਜੀ ਮੈਂ ਕੀਤਾ ਸੀ ਸਵਾਲ, ਭੈਣਾਂ ਆਈਆਂ ਸੀਗੀਆਂ, ਉਹ 6 ਮਹੀਨੇ ਬਾਅਦ ਮਤਲਬ ਸ਼ਮਾਈ ਸੇਵਾ ਦਸਵੰਧ ਲੈਣ ਆਉਂਦੇ ਆ। ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਮਹਾਰਾਜ ਜੀ ਸਹੀ ਹੋ ਸਕਦੇ, ਭਗਤੀ ਸਹੀ ਹੋ ਸਕਦੀ, ਗਿਆਨ ਸਹੀ ਹੈ, ਕੋਈ ਸ਼ਬਦ ਦਿੱਤਾ ਉਹਨਾਂ ਨੇ ਬਾਹਰੋਂ ਨਹੀਂ ਦਿੱਤਾ, ਲੇਕਿਨ ਸਮਾਧੀ ਤੇ ਥੋੜਾ ਸ਼ੰਕਾ ਜਾ ਰਹੀ ਹੈ। ਉਹ ਕਹਿੰਦੇ ਤੁਹਾਡੀ ਸਾਧਨਾ ਘੱਟ ਹੈ, ਤੁਸੀਂ ਸਾਧਨਾ ਕਰੋ ਔਰ ਆਪਣੇ ਆਪ ਸੁਣਨ ਵਿੱਚ ਜਾ ਕੇ ਇਸ ਚੀਜ਼ ਨੂੰ ਪ੍ਰਤੱਖ ਦੇਖੋਗੇ ਔਰ ਤੁਹਾਨੂੰ ਪ੍ਰਤੱਖ ਮਹਾਰਾਜ ਜੀ ਜਵਾਬ ਦੇਣਗੇ। ਅੰਦਰੋਂ ਕੋਈ ਤੁਹਾਡੀ ਅੰਦਰੋਂ ਸ਼ਕਤੀ ਜਵਾਬ ਦੇਊਗੀ। ਅਗਰ ਤੁਸੀਂ 2.5 ਘੰਟੇ ਲਈ ਜਾ ਸਕਦੇ ਆ ਜਾਂ 2 ਘੰਟੇ ਲਈ ਜਾ ਸਕਦੇ ਆ ਤੇ ਮਹਾਰਾਜ ਜੀ 12 ਸਾਲ ਲਈ ਵੀ ਜਾ ਸਕਦੇ ਆ। ਨਹੀਂ ਮੇਰੀ ਗੱਲ ਸੁਣੋ ਮੇਰੀ। ਨਹੀਂ ਮੇਰੀ ਗੱਲ ਸੁਣੋ ਮੇਰੀ। ਪਰਮਜੀਤ ਜੀ ਤੁਹਾਡੇ ਮੈਂ ਸਵਾਲ ਦਾ ਜਵਾਬ ਦਿੰਦਾ। ਮੈਨੂੰ ਲੱਗਦਾ ਤੁਸੀਂ ਸਾਲ ਤੋਂ ਪਲੱਸ ਸਾਡੇ ਨਾਲ ਜੁੜੇ। 2 ਸਾਲ ਹੋ ਚਲੇ ਵੀਰ ਜੀ। ਜਦੋਂ 2 ਸਾਲ ਹੋ ਗਏ, ਪਰ ਮੈਨੂੰ ਇੰਨੀ ਗਰੰਟੀ ਆ ਕਿ ਤੁਸੀਂ ਘੰਟੇ ਦੀ ਸਮਾਧੀ ਤੁਹਾਨੂੰ ਮਿਲੀ ਵੀ ਆ। ਤੁਹਾਨੂੰ ਕੋਈ ਆਸ਼ੂਤੋਸ਼ ਬਾਬੇ ਜੀ ਦੀ ਉਹ ਤੁਹਾਡੇ ਨਾਲ ਗੱਲਬਾਤ ਹੋਈ ਉੱਥੇ ਜਾ ਕੇ ਜੋ ਤੁਸੀਂ ਨਿਰਵਿਚਾਰ ਸਮਾਧੀ ਜਾਂਦੇ? ਮੈਂ 2.5 ਘੰਟੇ ਸਮਾਧੀ ਚ ਗਈ ਹਾਂ ਵੀਰ ਜੀ, 3 ਵਾਰ ਗਈ ਹਾਂ ਪੂਰੇ 2.5 ਘੰਟੇ। ਮੈਨੂੰ ਚੱਲ ਗਏ ਉਹ ਉੱਥੇ ਬਾਬਾ ਤੁਹਾਨੂੰ ਮਿਲਿਆ ਤੁਹਾਡਾ? ਜੇ ਮੰਨ ਲਓ ਤੁਸੀਂ ਉਹਨਾਂ ਨਾਲ ਜੁੜੇ ਜੋ, ਤੁਸੀਂ ਉਹਨਾਂ ਨੂੰ ਸੱਦਿਆ, ਉੱਥੇ ਆਏ ਹੋ? ਹਾਂਜੀ ਉੱਥੇ ਕੀ ਜਾਂਦੇ ਸੀ, ਉੱਥੇ ਮਿਲਦੇ ਸੀ, ਆਸ਼ੀਰਵਾਦ ਦਿੰਦੇ ਸੀ ਮਹਾਰਾਜ ਜੀ। ਨਹੀਂ ਸਟੇਜ ਨਹੀਂ, ਮੈਂ ਸਟੇਜ ਦੀ ਮੈਂ ਗੱਲ ਕਰਦਾ ਕਿ ਸਮਾਧੀ ਦੇ ਵਿੱਚ ਹੈਲੋ ਸਮਾਧੀ ਤਨ। ਹਾਂ ਅਮਰਪਾਲ ਜੀ। ਹਾਂਜੀ ਗੁਰਕੀ ਸਾਹਿਬ ਵੈਰੀ ਖਾਲਸਾ ਵੈਰ ਜੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਸਤਾਖੀ ਮਾਫ, ਮੈਂ ਬੋਲਣਾ ਨਹੀਂ, ਪਰ ਟੌਪਿਕ ਬੜਾ ਵਧੀਆ ਚੱਲ ਰਿਹਾ ਵਾ। ਦੱਸੋ ਸਰ। ਬੇਨਤੀ ਹੈ ਗੁਰਕੀ ਸਾਹਿਬ, ਚਲੋ ਜਿਹੜੀ ਭੈਣ ਜੀ ਪਰਮਜੀਤ ਦੱਸ ਰਹੀ ਹੈ ਨਾ, ਮੈਂ ਨਿਊਟਰਲ ਹੋ ਕੇ ਗੱਲ ਕਰ ਰਿਹਾ। ਨਿਊਟਰਲ ਜਿਹੜੀ ਉਹ ਗੱਲ ਕਹਿ ਰਹੀ ਹੈ, ਉਹਨਾਂ ਦੀ ਗੱਲ ਤੁਸੀਂ ਪੁੱਛੋ ਕਿ ਤੁਹਾਨੂੰ ਕੀ ਅਨੁਭਵ ਹੋਇਆ। ਮੇਰੀ 2 ਮਿੰਟ ਗੱਲ ਕਰ ਲਿਓ, ਪਲੀਜ਼ ਸੁਣ ਲਿਓ। ਜੋ ਅਨੁਭਵ ਦੱਸਦੇ ਪਹਿਲਾਂ ਸੁਣੋ ਕੀ ਦੱਸਦੇ ਆ। ਦੂਸਰੀ ਗੱਲ,
ਜਿਸ ਤਰ੍ਹਾਂ ਆਪਣੇ ਗਰੁੱਪ ਦੇ ਵਿੱਚ ਹੁਣ ਬੜਿਆਂ ਨੇ, ਬਲ ਸਾਹਿਬ ਨੇ, ਇਹ ਭੈਣ ਜੀ ਨੇ ਵੀ ਗਰੁੱਪ 'ਚ ਬੋਲਿਆ ਕਿ ਮੈਨੂੰ ਗੋਰਖੀ ਸਾਹਿਬ ਨੇ ਸਮਾਧੀ ਲਾਈ ਤੇ ਮੈਨੂੰ ਆਹ ਅਨੁਭਵ ਹੋਇਆ। ਆਪਾਂ ਇਸ ਗੱਲ ਦੀ ਬਹਿਸ ਨਾ ਕਰੀਏ, ਆਪਾਂ ਇਹ ਵੇਖੀਏ ਕਿ ਜਿਹੜੀ ਤੁਸੀਂ ਸਮਾਧੀ ਵਾ ਰਹੇ ਉਹ 'ਚ ਕੀ ਅਨੁਭਵ ਹੋ ਰਿਹਾ ਵਾ, ਤੇ ਜਿਹੜੇ ਬਾਕੀ ਥਾਵਾਂ ਤੋਂ ਲੋਕ ਰਹੇ ਅਨੁਭਵ ਨੂੰ ਵੇਖੀਏ। ਉੱਥੇ ਦੇਖੋ ਜੁੜਨਾ ਤਾਂ ਆਪਣੇ ਨਾਲ ਹੀ, ਸ਼ਬਦ ਗੁਰੂ ਸੁਰਤ ਤੋਂ ਚੇਲਾ, ਉੱਥੇ ਕੋਈ ਬਾਬਾ ਨਹੀਂ ਆਉਣਾ, ਕੁਝ ਨਹੀਂ ਆਉਣਾ, ਆਪਣੇ ਨਾਲ ਹੀ ਜੁੜਨਾ, ਕਿਸੇ ਹੋਰ ਨਾਲ ਜੁੜਨਾ ਵਾ। ਸੋ ਜਨ ਨਿਰਮਲ ਦਿਨ ਆਪ ਕਰਦਾ। ਉਹ ਜੋ ਕਹਿਣਾ ਚਾਹੁੰਦੇ ਉਹਨੂੰ ਉਹਦਾ ਪੂਰਾ ਸੁਣ ਕੇ ਉਹਨਾਂ ਦਾ ਇੱਕ ਭਰਮ ਤੇ ਕੱਢੋ ਵੀ ਉਹਨੂੰ ਭਰਮ ਦੇ ਵਿੱਚ ਕੋਈ ਚੀਜ਼ ਨਜ਼ਰ ਆਈ ਹੈ ਕਿ ਸੱਚ ਆਈ। ਉਹ ਭੈਣ ਜੀ ਦੀ ਪੂਰੀ ਗੱਲ ਸੁਣੋ। ਮੈਂ ਸੁਣੀ ਨਹੀਂ ਉਹ ਮੈਂ ਸੁਣ ਲਈ ਹੈ ਸਾਰੀ ਗੱਲ। ਉਹਨਾਂ ਨੂੰ ਨਾ ਕੁਛ ਉਹਨਾਂ ਦੇ ਇੱਕ ਮਿੰਟ ਬੇਨਤੀ ਪਤਾ ਕੀ ਆ, ਚਲੋ ਜੇ ਤੁਸੀਂ ਉਹਨਾਂ ਦੀ ਗੱਲ ਨੂੰ ਇਗਨੋਰ ਕਰ ਰਹੇ ਨਾ ਵੀ ਇਹ ਠੀਕ ਨਹੀਂ ਹੈਗਾ, ਤੇ ਗੱਲ ਹੈ ਵੀ ਜਿਹੜੀ ਆਪਾਂ ਤੁਹਾਡੇ ਵੱਲੋਂ ਲਵਾਈ ਜਾ ਰਹੀ ਹੈ ਨਾ, ਹੁਣ ਤੁਹਾਡੇ ਵੱਲੋਂ ਪਰਮਜੀਤ ਦੀ ਵੀ ਸਮਾਧੀ ਲੱਗੀ ਆ। ਹੁਣ ਪਰਮਜੀਤ ਨੂੰ ਤੁਸੀਂ ਨਹੀਂ ਲੱਗੀ, ਉਹ ਕੀ ਅਨੁਭਵ ਵੇਖੀ, ਪਰ ਕੀ ਫਰਕ ਹੈ ਦੋਵਾਂ ਦਾ ਪੁੱਛੋ। ਮੇਰੇ ਹਿਸਾਬ ਨਾਲ ਮੈਂ ਤੇ ਉਹ ਪੁੱਛ ਰਿਹਾ ਕਿ ਉਹਦੀ ਸਮਾਧੀ ਮੰਨ ਲਓ ਕਿ ਉਹ ਬਾਬਾ ਜੀ ਕਹਿੰਦੇ, ਤੁਹਾਨੂੰ ਉਹਦੇ ਚੇਲੇ ਵੀ ਕਹਿ ਗਏ ਆ ਕਿ ਘੱਟੋ ਘੱਟ 2 ਘੰਟੇ ਦੀ ਸਮਾਧੀ ਲੱਗਣੀ ਜ਼ਰੂਰੀ ਆ। ਮੈਂ ਤੁਹਾਨੂੰ ਇਹ ਪੁੱਛਣ ਡਿਆ ਕਿ ਤੁਹਾਨੂੰ ਤੇ 2 ਘੰਟੇ ਦੀ ਸਮਾਧੀ ਮਿਲਣੀ ਚਾਹੀਦੀ, ਕਿਉਂਕਿ 2 ਸਾਲ ਤੋਂ ਆਪਾਂ ਨਾਲ ਜੁੜੇ ਜੋ, ਤੇ ਤੁਹਾਨੂੰ ਦੱਸੋ ਕਿ ਉਹ ਉੱਥੇ ਬਾਬਾ ਫਿਰ ਕਿਉਂ ਨਹੀਂ ਦਿਖਿਆ ਜਾਂ ਤੁਹਾਨੂੰ ਕਿਉਂ ਨਹੀਂ ਮਿਲਣ ਆਇਆ? ਗੋਰਖੀ ਸਾਹਿਬ ਮੈਂ ਇਹੀ ਤਾਂ ਕਹਿ ਰਿਹਾ, ਜੇ ਉਹਨਾਂ ਨਹੀਂ ਮਿਲੇ ਜਿਹੜੀ ਤੁਸੀਂ ਲਵਾਈ ਤਾਂ ਤੁਹਾਡੀ ਲਵਾਈ 'ਚ ਕੀ ਅਨੁਭਵ ਹੋਇਆ, ਪੁੱਛੋ ਉਹਨਾਂ ਨੂੰ ਜਰਾ ਹੁਣ ਮਾਈਕ ਤੇ। ਨਹੀਂ ਲੱਗੀ ਤੇ ਸਾਡੀ ਵਾਲੀ ਸਮਾਧੀ ਆ, ਉਹਨਾਂ ਨੂੰ ਤੇ ਏਡੀ ਸਮਾਧੀ ਲੱਗੀ ਨਹੀਂ ਹੋਣੀ। ਪੁੱਛੋ ਨਾ ਉਹਨੂੰ, ਪੁੱਛੋ ਕੀ ਲੱਗੀ ਆ, ਪੁੱਛੋ ਅਸੀਂ ਇੱਕ ਮਿੰਟ ਤੁਹਾਡੇ ਵਾਲੀ 'ਚ ਫਰਕ ਤਾਂ ਪਤਾ ਲੱਗਿਆ ਕਹਾਣੀ ਕਿ ਸੱਚ ਕੀ ਆ। ਸੱਚ ਤਾਂ ਸਾਹਮਣੇ ਆਵੇ ਇੱਕ ਚੀਜ਼ ਨਿੱਤਰ ਕੇ ਪੂਰੀ। ਦੱਸੋ ਜੀ। ਹਾਂਜੀ ਵੀਰ ਜੀ ਮੈਂ ਤਾਂ ਕੁਝ ਨਹੀਂ ਇਹ ਗੱਲ ਤੇ ਜਵਾਬ ਦੇ ਸਕਦੀ। ਮੈਂ ਇਹ ਦੇ ਸਕਦੀ ਹਾਂ ਕਿ ਉਹ ਤੁਹਾਡੇ ਕਹਿਣ ਦੇ ਮੁਤਾਬਕ ਵੀ ਜਿਵੇਂ ਬੰਦਾ ਨਿਰਵਿਚਾਰ ਹੋ ਜਾਂਦਾ, ਉੱਥੇ ਤੇ ਮਤਲਬ ਹੀ ਨਹੀਂ। ਹਾਂ ਠੀਕ ਹੈ, ਨਿਰਵਿਚਾਰ ਗਿਆ ਤੇ ਉਹ ਸਮਾਧੀ ਲੱਗ ਗਈ ਬੰਦੇ ਦੀ ਆਟੋਮੈਟਿਕਲੀ। ਮਤਲਬ ਆਪਾਂ ਸੰਸਾਰ ਦੇ ਵਿੱਚ ਰਹਿੰਦੇ ਆ ਤੇ ਆਪਾਂ ਬਹੁਤ ਹੀ ਮਤਲਬ ਸੰਘਰਸ਼ ਦੇ ਵਿੱਚੋਂ ਨਿਕਲ ਕੇ ਮਤਲਬ ਇਧਰੋਂ ਉਧਰੋਂ, ਤੇ ਜਦੋਂ ਆਪਾਂ ਨੂੰ ਇੱਕ 5-10 ਮਿੰਟ ਲਈ ਕੋਈ ਅੱਛਾ ਗਾਈਡੈਂਸ ਕਰਨ ਵਾਲਾ ਮਿਲ ਗਿਆ, ਗੁਰੂ ਮਿਲ ਗਿਆ, ਜਾਂ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਮਿਲਾਵਾ, ਮਤਲਬ ਪ੍ਰੀਤਮ ਪਿਆਰਾ ਵੀ, ਮਤਲਬ ਕੋਈ ਵੀ ਹੋਵੇ, ਇਹ ਜ਼ਰੂਰੀ ਨਹੀਂ ਹੈ ਕਿ ਕੋਈ ਸਿੱਖ ਹੋਵੇ ਜਾਂ ਹਿੰਦੂ ਹੋਵੇ ਜਾਂ ਮਤਲਬ ਕੋਈ ਬਾਬਾ ਹੋਵੇ ਜਾਂ ਕੋਈ ਸੰਤ ਹੋਵੇ। ਮਤਲਬ ਕਹਿਣ ਦਾ ਕਿ ਕੋਈ ਵੀ ਗਾਈਡੈਂਸ ਅੱਛੀ ਕਰਨ ਵਾਲਾ ਸਾਨੂੰ ਮਿਲ ਗਿਆ ਤਾਂ ਅਸੀਂ ਉਹਦੇ ਅਧੀਨ ਹੋ ਕੇ ਬੈਠ ਗਏ, ਉੱਥੇ ਸਾਡਾ ਮਨ ਨਿਰਵਿਚਾਰ ਹੋ ਗਿਆ। ਆਪਾਂ ਕਹਿ ਦਿੰਦੇ ਹਾਂ ਮੈਨੂੰ 10 ਮਿੰਟ ਲਈ ਮੈਂ ਬੈਠੀ, ਮੈਨੂੰ ਬਹੁਤ ਆਨੰਦ ਮਿਲਿਆ, ਬਹੁਤ ਸ਼ਾਂਤੀ ਆਈ ਹੈ ਨਾ। ਬਟ ਉਹ ਇਹੀ ਚੀਜ਼ ਸਾਨੂੰ ਉੱਥੇ ਮਿਲੀ। ਚਲੋ ਉਹਨਾਂ ਨੇ ਕੋਈ ਬਾਹਰੋਂ ਸ਼ਬਦ ਨਹੀਂ ਦਿੱਤਾ ਸਾਨੂੰ, ਜੋ ਵੀ ਸ਼ਬਦ ਦਿੱਤਾ ਅੰਦਰੋਂ ਹੀ ਆਪਣੇ ਪ੍ਰਗਟ ਹੋਇਆ ਔਰ ਅੰਦਰੋਂ ਹੀ ਪ੍ਰਗਟ ਕੀਤਾ ਔਰ ਅੰਦਰੋਂ ਹੀ ਦਿਖਾਇਆ ਕਿ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਿਟ ਭਾਗੀ ਪਾਇਆ। ਕਿ ਭੁੱਲਿਆ ਹੋਇਆ ਮਾਰਗ ਸੀ ਉਹ ਤੁਹਾਨੂੰ ਮਹਾਰਾਜ ਜੀ ਨੇ ਜਿਤਾਤਾ। ਬਟ ਮੈਂ ਇਹ ਕਹਿੰਦੀ ਹਾਂ ਕਿ ਆਪਾਂ ਕਿਸੇ ਨੂੰ ਬੁਰਾ ਕਹਿਣ ਤੋਂ ਬਜਾਏ ਪਹਿਲਾਂ ਉਹਨਾਂ ਦੇ ਵਿਚਾਰ ਸੁਣੋ। ਮੈਂ ਤਾਂ ਵਿਚਾਰ ਦੱਸ ਨਹੀਂ ਸਕਦੀ ਕਿਉਂਕਿ ਮੇਰੇ ਵਿੱਚ ਤਾਂ ਇੰਨੀ ਪਾਵਰ ਹੈ ਨਹੀਂ, ਨਾ ਮੈਂ ਬਹਿਸ ਦਾ ਵਿਸ਼ਾ ਨਹੀਂ ਰਹਿਣ ਦੋ ਤੁਸੀਂ ਨਹੀਂ ਉਹ ਏਦਾਂ ਨਾ ਤੁਸੀਂ ਰਹਿਣ ਦੋ ਪਰਮਜੀਤ, ਤੁਸੀਂ ਰਹਿਣ। ਇਹ ਤਾਂ ਵਿਸ਼ੇ ਤੋਂ ਭਟਕ ਗਏ ਨਾ, ਵਿਸ਼ੇ ਤੋਂ ਭਟਕ ਗਏ ਤੁਸੀਂ ਨਾ। ਨਹੀਂ ਤੁਹਾਨੂੰ ਨੇ ਪਤਾ ਨਹੀਂ ਲੱਗਣ ਦਿਆ ਤੁਸੀਂ ਕੀ ਬੋਲ ਰਹੇ ਜੋ, ਇਹ ਗੱਲ ਨੂੰ ਛੱਡ ਦੋ ਤੁਸੀਂ। ਮੈਂ ਤੁਹਾਨੂੰ ਇੱਕ ਸਵਾਲ ਕੀਤਾ ਹੈ, ਮੈਨੂੰ ਇੱਕ ਸਿੰਪਲ ਜਿਹਾ ਸਵਾਲ ਕੀਤਾ। ਤੁਸੀਂ 2 ਸਾਲ ਤੋਂ ਸੰਗਤ ਕਰ ਰਹੇ ਜੋ, ਹਜੇ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਣ ਦਿਆ ਸੱਚ ਕੀ ਤੇ ਝੂਠ ਕੀ? ਮੈਨੂੰ ਆਪਣੇ ਆਪ ਤੇ ਬੜਾ ਸੱਚ ਉਹ ਵੀ ਹੈ, ਮੇਰਾ ਕਹਿੰਦਾ ਮਤਲਬ ਸੱਚ ਉਹ ਵੀ ਸੱਚ ਹੈ, ਇਹ ਵੀ ਸੱਚ ਹੈ, ਰਸਤਾ ਇੱਕੋ ਹੀ ਹੈ। ਨਹੀਂ ਵੀਰ ਇੱਕ ਮਿੰਟ ਦਿਓ ਵੀਰ ਭੈਣ ਜੀ। ਨਿਰਵਿਕਲਪ ਸਮਾਧੀ, ਨਿਰਵਿਕਲਪ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਵਿਕਲਪ, ਇਹਦਾ ਮਤਲਬ ਤੁਹਾਡੇ ਕੋਲ 2 ਆਪਸ਼ਨਾਂ ਨੇ, ਤੁਸੀਂ ਡੁਐਲਿਟੀ ਚੋਂ ਅਜੇ। ਜਿੱਥੇ ਵਿਕਲਪ ਖਤਮ ਹੋ ਜਾਣਗੇ ਉੱਥੇ ਤੁਹਾਨੂੰ ਨਿਰਵਿਕਲਪ ਸਮਾਧੀ ਮਿਲੂਗੀ। ਜਿੱਥੇ ਤੁਸੀਂ ਆਪਣੇ ਆਪ ਨੂੰ ਮੈਂ ਨੂੰ ਵਿੱਚ ਨਹੀਂ ਖੜਾ ਕਰੋਗੇ, ਐਜ਼ ਇਟ ਇਜ਼ ਐਕਸੈਪਟ ਕਰੋਗੇ। ਤੁਸੀਂ ਦੇਖੋ ਤਾਂ ਸਹੀ ਕਰਕੇ ਫਿਰ ਇਹ ਜਿਹੜਾ ਗ੍ਰੈਵਿਟੇਸ਼ਨ ਥੱਲੇ ਨੂੰ ਹੈ ਨਾ, ਇਹ ਪੁੱਲ ਉੱਪਰ ਵੱਲ ਨੂੰ ਪਰਮਾਨੈਂਟ ਜਦੋਂ ਬਣੂਗਾ ਨਾ, ਫਿਰ ਤੁਹਾਨੂੰ ਪਤਾ ਲੱਗਣਾ। ਭੈਣ ਜੀ ਤੁਸੀਂ ਇੱਥੇ ਇਹ ਤੇ ਕਿੰਤੂ ਪਰੰਤੂ ਨਾ ਕਰੋ, ਬੜਾ ਜ਼ਬਰਦਸਤ ਗਿਆਨ, ਮਤਲਬ ਆਪਣਾ ਗਿਆਨ ਆਊਗਾ। ਇਹ ਉਦਾਹਰੇ ਲਈ ਬੈਠੇ ਆ ਅਸੀਂ ਆਪਾਂ ਅਜੇ, ਆਪਾਂ ਗੱਲਾਂ ਬਾਤਾਂ 'ਚ ਕਿਉਂ? ਕਾਰਨ ਕੀ ਹੈ? ਜਿਹੜਾ ਉਹ ਮਨ ਹੈ ਨਾ, ਉਹ ਮਨ ਭੱਜਦਾ 10 ਦਿਸ਼ਾਵਾਂ 'ਚ। ਜਿੰਨੀ ਦੇਰ ਉਹ ਬਾਹਰ ਨੂੰ ਭੱਜੂਗਾ ਨਾ, ਉਨੀ ਦੇਰ ਉਹ એનર્ਜੀ ਜਿਹੜੀ ਉਹ ਕੰਜ਼ਿਊਮ ਹੋਈ ਜਾਣੀ ਹੈ। એનર્ਜੀ E = mc²। ਮੈਂ ਬਾਰ-ਬਾਰ ਕਹਿ ਚੁੱਕਿਆ ਕਿ ਵੀ ਉਹ એનર્ਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਪ੍ਰੋਡਿਊਸਡ ਡਿਸਟਰੋਇਡ, ਇਟ ਕੈਨ ਓਨਲੀ ਬੀ ਟਰਾਂਸਫਾਰਮਡ। ਟਰਾਂਸਫਾਰਮ ਹੋਣ ਵਾਸਤੇ ਤੁਹਾਨੂੰ ਉੱਥੇ ਨਿਰਵਿਚਾਰ ਹੋਣਾ ਹੀ ਪਏਗਾ ਔਰ ਫਿਰ ਉਹਨੇ ਉੱਥੋਂ ਮੂਲਾਧਾਰ ਤੋਂ ਉੱਪਰ ਸਿੱਧਾ ਜਦੋਂ ਗਈ, ਇੱਕ ਵਾਰ ਜਦੋਂ ਇੱਕੋ ਛਿਨ ਮਿਲ ਗਿਆ, ਚਾਹੇ ਹਜ਼ਾਰਾਂ ਸਾਲਾਂ 'ਚ ਮਿਲੇ, ਚਾਹੇ ਹਜ਼ਾਰਾਂ ਵਾਰ 'ਚ ਮਿਲੇ, ਤੁਸੀਂ ਫਿਰ ਵਾਪਸ ਉਹ ਇਨਸਾਨ ਨਹੀਂ ਹੋਵੋਗੇ। ਬਸ ਪਲੀਜ਼ ਮੈਂ ਨਹੀਂ ਕਹਿਣਾ ਇਹਨੂੰ, ਇਹ ਤੇ ਕਿੰਤੂ ਪਰੰਤੂ ਨਾ ਕਰੀਏ ਤੇ ਕਰੋ ਇਹਨੂੰ। ਬਸ ਇਹ ਤਾਂ ਕਰਨ ਦਾ ਵਿਸ਼ਾ ਹੈ, ਪ੍ਰੈਕਟੀਕਲ ਦਾ ਵਿਸ਼ਾ। ਜਿਵੇਂ ਵੀਰ ਜੀ ਦੱਸ ਰਹੇ ਨੇ, ਮੇਰਾ ਕੁਐਸਚਨ ਵੀਰ ਜੀ ਦੀ ਗੱਲ ਉੱਤੇ ਮੇਰਾ ਕੁਐਸਚਨ ਇਹ ਸੀਗਾ
ਕਿ ਅਸੀਂ ਲੋਕ 2.5 ਘੰਟੇ ਜਾਂ ਘੰਟੇ ਦੀ ਜਾਂ 15 ਮਿੰਟ ਦੀ ਸਮਾਧੀ 'ਚ ਅਸੀਂ ਆਮ ਲੋਕ ਆ, ਅਸੀਂ ਜਾ ਸਕਦੇ ਹਾਂ। ਮਾਤਾ ਪਰਮਜੀਤ ਮੈਂ ਤੇ ਖੜੇ ਹੋਣਾ, ਮੈਂ ਵਿੱਚ ਜਾ ਰਿਹਾ ਹਾਂ, ਆਪਾਂ ਤਾਂ ਜਾ ਹੀ ਨਹੀਂ ਰਹੇ। ਨਹੀਂ ਇੱਕ ਮਿੰਟ ਜੋ ਪਰਮਜੀਤ ਜੀ ਇੱਕ ਅਮਰਪਾਲ ਜੀ ਟੌਪਿਕ ਛੱਡ ਦਿਓ, ਮੈਂ ਸਮਝਾ ਦਿੰਦਾ। ਇੱਕ ਮੈਂ ਲਾਸਟ ਖਤਮ ਕਰ ਦਿੰਦਾ ਗੱਲ ਨੂੰ। ਦੇਖੋ ਪਰਮਜੀਤ ਜੀ ਮਾਈਕ ਬੰਦ ਕਰ ਦਿਓ, ਤੁਹਾਡੇ ਮੈਂ ਸਵਾਲ ਦਾ ਜਵਾਬ ਦੇ ਦਿੰਦਾ। ਠੀਕ ਹੈ, ਬਾਬਾ ਜੀ ਜਿੱਦਣ ਤੁਹਾਡਾ ਵਾਪਸ ਆ ਜਾਊ ਨਾ, ਮੈਨੂੰ ਫੋਨ ਕਰ ਦਿਓ। ਉਹ ਬਾਬਾ ਨਹੀਂ ਜਿਉਣਾ, ਉਹ ਬੰਦਾ ਮਰ ਗਿਆ। ਠੀਕ ਹੈ, ਆਪ ਪਲੀਜ਼ ਅੰਡਰਸਟੈਂਡ। ਜਿੱਥੇ ਮਰਜੀ ਚੱਲ ਜਾਓ, ਬੰਦਾ 35-40 ਮਿੰਟ 2-2.5 ਘੰਟੇ 3 ਘੰਟੇ 4 ਘੰਟੇ 5 ਘੰਟੇ ਤੁਸੀਂ ਨਿਰਵਿਕਾਰ ਹੋ ਸਕਦੇ। ਠੀਕ ਹੈ, ਸਮਾਧੀ 'ਚ ਬਹਿ ਸਕਦੇ। ਜੇਕਰ ਤੁਸੀਂ ਸੋਚੋ ਨਾ ਕਿ ਸਰੀਰ ਤੇ ਤੁਸੀਂ ਕੋਈ ਬਾਹਰ ਨਿਕਲ ਜਾਊਗਾ ਤੇ 6-7 ਮਹੀਨੇ 'ਚ ਵਾਪਸ ਆ ਜਾਊਗਾ, ਇਹ ਕੇਵਲ ਕਲਪਨਿਕ ਗੱਲਾਂ, ਇਹ ਸੱਚ ਨਹੀਂ ਹੈਗਾ। ਤੁਸੀਂ ਪਲੀਜ਼ ਅੰਡਰਸਟੈਂਡ ਕਰੋ। ਬਾਣੀ ਕਬੀਰ ਸਾਹਿਬ ਜੀ ਤੋਂ ਉੱਪਰ ਕੋਈ ਨਹੀਂ ਜੇਗਾ। ਕਬੀਰ ਸਾਹਿਬ ਜੀ ਨੇ ਬੜਾ ਗ੍ਰੰਥਾਂ ਦਾ ਅਧਿਐਨ ਕੀਤਾ, ਬਹੁਤ ਪੜ੍ਹੇ, ਸਭ ਪੜ੍ਹੇ ਨੇ। ਆਹ ਜਿਹੜੇ ਹੁਣ ਆਹ ਨਵੇਂ ਸਾਧ ਆ ਰਹੇ ਨੇ, ਇਹ ਬਹੁਤ ਨਵੇਂ ਨੇ। ਉਹ ਬੜੇ 700-800 1000 ਸਾਲ ਪਹਿਲਾਂ ਉਹਨਾਂ ਨੇ ਬੜਾ ਡਿਸਕਵਰ ਕਰ ਲਿਆ। ਸਮਾਧੀ ਦਾ ਮਤਲਬ ਕੇਵਲ ਇੱਥੋਂ ਧਰਤੀ ਤੋਂ ਗੁੰਮ ਨਹੀਂ ਹੋਣਾ। ਸਮਾਧੀ ਦਾ ਮਤਲਬ ਇਸ ਲਈ ਹੈ ਕਿ ਅਸੀਂ ਆਤਮਾ ਦੇ ਸੰਪਰਕ 'ਚ ਜਾਣਾ, ਉੱਥੇ ਜਿਹੜੀ ਸਾਡੇ ਅੰਦਰ ਜਿਹੜੀ ਗੜਬੜ ਹੋ ਗਈ ਉਹਨੂੰ ਆਪਾਂ ਸਹੀ ਕਰਨਾ। ਜੇਕਰ ਤੁਸੀਂ ਸੋਚਦੇ ਜੋ ਨਾ ਕਿ ਸਮਾਧੀ ਹੋ ਕੇ ਬੰਦਾ ਅੰਦਰ ਬੈਠਾ ਸੀ, ਇਹ ਸਭ ਗੱਪਾਂ ਨੇ ਕਿ ਬੰਦਾ ਸਰੀਰ ਦਾ ਛੱਡ ਕੇ ਬ੍ਰਹਮ ਲੋਕ 'ਚ ਚੱਲ ਗਿਆ। ਇਹਦਾ ਮਤਲਬ ਕਿ ਤੁਸੀਂ ਕੋਈ ਏਦਾਂ ਦਾ ਕਾਲਪਨਿਕ ਜਗ੍ਹਾ ਬਣਾ ਕੇ ਬੈਠੇ ਜੋ ਜਿੱਥੇ ਬੰਦਾ ਸਮਾਧੀ ਲੀਨ ਹੋ ਕੇ ਪਹੁੰਚ ਜਾਂਦਾ, ਫਿਰ ਉੱਥੋਂ ਵਾਪਸ ਆਊਗਾ। ਉਹ ਕਹਿੰਦਾ ਨਾ ਬੰਦੇ ਨਹੀਂ, ਇਹਨਾਂ ਦੀ ਗੱਲਾਂ ਨਹੀਂ ਸੁਣੀਆਂ ਤੁਸੀਂ ਕਿ ਮੇਰੇ ਸਰੀਰ ਨੂੰ ਸਾਂਭ ਕੇ ਰੱਖਿਓ, ਮੈਂ ਸਮਾਧੀ ਲੈ ਚੱਲਿਆ ਵਾਂ ਤੇ ਮੈਂ ਵਾਪਸ ਆਉਣਾ ਹੈ। ਵਾਪਸ ਆਉਣਾ ਹੈ ਮਤਲਬ ਤੂੰ ਕਿਤੇ ਚੱਲਿਆ ਤੇ ਤਾਂ ਹੀ ਵਾਪਸ ਆਏਗਾ ਨਾ। ਜਿੱਦਾਂ ਮਤਲਬ ਚਰਨਜੀਤ ਇੱਥੇ ਅੰਮ੍ਰਿਤਸਰ ਬੈਠਾ ਵਾ, ਹੁਣ ਇੱਥੋਂ ਮੈਂ ਜਲੰਧਰ ਚੱਲ ਜਾਣਾ ਤੇ ਇਸ ਕਰਕੇ ਮੇਰਾ ਸਰੀਰ ਇੱਥੇ ਸਾਂਭ ਕੇ ਰੱਖੋ। ਪਰ ਕਿੱਥੇ ਹੈ ਜਲੰਧਰ? ਬਾਣੀ ਕਹਿੰਦੀ ਆ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਕਿੰਨਾ ਲਾਗੇ, ਕਿੰਨਾ ਲਾਗੇ। ਤੁਹਾਡੇ ਤੇ ਬ੍ਰਹਮ ਦੇ ਵਿੱਚ ਗੈਪ ਨਹੀਂ ਆ। ਇਹ ਲੋਕਾਂ ਨੇ ਸਭ ਗੱਪਾਂ ਮਾਰੀਆਂ ਨੇ। ਔਰ ਤੁਹਾਡਾ ਮਨ ਦੇਖੋ, ਤੁਹਾਡਾ ਮਨ ਹਜੇ ਵੀ ਜਿਹੜਾ ਨਾ ਉਹ ਕਲਪਨਾ ਨੂੰ ਮੰਨਦਾ ਪਿਆ। ਬਾਣੀ 'ਚ ਇੱਕ ਤੁਕ ਵੀ ਦਿਖਾ ਦਿਓ, ਇੱਕ ਸ਼ਬਦ। ਮੈਂ ਇਹ ਗ੍ਰੰਥ ਦੀ ਗੱਲ ਨਹੀਂ ਕਰਦਾ, ਤੁਸੀਂ ਦੁਨੀਆ ਦਾ ਕੋਈ ਵੀ ਗ੍ਰੰਥ ਚੁੱਕ ਕੇ ਲੈ ਆਓ, ਉਪਨਿਸ਼ਦ ਲੈ ਆਓ, ਬ੍ਰਹਮ ਸੂਤਰਾ ਲੈ ਆਓ, ਅਰੇ ਵੇਦ ਹੈਗੇ ਇਹਨਾਂ ਦੇ ਸ਼ਾਸਤਰ ਲੈ ਆਓ, ਆਪਣੀ ਬਾਣੀ ਜਿੰਨੀ ਵੀ ਲੈ ਆਓ। ਇੱਕ ਜਗ੍ਹਾ ਤੇ ਲਿਖਿਆ ਹੋਵੇ ਕਿ ਬੰਦਾ 3 ਮਹੀਨੇ ਲਈ 15 ਦਿਨ ਦੇ ਲਈ ਸਰੀਰ ਦਾ ਤਿਆਗ ਕਰਕੇ ਉੱਥੇ ਬ੍ਰਹਮਲੀਨ ਹੋ ਜਾਂਦਾ ਹੈ, ਫਿਰ ਵਾਪਸ ਆਉਂਦਾ ਹੈ। ਤੁਸੀਂ ਮੈਨੂੰ ਫੋਨ ਕਰੋ ਪਲੀਜ਼। ਨਹੀਂ ਤੇ ਤੁਹਾਨੂੰ ਪਤਾ ਨਹੀਂ ਹੈ, ਫਿਰ ਤੁਸੀਂ ਬਹਿਸ ਨਾ ਕਰੋ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਆ ਕੇ ਨਿਜਰ ਸਾਹਿਬ ਕਥਾ ਆਪਾਂ ਅੱਗੇ ਕਰੋ ਪਲੀਜ਼। ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ, ਪੂਰਨ ਅਗਮ ਬਿਸਮਾਦ, ਨਾਨਕ ਰਾਮ ਨਾਮ ਤਨ ਕੀਤਾ, ਪੂਰੇ ਗੁਰ ਪ੍ਰਸਾਦ। ਜ਼ਿਆਦਾ ਆਪਾਂ ਜਿਹੜੇ ਹੈਗੇ ਆ ਪਰਮੇਸ਼ਰ ਦੇ ਨਾਮ ਦਾ ਧਨ, ਮਾਲਕ ਪਰਮਾਤਮਾ ਨੂੰ ਧਿਆਨ ਯਾਦ ਕੀਤਾ, ਮਾਲਕ ਪਰਮਾਤਮਾ ਦੇ ਵਿੱਚ ਸੁਰਤ ਜੋੜੀ, ਆਇਆ ਪੂਰੇ ਗੁਰੂ ਦਾ ਪ੍ਰਸਾਦ, ਤਾਂ ਜਿਹੜਾ ਹੈ ਉਹ ਪਾਰ ਬ੍ਰਹਮ ਪਰਮਾਤਮਾ ਜਿਹੜਾ ਹੈਗਾ ਦ੍ਰਿਸ਼ਟੀ ਗੋਚਰ ਹੁੰਦਾ ਹੈ ਭਾਈ। ਹੁਣ ਇਸ ਤੋਂ ਅੱਗੇ ਦੇਖੋ ਉਹ ਕਹਿੰਦੇ ਆ ਦ੍ਰਿਸ਼ਟੀ ਗੋਚਰ ਹੋਇਆ। ਉਹ ਇਹ ਨਹੀਂ ਕਹਿੰਦੇ ਕਿ ਮੈਂ ਸਰੀਰ ਚੋਂ ਨਿਕਲ ਕੇ ਪਰਮਾਤਮਾ ਦੇ ਵਿੱਚ ਪ੍ਰਵੇਸ਼ ਕੀਤਾ। ਨਿੱਜਰ ਸਾਹਿਬ ਪਲੀਜ਼ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ। ਬਿਲਕੁਲ ਸਹੀ ਹੈ ਜੀ। ਬਾਣੀ ਕੀ ਕਹਿ ਰਹੀ ਆ? ਬਾਣੀ ਕਹਿੰਦੀ ਜੋ ਬ੍ਰਹਮੰਡੇ ਸੋਈ ਪਿੰਡ, ਜੋ ਖੋਜੇ ਸੋ ਪਾਏ। ਉਹ ਤੇ ਇਹ ਨਹੀਂ ਕਹਿੰਦੇ ਕਿ ਸਰੀਰ ਦਾ ਤਿਆਗ ਕਰਕੇ ਮੈਂ ਉੱਥੇ ਬ੍ਰਹਮ 'ਚ ਚੱਲ ਗਿਆ। ਉਹ ਕਹਿੰਦੇ ਜੋ ਬ੍ਰਹਮੰਡੇ, ਜੋ ਬ੍ਰਹਮ 'ਚ ਹੈਗਾ ਤੇਰੇ ਅੰਦਰ ਹੈ, ਸੇਮ ਤੇਰੇ ਅੰਦਰ ਕਾਪੀ ਹੈ, ਤੇ ਜਿਹੜਾ ਖੋਜੇ ਤੇ ਉਹ ਪਾਓ। ਤੁਸੀਂ ਇਹਨਾਂ ਬਾਬਿਆਂ ਦੀ ਕਿਸੇ ਵੀ ਬੰਦੇ ਦੀ ਮੈਂ ਗੱਲ ਕਰਦਾ, ਚਾਹੇ ਸਤਿਗੁਰੂ ਹੈ ਜਾਂ ਕੋਈ ਰਾਧਾ ਸੁਆਮੀ ਲਾ ਲਓ, ਨੂਰ ਮਹਿਲੀ ਲਾ ਲਓ, ਨਿਰੰਕਾਰੀ ਲਾ ਲਓ, ਕੋਈ ਵੀ ਲਾ ਲਓ, ਮੈਂ ਕਹਿੰਦਾ ਉਹ ਤੁਹਾਨੂੰ ਇੱਕ ਚੀਜ਼ ਕਹਿੰਦੇ ਆ, ਹੈਗਾ ਹੈ ਪਰਮਾਤਮਾ, ਪਰ ਕਿੱਥੇ ਹੈ? ਇੱਥੇ ਨਹੀਂ ਹੈਗਾ ਜਿੱਥੇ ਤੂੰ ਆ। ਕਿੱਥੇ ਹੈ? ਕਿਤੇ ਦੂਰ ਹੈ, ਉੱਥੇ ਤੈਨੂੰ ਜਾਣਾ ਪਊ। ਉੱਥੇ ਤੈਨੂੰ ਲੈ ਕੇ ਜਾਓ ਕੋਈ ਬਾਬਾ ਬੂਬਾ, ਕੋਈ ਸੰਤ, ਜਿਹੜਾ ਏਜੰਟ ਆ, ਜਿਹੜਾ ਲੈ ਕੇ ਜਾਓ, ਠੀਕ ਆ। ਪਰ ਗੁਰੂ ਬਾਣੀ ਨੂੰ ਪੜ੍ਹੋ। ਬਾਣੀ ਕਹਿੰਦੀ ਨਹੀਂ, ਉਹ ਕਿਤੇ ਹੋਰ ਨਹੀਂ ਗਾ, ਉਹ ਤੇਰੇ ਅੰਦਰ ਆ। ਔਰ ਤੇਰੇ ਤੇ ਉਹਦੇ ਚ ਵਿੱਥ ਨਹੀਂ ਹੈਗੀ ਇੰਨਾ ਜ਼ਿਆਦਾ। ਬਾਣੀ ਕਹਿੰਦੀ ਆ ਮਨ ਮੰਦਰ ਤਨ ਵੀਸ ਕਲੰਦਰ, ਘਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ, ਬੌੜ ਜਨਮ ਨਾਮ। ਕਿੱਥੇ ਕਹਿੰਦੇ ਆ ਕਿ ਮੈਂ ਸਮਾਧੀ ਲੀਨ ਹੋ ਗਿਆ ਤੇ ਮੁੜ ਕੇ 6-6 ਮਹੀਨੇ ਮੈਂ ਉੱਥੋਂ ਗਿਆ, ਮੁੜ ਕੇ ਵਾਪਸ ਨਹੀਂ ਆਇਆ, ਮੈਂ ਬ੍ਰਹਮ ਦੇ ਲਾਗੇ ਚੱਲ ਗਿਆ।
ਨਹੀਂ ਇਦਾਂ ਦੀਆਂ ਗੱਲਾਂ ਵਾ। ਪਲੀਜ਼ ਆਪ ਅੰਡਰਸਟੈਂਡ ਕਰੋ, ਇਹ ਲੋਕ ਬੜੇ ਚਲਾਕ ਨੇ, ਉਹ ਉਸ ਦੀ ਬੋਡੀ ਨੂੰ ਘੁਮਾਈ ਜਾਂਦੇ ਨੇ ਔਰ ਉਥੋਂ ਇਹਨਾਂ ਨੂੰ ਲੋੜ ਆ, ਕਿਉਂਕਿ ਜਿੱਦਣ ਉਹਨਾਂ ਕਹਿਤਾ ਕਿ ਬੰਦਾ ਮਰ ਗਿਆ ਉਸ ਤੋਂ ਬਾਅਦ ਲੜਾਈ ਹੋਣੀ ਆ, ਫਿਰ ਉਹਨਾਂ ਚੋਂ ਬਾਬਾ ਕਿਹੜਾ ਬਣੂਗਾ, ਗੱਦੀ ਕਿਹਨੂੰ ਮਿਲਣੀ ਆ? ਬਿਲਕੁਲ ਪ੍ਰਾਪਰਟੀ। ਫਿਰ ਫਿਰ ਹੁਣ ਇਹਨਾਂ ਨੇ ਇੱਕ ਹੋਰ ਗੱਪ ਮਾਰਨੀ ਆ, ਉਹ ਤੁਹਾਨੂੰ ਮੈਂ ਦੱਸਦਾ ਵਾਂ ਇਹਨਾਂ ਨੇ ਕੀ ਕਹਿਣਾ। ਫਿਰ ਇਹਨਾਂ ਨੇ ਜਦੋਂ ਸੈਟਲ ਡਾਊਨ ਹੋ ਗਿਆ, ਇੱਕ ਬੰਦੇ ਕੋ ਪਾਵਰ ਆ ਗਈ, ਸਾਰਾ ਕੰਟਰੋਲ ਚ ਹੋ ਗਿਆ, ਫਿਰ ਇਹਨਾਂ ਨੇ ਕਹਿਣਾ ਕਿ ਬਾਬਾ ਜੀ ਆਸ਼ੂਤੋਸ਼ ਰਾਣਾ ਜੀ ਕਹਿੰਦੇ ਨੇ ਕਿ ਹੁਣ ਨਹੀਂ ਮੈਂ ਆਉਣਾ, ਇਹ ਗੱਦੀ ਮੇਰੀ ਫਲਾਣੇ ਬੰਦੇ ਨੂੰ ਦੇ ਦਿਓ। ਲਓ ਜੀ, ਬਿਲਕੁਲ। ਅੱਛਾ ਜੀ, ਤੇ ਫਿਰ ਗੱਲ ਖਤਮ। ਇਹ ਗੱਲ ਨਾ ਹੋਊ ਤੇ ਮੈਨੂੰ ਫੋਨ ਕਰ ਦਿਓ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ। ਇਹ ਚੀਜ਼ਾਂ ਬੜੀਆਂ ਇੰਟਰਨਲੀ ਗੱਲਾਂ ਹੁੰਦੀਆਂ ਨੇ, ਸਧਾਰਨ ਬੰਦੇ ਦੀ ਇੰਨੀ ਸੋਚ ਨਹੀਂ ਪਹੁੰਚਦੀ। ਜਦੋਂ ਤੁਸੀਂ ਉਸ ਚੀਜ਼ ਨੂੰ ਸਮਝੋਗੇ ਮਤਲਬ ਜਦੋਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਸਮਝ ਆਵੇ। ਪਰ ਜਦ ਤੱਕ ਤੁਸੀਂ ਐਜ਼ ਏ ਭਗਤ ਅੰਧ ਵਿਸ਼ਵਾਸ ਦੇ ਤੌਰ ਤੇ ਸਮਝੋਗੇ ਤੁਹਾਨੂੰ ਕੁਛ ਨਜ਼ਰ ਨਹੀਂ ਆਵੇ। ਫਿਰ ਤਾਂ ਗੁਰੂ ਨਾਨਕ ਪਾਤਸ਼ਾਹ ਲਈ ਤੇ ਬੜਾ ਵੱਡੀ ਗੱਲ ਸੀ ਜਨੇਊ, ਪਰ ਉਹਨਾਂ ਨੇ ਉਹ ਧਾਗੇ ਨੂੰ ਧਾਗਾ ਸਮਝਿਆ। ਲੋਕਾਂ ਨੇ ਤੇ ਕਲਪਨਾ ਕੀਤੀ ਹੈ ਕਿ ਜਨੇਊ ਬੜਾ ਕੀਮਤੀ ਹੈ, ਤੈਨੂੰ ਬ੍ਰਹਮ ਲੋਕ ਚ ਲੈ ਜਾਊਗਾ। ਉਹ ਕਹਿੰਦੇ ਮੈਂ ਨਹੀਂ ਮੰਨਦਾ, ਮੇਰੇ ਲਈ ਇਹ ਸੂਤ ਦਾ ਧਾਗਾ ਹੈ। ਜਦੋਂ ਸੂਤ ਦਾ ਧਾਗਾ ਤੁਸੀਂ ਸਮਝਿਆ ਨਾ ਤੇ ਫਿਰ ਤੁਹਾਨੂੰ ਪਤਾ ਲੱਗਣਾ ਸੱਚ ਕੀ ਹੈ। ਉਹ ਜਿਹੜੇ ਬਾਬਾ ਜੀ ਸਮਾਧੀ ਲੀਨ ਆ, ਤੁਸੀਂ ਕਹੋ ਕਿ ਇੱਕ ਸਧਾਰਨ ਬੰਦਾ ਹੈ, ਉਹ ਕੋਈ ਬਾਬਾ ਬੂਬਾ ਨਹੀਂ ਹੈਗਾ, ਤੇ ਉਸੇ ਟਾਈਮ ਹੀ ਜਿਹੜਾ ਇਲੂਸ਼ਨ ਕ੍ਰੀਏਟ ਕੀਤਾ ਹੈ, ਜਿਹੜਾ ਭਰਮ ਪਾਇਆ ਹੈ, ਅੰਧ ਵਿਸ਼ਵਾਸ ਪਾਇਆ, ਉਹ ਕਲੀਅਰ ਹੋ ਜਾਣਾ। ਕੋਈ ਔਖੀ ਗੱਲ ਨਹੀਂ ਹੈ। ਠੀਕ ਹੈ ਜੀ, ਆਪ ਦੇਖੋ ਫਿਰ ਕਹਿੰਦੇ ਨਾਨਕ ਰਾਮ ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ। ਤੇ ਉਹ ਫਿਰ ਕਿਹੜਾ ਧਨ? ਉਹ ਕਹਿੰਦੇ ਨਾਮ ਦਾ ਧਨ। ਨਾਮ ਦਾ ਧਨ ਕੀ ਹੈ? ਭਗਤੀ। ਬਸ ਸਵਾਸ ਦੇਣੇ ਜਿਹੜੇ ਹੈਗੇ, ਪਰਮੇਸ਼ਰ ਨੂੰ ਯਾਦ ਕਰਨਾ ਔਰ ਮਾਲਕ ਪਰਮਾਤਮਾ ਦਾ। ਗੁਰਕੀ ਸਾਹਿਬ ਆਪਾਂ ਹੈ ਹੀ ਮਾਲਕ ਪਰਮਾਤਮਾ ਹੀ ਹੈਗੇ, ਬਾਕੀ ਸਾਰਾ ਤਾਂ ਜਿਹੜਾ ਹੈਗਾ ਭਰਮ ਆ, ਧੋਖਾ ਹੈਗਾ, ਬਾਕੀ ਸਾਰਾ ਤਾਂ ਟਰੈਪ ਹੈਗੀ। ਨਿੱਜਰ ਸਾਹਿਬ ਜਿੱਦਣ ਅਸੀਂ ਥੋੜੀ ਜਿਹੀ ਸਫਾਈ ਕੀਤੀ ਨਾ ਤੇ ਬ੍ਰਹਮ ਹੀ ਰਹਿ ਜਾਣਾ ਵਾ। ਹਾਂ ਬਸ ਉਹੀ ਗੱਲ ਹੈ। ਤੇ ਜਦੋਂ ਬ੍ਰਹਮ ਰਹਿ ਜਾਣਾ ਤੇ ਫਿਰ ਉਹ ਕੀ ਕਹਿੰਦੇ ਬ੍ਰਹਮ ਗਿਆਨੀ ਕਹਿੰਦੇ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਬਿਲਕੁਲ ਸਹੀ ਗੱਲ ਹੈ। ਉਹਨੂੰ ਪਤਾ ਹੈ ਇਹ ਤੇ ਪ੍ਰਕਿਰਤੀ ਹੈ, ਇਹ ਪ੍ਰਕਿਰਤੀ ਨੇ ਰਚੀ ਹੈ, ਇਹ ਚ ਕੋਈ ਕਸੂਰ ਹੀ ਨਹੀਂ ਹੈਗਾ। देयर इज नो ਮਿਸਟੇਕ। ਬਸ ਉਹੀ ਸੱਚ ਹੈ, ਜਿਹਨੇ ਆਪਣੇ ਆਪ ਨੂੰ ਦੇਖ ਲਿਆ, ਜਾਣ ਲਿਆ ਆਪਣੇ ਆਪ ਨੂੰ, ਬਸ ਫਿਰ ਉਸ ਤੋਂ ਅੱਗੇ ਕੀ ਜਾਣਾ ਹੈ। ਹਾਂ, ਔਰ ਨਜਰ ਸਾਹਿਬ ਇੱਕ ਜ਼ਿੰਦਗੀ ਚ ਮੇਰੀ ਗੱਲ ਯਾਦ ਰੱਖਿਓ, ਤੁਸੀਂ 2 ਬੱਸਾਂ ਚ ਬਹਿ ਕੇ ਕਦੇ ਸਫ਼ਰ ਨਹੀਂ ਕਰ ਸਕਦੇ। ਜੇ ਕਿਤੇ ਤੁਸੀਂ ਪਹੁੰਚਣਾ ਨਾ ਤੁਹਾਨੂੰ ਇੱਕ ਬੱਸ ਚ ਹੀ ਬਹਿਣਾ ਪੈਣਾ ਹੈ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਗੱਲ ਹੈ। ਔਰ ਫਿਰ ਉਹਦਾ ਬੋਧ ਵੀ ਖਤਮ ਕਰਨਾ ਪੈਣਾ ਵੀਰ ਜੀ, ਫਿਰ ਉਹਦਾ ਬੋਧ ਵੀ ਖਤਮ ਕਰਨਾ ਪੈਣਾ, ਫੇਰ ਹੀ ਪਹੁੰਚਿਆ ਜਾਣਾ। ਹਾਂ, ਕਈ ਬੰਦੇ ਕਹਿੰਦੇ ਮੈਂ ਨਹੀਂ ਪਹੁੰਚ ਰਿਹਾ, ਮੈਂ ਤੂੰ ਪਹੁੰਚ ਰਿਹਾ ਵਾਂ, ਪਰ ਪਹਿਲਾਂ ਕਲੈਰਿਟੀ ਤੇ ਕਰ ਤੂੰ ਕਿਹੜੀ ਬੱਸ ਤੇ ਬਹਿਣਾ ਹੈ। ਜਾਂ ਤੇ ਇਹ ਬੱਸ ਬਹਿ ਜਾਂ ਉਹ ਬੱਸ ਬਹਿ, ਕਿਸੇ ਬਵੇਂਗਾ ਤੂੰ ਡਿਸੀਜਨ ਕਰੇਗਾ ਤਾਂ ਹੀ ਤੇ ਪਹੁੰਚੇਗਾ। ਤੇ ਜਦ ਤੱਕ ਤੂੰ ਡਿਸੀਜਨ ਨਹੀਂ ਲੈਂਦਾ ਤੂੰ ਕਿਤੇ ਵੀ ਨਹੀਂ ਪਹੁੰਚਣਾ। ਤੂੰ ਉੱਥੇ ਬੈਠਾ ਬੱਸ ਸਟੈਂਡ ਤੇ, ਤੂੰ ਅਜੇ ਕਨਫਿਊਜ਼ਡ ਹੈਗਾ। ਔਰ ਗੋਰਖੀ ਸਾਹਿਬ ਦੇਖੋ, ਬੱਸ ਜਿਹੜੀ ਹੈਗੀ ਨਾ, ਬੱਸ ਵੀ ਜਿਹੜੀ ਹੈਗੀ, ਜਿਹੜੀ ਉਸ ਉਧਰ ਨੂੰ ਉਸ ਜਗ੍ਹਾ ਤੇ ਜਾਊਗੀ, ਉਸੇ ਚ ਬੈਠਣ ਦਾ ਫਾਇਦਾ ਹੈਗਾ। ਨਕਲੀ ਬੱਸ ਦਾ ਤੇ ਮੁੱਲ ਹੀ ਕੋਈ ਨਹੀਂ ਆ। ਉੱਤੇ ਲਿਖਿਆ ਜ਼ਰੂਰ ਹੋਗਾ ਤਰਨ ਤਾਰਨ, ਕਈ ਵਾਰ ਬਹਿ ਵੀ ਜਾਂਦੇ ਲੋਕੀ, ਫਿਰ ਅਗਲੇ ਪੁੱਛਦੇ ਕਿ ਭਾਜੀ ਲਿਖਿਆ ਤਰਨ ਤਾਰਨ ਹੈ। ਭਾਜੀ ਉਹ ਕਹਿੰਦੇ ਲਿਖਿਆ ਤਰਨ ਤਾਰਨ ਹੈ ਪਰ ਜਾਣੀ ਇਹਨੇ ਜਲੰਧਰ ਹੈ। ਕਈ ਨਾ ਪੜ੍ਹ ਕੇ ਵੀ ਬਹਿ ਜਾਂਦੇ ਆ। ਉਹ ਕਹਿੰਦੇ ਕਨਫਰਮ ਕਰੋ ਕਿ ਸੱਚੀ ਤਰਨ ਤਾਰਨ ਜਾਣੀ ਹੈ। ਔਰ ਕਈ ਬੰਦੇ ਪੁੱਛਦੇ ਵੀ, ਇਸੋ ਵਿਚਾਰ ਕਰਿਆ ਕਰੋ। ਐਵੇਂ ਨਾ ਅੰਧ ਵਿਸ਼ਵਾਸ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ। ਤੁਸੀਂ ਇੰਨੇ ਸਿਆਣੇ ਜਿੰਨੇ ਪੜ੍ਹੇ ਲਿਖੇ ਜੋ, ਔਰ ਬਹੁਤੀ ਗੱਲ ਹੈ ਨਾ ਕਿਸੇ ਡਾਕਟਰ ਕੋਲ ਲੈ ਜਾਓ, ਤੁਹਾਨੂੰ ਡਾਕਟਰ ਨੇ ਦੱਸ ਦੇਣਾ ਇਹਦੀ ਪਲਸ ਜਿਹੜੀ ਬੰਦ ਹੋ ਚੁੱਕੀ ਹੈ, ਇਜ਼ ਡੈਡ, ਉਹਦਾ ਬ੍ਰੇਨ ਡੈਡ ਹੋ ਚੁੱਕਿਆ। ਅੱਛਾ ਜੀ, ਅਗਲੇ ਬੰਨੇ ਚਲੋ ਜੀ, ਪੌੜੀ ਤੇ ਆ ਜਾਓ। ਪੌੜੀ ਆ ਗਈ ਜੀ, ਪੌੜੀ ਆ ਗਈ। ਪੌੜੀ ਧੋ ਨਾ ਚੱਲੀ ਖਸਮ ਨਾਲ, ਲੱਭ ਮੋਹ ਵਿਗੁੱਤੇ। ਕਹਿੰਦੇ ਦੇਖ ਡੁਐਲਿਟੀ ਨਹੀਂ ਚੱਲਣੀ, ਮਾਲਕ ਦੇ ਨਾਲ ਧੋਖਾ ਨਹੀਂ ਚੱਲਣਾ ਪਾਏ। ਦਿਲੋਂ ਜੇ ਤੇਰੇ ਅੰਦਰ ਜਿਹੜਾ ਹੈਗਾ ਚੱਲਣ ਦਾ, ਇਸ ਰਸਤੇ ਦੇ ਉੱਤੇ ਤੁਰਨ ਦਾ ਸ਼ੌਕ ਹੈਗਾ ਦਿਲੋਂ, ਜੇ ਅੰਦਰੋਂ ਬਾਹਰੋਂ ਇੱਕ ਹੈਗਾ ਤੇਰੇ ਅੰਦਰ ਇੱਛਾ ਹੈਗੀ ਇਸ ਰਸਤੇ ਤੇ ਆਉਣ ਦੀ, ਤਾਂ ਗੱਲ ਬਣਨੀ ਆ। ਤੈਨੂੰ ਨਹੀਂ ਪਤਾ, ਮਾਲਕ ਨੇ ਆਪੇ ਜਿਹੜਾ ਹੈਗਾ, ਮਾਲਕ ਨੇ ਗਿਆਨ ਦੇਣਾ ਹੈ। ਮਾਲਕ ਦੀ ਜ਼ਿੰਮੇਵਾਰੀ ਹੈ, ਜਿਹੜਾ ਉਹਦੇ ਕੋਲ ਆਉਣਾ ਚਾਹੁੰਦਾ ਹੈ, ਮਾਲਕ ਆਪ ਜਿਹੜਾ ਹੈਗਾ ਉਹਨੂੰ ਚੱਕਦਾ ਹੈ। ਧੋ ਨਾ ਚੱਲੀ ਖਸਮ ਨਾਲ, ਲੱਭ ਮੋਹ ਵਿਗੁੱਤੇ। ਜੇ ਲੱਭ ਹੈ, ਲਾਲਚ ਹੈ ਤੇ ਮੋਹ ਹੈਗਾ ਅੰਦਰ ਤੇਰੇ, ਮਾਇਆ ਹੈ, ਪਦਾਰਥ ਹੈ, ਸਵਾਦ ਹੈਗੇ, ਤੇ ਤੂੰ ਤਾਂ ਖੁਆਰ ਹੋ ਰਿਹਾ ਪਿਆਰਿਆ। ਇਹ ਨਹੀਂ ਚੱਲਣਾ ਪਰਮੇਸ਼ਰ ਦੇ ਨਾਲ। ਇੱਕ ਕਰਨਾ ਪੈਣਾ ਹੈ ਵੀ ਆ ਮਾਲਕ ਚਾਹੀਦਾ ਹੈ ਜਾਂ ਮਾਇਆ ਚਾਹੀਦੀ ਹੈ। ਕਰਤੱਵ ਕਰਨ ਭਲੇਰਿਆਂ, ਮਦ ਮਾਇਆ ਸੁੱਤੇ। ਤੇ
ਜਿਹੜੇ ਕਰਮਕਾਂਡਾਂ ਦੇ ਵਿੱਚ ਜਿਹੜੇ ਹੈਗੇ ਅੰਦਰ ਜਿਹੜੇ ਹੈਗੇ ਉਹਨਾਂ ਦੀ ਇੱਛਾ ਮਾਇਆ ਦੀ ਹੈਗੀ, ਉਹਦੇ ਵਿੱਚ ਪੂਰੀ ਤਰ੍ਹਾਂ ਮੋਹਿਤ ਹੋਏ ਪਏ ਆ, ਪੂਰੀ ਤਰ੍ਹਾਂ ਸੁੱਤੇ ਹੋਏ ਆ, ਤੇ ਬਾਹਰੋਂ ਜਿਹੜੇ ਹੈਗੇ ਹੋਰ ਦੇ ਹੋਰ ਕਰਮਕਾਂਡ ਕਰਦੇ ਆ। ਕਹਿੰਦੇ ਭਾਈ ਉਹ ਭਲੇਰੇ ਹੈਗੇ। ਭਲੇਰੇ ਦਾ ਮਤਲਬ ਭਲੇ ਨਹੀਂ, ਭਲੇਰੇ ਦਾ ਮਤਲਬ ਉਹ ਮੰਦੇ ਹੈਗੇ। ਫਿਰ ਜੂਨ ਪੁਆਈਆਂ ਜਮ ਮਾਰਗ ਮੁੱਤੇ, ਕਹਿੰਦੇ ਉਹ ਤਾਂ ਬਾਰ-ਬਾਰ ਜੂਨਾਂ ਦੇ ਵਿੱਚ ਜਿਹੜੇ ਹੈਗੇ ਪੁਆਏ ਜਾਣਗੇ ਭਾਈ, ਉਹਨਾਂ ਨੂੰ ਜਿਹੜਾ ਹੈਗਾ ਜੂਨਾਂ ਦੇ ਵਿੱਚ ਜਿਹੜਾ ਹੈਗਾ ਫਿਰ ਮਨੁੱਖੀ ਜੂਨ ਪਾਉਣਗੇ। ਤੇ ਫਿਰ ਜਿਹੜਾ ਹੈਗਾ ਜਦ ਉਹਨਾਂ ਦੇ ਅੰਦਰੋਂ ਬਾਹਰੋਂ ਇੱਕ ਇੱਛਾ ਹੋਏਗੀ ਤਾਂ ਜਿਹੜਾ ਹੈਗਾ ਇਹ ਪ੍ਰਾਪਤੀ ਹੁੰਦੀ ਆ। ਨਹੀਂ ਤਾਂ ਜਮ ਮਾਰਗ ਮੁੱਤੇ ਦਾ ਮਤਲਬ ਹੁੰਦਾ ਹੈ, ਮੁੱਤੇ ਦਾ ਮਤਲਬ ਹੁੰਦਾ ਹੈ ਛੁੱਟੇ ਹੋਏ। ਮੁੱਤੀ ਮਤਲਬ ਜਿਹੜੀ ਪਤੀ ਨੇ ਛੱਡ ਦਿੱਤੀ ਆ। ਫਿਰ ਜੂ ਨੇ ਪੁਆਈਆਂ ਜਮ ਮਾਰਗ ਮੁੱਤੇ, ਕੀਤਾ ਪਾਇਨ ਆਪਣਾ ਦੁੱਖ ਸੇਤੀ ਜੁੱਤੇ, ਕਹਿੰਦੇ ਆਪਣਾ ਕੀਤਾ ਹੋਇਆ ਭਾਰ ਹੈ, ਉਹਨਾਂ ਦੀ ਡਿਮਾਂਡ, ਉਹਨਾਂ ਦੀ ਇੱਛਾ ਉਹੀ ਹੈਗੀ ਆ ਭਾਈ। ਫਿਰ ਦੁੱਖਾਂ ਦੇ ਵਿੱਚ ਜਿਹੜੇ ਹੈਗੇ ਜੁੱਤਦੇ ਆ ਭਾਈ, ਕਿਉਂਕਿ ਮਾਇਆ ਦੇ ਵਿੱਚ ਇਹਦੇ ਵਿੱਚ ਮਾਲਕ ਪਰਮਾਤਮਾ ਨੇ ਦੁੱਖ ਪਾਇਆ। ਦਿਸਦੀ ਹੈਗੀ ਸੁੱਖ ਦੇਣ ਵਾਲੀ, ਪਰ ਅਸਲੀ ਜਿਹੜੀ ਹੈਗੀ ਇਹਦੀ ਅਸਲੀਅਤ ਹੈਗੀ ਦੁੱਖ। ਨਾਨਕ ਨਾਏ ਵਿਸਾਰਿਆ ਸਭ ਮੰਦਿਰ ਉੱਤੇ, ਜੇ ਆਪਾਂ ਨੇ ਪਰਮੇਸ਼ਰ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਣੇ ਸਕੈਡਿਊਲ ਦੇ ਵਿੱਚੋਂ, ਆਪਣੀ ਦਿਨਚਰਿਆ ਦੇ ਵਿੱਚੋਂ, ਆਪਣੇ ਜੋ 24 ਘੰਟੇ ਆਪਾਂ ਨੂੰ ਬਾਰ-ਬਾਰ ਮਿਲਦੇ ਰਿਪੀਟ ਹੁੰਦੇ ਆ, ਉਹਦੇ ਵਿੱਚੋਂ ਜੇ ਮਾਲਕ ਪਰਮਾਤਮਾ ਨੂੰ ਆਪਾਂ ਨੇ ਵਕਤ ਕੱਢਤਾ ਤੇ ਭਾਈ ਸਾਰੀ ਦੀ ਸਾਰੀ ਮੰਦੀ ਰੁੱਤ ਹੈਗੀ ਆ। ਜੋ ਕੁਛ ਵੀ ਆਪਾਂ ਕਰ ਰਹੇ, ਜੋ ਵੀ ਕੁਛ ਕਰ ਰਹੇ ਆ ਉਹ ਮੰਦਾ ਹੈਗਾ, ਉਹਦੇ ਨਾਲ ਖੁਆਰ ਹੋਵਾਂਗੇ, ਕੋਈ ਫਾਇਦਾ ਨਹੀਂ ਹੋਏਗਾ। ਹਾਂਜੀ ਵੀਰ ਜੀ। ਠੀਕ ਹੈ ਜੀ। ਪਹਿਲੀ ਗੱਲ ਤੇ ਉਹ ਕਹਿ ਰਹੇ ਨੇ ਕਿ ਜੇਕਰ ਤੇਰੇ ਅੰਦਰੋਂ ਔਗਣੀ ਖਤਮ ਨਹੀਂ ਹੋਏ, ਤੇ ਜੇਕਰ ਤੂੰ ਆਪਣੇ ਆਪ ਨੂੰ ਇੱਕ ਪਵਿੱਤਰ ਆਦਮੀ ਸਮਝ ਰਿਹਾ ਹੈ, ਤੂੰ ਸੋਚ ਰਿਹਾ ਕਿ ਮੈਂ ਮੁਕਤ ਹਾਂ, ਤੇ ਇਹ ਤੇਰੀ ਗਲਤੀ ਹੈ। ਕਿਉਂਕਿ ਤੈਨੂੰ ਕਿਹਨੇ ਸੁਪੀਰੀਅਰ ਕੰਪਲੈਕਸ ਪਾ ਦਿੱਤਾ ਹੈ। ਸੁਪੀਰੀਅਰ ਕੰਪਲੈਕਸ ਦਾ ਮਤਲਬ ਕਿ ਬਾਬੇ ਬੂਬੇ ਨੇ ਤੈਨੂੰ ਥਾਪੜੀ ਦੇ ਦਿੱਤੀ ਕਿ ਤੂੰ ਇਹ ਸੰਸਥਾ ਦੇ ਨਾਲ ਭੀੜ ਦਾ ਹਿੱਸਾ ਬਣ ਗਿਆ, ਬਈ ਤੂੰ ਹੁਣ ਮੁਕਤ ਹੈ, ਤੂੰ ਗੁਰੂ ਵਾਲਾ ਬਣ ਗਿਆ। ਪਰ ਗੁਰੂ ਵਾਲਾ ਬਣ ਗਿਆ ਕੋਈ ਮਾੜੀ ਚੀਜ਼ ਨਹੀਂ ਹੈ, ਮੈਂ ਕਹਿਣਾ ਕਿ ਬਣ ਜਾਓ, ਕੋਈ ਪ੍ਰੋਬਲਮ ਨਹੀਂ ਆ, ਪਰ ਬਾਣੀ ਤੇ ਕਹਿੰਦੀ ਹੈ ਤੇਰੇ ਅੰਦਰੋਂ ਔਗਣ ਖਤਮ ਹੋਣੇ ਬਹੁਤ ਜ਼ਰੂਰੀ ਹੈ। ਬਿਲਕੁਲ ਜ਼ਰੂਰੀ ਹੈ। ਜੇ ਸਹੀ ਰਸਤੇ ਤੇ ਹੈਗੇ ਆ ਤੇ ਪਹਿਲਾ ਲਾਜ਼ਮੀ ਕੰਮ ਹੀ ਇਹੀ ਹੈ, ਕਾਰਵਾਈ ਇਹੀ ਹੈਗੀ, ਆਪਣੇ ਅੰਦਰੋਂ ਮੈਲ ਜਾਣੀ ਲਾਜ਼ਮੀ ਜ਼ਰੂਰੀ ਹੈਗੀ। ਮੈਲ ਨਹੀਂ ਜਾ ਰਹੀ ਤੇ ਫਿਰ ਮਤਲਬ ਗਲਤ ਹੈ, ਗੜਬੜ। ਗੜਬੜ ਹੈ, ਬਸ ਇੰਨਾ ਹੀ ਹੈ ਪਲੀਜ਼। ਫਿਰ ਕੀ ਕਹਿੰਦੇ ਉਹ ਫਿਰ ਪ੍ਰਵਾਨ ਨਹੀਂ ਹੁੰਦੇ। ਤੇ ਨਾਨਕ ਲਾਸਟ ਤੋਂ ਬੋਲਦੇ ਨੇ ਜਸਾ, ਨਾਨਕ ਨਾਏ ਵਿਸਾਰੈ ਸਭ ਮੰਦਿਰ ਉੱਤੇ, ਕਹਿੰਦੇ ਭਗਤੀ ਨੂੰ ਛੱਡ ਕੇ ਕਹਿੰਦੇ ਬਾਕੀ ਸਾਰਾ ਜੋ ਕੁਛ ਵੀ ਤੂੰ ਕਰ ਰਿਹਾ ਭਾਈ ਉਹਦਾ ਕੋਈ ਆਊਟਪੁੱਟ ਨਹੀਂ ਹੈਗੀ। ਸਾਰੀ ਰੁੱਤ ਜਿਹੜੀ ਹੈ ਉਹ ਤੇਰੀ ਮੰਦੀ ਹੈਗੀ ਭਾਈ, ਮੰਦੀ ਹੈਗੀ। ਲਾਸਟ ਫਿਰ ਕਹਿੰਦੇ ਜੇ ਆਊਟਪੁੱਟ ਹੀ ਨਹੀਂ ਨਿਕਲਿਆ, ਤੇਰੀ ਮਲੀਨਤਾ ਨਹੀਂ ਦੂਰ ਹੁੰਦੀ, ਤੇ ਫਿਰ ਤੂੰ ਕਿਹਨੂੰ ਧੋਖਾ ਦੇ ਰਿਹਾ? ਐਵੇਂ ਗਈ ਜਾਂਦਾ ਵਾ ਕਲਪਨਾ ਦੇ ਗੁਲਾਬ ਦੇ ਫੁੱਲ, ਕਲਪਨਾ ਦੇ ਸੇਬ ਦੇ ਫੁੱਲ। ਉਹ ਕਹਿੰਦੇ ਜੇ ਤੇਰੇ ਬਾਗ ਦੇ ਵਿੱਚ ਸੱਚੀ ਫੁੱਲ ਉੱਗਿਆ ਹੈ, ਉਹ ਭੋਲਿਆ ਤੈਨੂੰ ਮਹਿਕ ਹੋਣੀ ਚਾਹੀਦੀ ਆ। ਬਿਲਕੁਲ। ਔਰ ਤੈਨੂੰ ਉਹ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਔਰ ਇਹਦਾ ਸਬੂਤ ਤੂੰ ਦੇਣਾ ਹੈ ਕਿ ਤੇਰੀ ਸੱਚੀ ਮਹਿਕ ਆਈ ਆ, ਤੈਨੂੰ ਕੋਈ ਉਚਾਈ ਪ੍ਰਾਪਤ ਹੋਈ, ਕੋਈ ਮਲੀਨਤਾ ਘਟੀ ਆ। ਤੇ ਜੇ ਤੂੰ ਲੋਕਾਂ ਦੀ ਸਟੇਟਮੈਂਟ ਲੈ ਕੇ ਬੈਠਾ, ਤੈਨੂੰ ਲੋਕ ਕਹਿਣਗੇ, ਤੇ ਲੋਕਾਂ ਨੇ ਤੇ ਬਈ ਫਿਰ ਤੂੰ ਗਲਤ ਰਸਤੇ ਤੇ ਤੁਰ ਪਿਆ। ਕਿਉਂਕਿ ਲੋਕ ਤੇ ਇਹ ਪਖੰਡ ਨੂੰ ਜ਼ਿਆਦਾ ਲੋਕ ਲਾਈਕ ਕਰਦੇ ਆ, ਤੁਹਾਡੇ ਬਾਹਰੀ ਵੇਸ ਭੇਸ਼ ਨੂੰ। ਲੋਕ ਕਹਿੰਦੇ ਕਿ ਤੁਸੀਂ ਕਿੰਨੇ ਟਾਈਮ ਧਾਰਮਿਕ ਸਥਾਨ ਤੇ ਜਾਂਦੇ ਜੋ, ਕਿੰਨਾ ਟਾਈਮ ਤੁਸੀਂ ਕੀ ਕਰਦੇ ਜੋ, ਕਿਉਂਕਿ ਉਹ ਕਿੰਨੇ ਚਿੰਨ੍ਹ ਤੁਸੀਂ ਧਾਰਨ ਕੀਤੇ ਆ। ਲੋਕ ਤੇ ਉਹਦੀ ਤਾਰੀਫ ਕਰਨਗੇ, ਕਿਉਂਕਿ ਲੋਕਾਂ ਨੂੰ ਪਤਾ ਹੀ ਉਹਦਾ ਵਾ। ਦੇਖੋ ਉਹ ਰਾਜਾ ਹਿਊ ਸੀ ਜਿਹੜਾ, ਉਹ ਜਦੋਂ ਬੋਧੀ ਧਰਮਾ ਵਾਪਸ ਜਾਣ ਲੱਗਾ ਤੇ ਉੱਥੇ ਉਹ ਵੈਲਕਮ ਲਈ ਗੇਟ ਤੇ ਆਇਆ। ਚਲੋ ਪੁਰਾਣੀ ਗੱਲ ਹੈ, ਕਈ ਵਾਰੀ ਸੁਣਾਈ ਆ, ਅੱਜ ਫਿਰ ਮੈਂ ਸੁਣਾਉਣਾ। ਉਹਨੇ ਫਿਰ ਸਵਾਲ ਕੀਤਾ ਕਿ ਦੇਖੋ ਵੀ ਉਹ ਬੋਧੀ ਧਰਮਾ ਨੂੰ ਕਹਿੰਦੇ ਕਿ ਮਹਾਰਾਜ ਮੈਂ ਤੇ ਇੰਨੇ ਮੱਠ ਬਣਾਏ, ਇੰਨੇ ਤੁਹਾਡੇ ਭਗਤ ਰੱਖੇ ਆ, ਤੇ ਆਹ ਵੇਖੋ ਇੰਨੀ ਮੈਂ ਸੇਵਾ ਕੀਤੀ, ਇੰਨਾ ਲਿਟਰੇਚਰ ਵੇਚਿਆ, ਦਿੱਤਾ ਫਰੀ, ਤੇ ਮੈਨੂੰ ਕੀ ਪ੍ਰਾਪਤ ਹੋਊਗਾ? ਉਹ ਕਹਿੰਦਾ ਤੂੰ ਨਰਕ ਚ ਜਾਏ, ਕਿਉਂਕਿ ਤੈਨੂੰ ਗਿਆਨ ਹੀ ਨਹੀਂ ਹੈਗਾ। ਇਹ ਜੋ ਤੂੰ ਕਰ ਰਿਹਾ ਇਹਦੀ ਕੀਮਤ ਹੀ ਕੁਛ ਨਹੀਂ। ਇਹ ਜੋ ਤੂੰ ਕਰ ਰਿਹਾ ਲੋਕੀ ਤੇਰੀ ਤਾਰੀਫ ਤੇ ਕਰੀ ਜਾਂਦੇ, ਲੋਕੀ ਕਹਿੰਦੇ ਬੜਾ ਦਾਨੀ ਆ, ਹੋਰ ਤੈਨੂੰ ਕੀ ਚਾਹੀਦਾ? ਨਿੱਜਾ ਸਾਹਿਬ ਸੋਭਾ ਤੇ ਤੈਨੂੰ ਆਲਰੇਡੀ ਮਿਲ ਚੁੱਕੀ ਹੈ। ਪਰ
ਜਦੋਂ ਤੂੰ ਆਤਮਾ ਤੱਤ ਵੱਲ ਗਤੀ ਕੀਤੀ ਤੇ ਨਿੱਜਰ ਸਾਹਿਬ ਉੱਥੇ ਤੇ ਫਿਰ ਦਿਖਾਵੇ ਦਾ ਤੇ ਕੰਮ ਹੀ ਨਹੀਂ ਹੈਗਾ। ਨਾ ਬਾਣੀ ਤਾਂ ਕਹਿੰਦੀ ਹੈ ਲੋਗਨ ਕੀ ਵਡਿਆਈਆਂ ਬਸੰਤਰ ਪਾ ਕੋ ਕਹਿੰਦੇ ਮੈਂ ਤਾਂ ਅੱਗ 'ਚ ਸਾੜ ਦੇਵਾਂ, ਮੈਨੂੰ ਕੀ ਕਰਨਾ ਲੋਕਾਂ ਦੀਆਂ ਵਡਿਆਈਆਂ ਦੇ ਨਾਲ, ਮੈਨੂੰ ਪਰਮੇਸ਼ਰ ਦੇ ਰਸਤੇ ਤੇ ਕਿਵੇਂ ਵਡਿਆਈ ਮਿਲਦੀ ਹੈ ਭਾਈ। ਹਾਂ, ਤੇ ਲੋਕੀ ਤੇ ਤੁਹਾਡੇ ਦਿਖਾਵੇ ਨੂੰ ਵਾਹ ਕਰਦੇ ਆ। ਤੁਸੀਂ ਇੱਥੇ ਥੋੜਾ ਬਹੁਤਾ ਲੰਗਰ ਲੰਗਰ ਲਾ ਦਿਓ, ਬਸ ਲੋਕਾਂ ਨੇ ਕਹਿਣਾ ਬੜਾ ਵੱਡਾ ਗਿਆਨੀ। ਤੁਸੀਂ ਇੱਥੇ ਫ੍ਰੀ ਬੱਸਾਂ ਲਾ ਦਿਓ ਤੇ ਉਹਨਾਂ ਨੇ ਕਹਿਣਾ ਵਾਹ ਵੀ ਵਾਹ ਬੜਾ ਬੰਦਾ ਗਿਆਨੀ, ਵੇਖੋ ਕਿੰਨਾ ਦਾਨੀ ਹੈਗਾ ਇਹਨੇ। ਹਰ ਮਹੀਨੇ ਮੈਨੂੰ ਮੇਰੀ ਮਾਤਾ ਵੀ ਕਹਿੰਦੀ ਆ ਇੱਥੇ ਬੜਾ ਦਾਨੀ ਆ, ਪਤਾ ਨਹੀਂ 15-20 ਸਾਲ ਤੋਂ ਉਹਦੀਆਂ ਬੱਸਾਂ ਜਾਣਦੀਆਂ। ਪਰ ਆਪ ਪਲੀਜ਼ ਅੰਡਰਸਟੈਂਡ ਕਰੋ, ਬਾਣੀ ਕਹਿੰਦੀ ਆ ਕਿ ਬੱਸਾਂ ਜਾਂਦੀਆਂ ਕੋਈ ਮਾੜੀ ਚੀਜ਼ ਨਹੀਂ ਆ, ਪਰ ਉਹ ਬੱਸਾਂ ਨੂੰ ਭੇਜਣ ਲਈ ਉਹ ਕੋਲ ਪੈਸਾ ਕਿੱਥੋਂ ਆਉਂਦਿਆ ਵਾ। ਆਪ ਪਲੀਜ਼ ਅੰਡਰਸਟੈਂਡ ਕਰੋ। ਬਾਣੀ ਇਹ ਕਹਿੰਦੀ ਆ ਕਿ ਜੇ ਤੂੰ ਦਾਨ ਵੀ ਕਰ ਰਿਹਾ, ਕਿੱਥੋਂ ਤੇਰੇ ਕੋਲ ਮਾਲ ਮੱਤਾ ਆ ਰਿਹਾ ਹੈ, ਤੂੰ ਸੱਚੀ ਤੇਰੇ ਪੈਸੇ ਹੈਗੇ ਆ, ਕੋਈ ਚਲਾਕੀ ਚਲੂਕੀ ਦੀ ਨਹੀਂ ਕੀਤੀ, ਕਿਉਂਕਿ ਮਿਹਨਤ ਦੇ ਨਾਲ ਇੰਨਾ ਪੈਸਾ ਆ ਹੀ ਨਹੀਂ ਸਕਦਾ। ਟੂ ਮਚ ਮਨੀ। ਬਾਣੀ ਤੇ ਕਹਿੰਦੀ ਪਾਪਾਂ ਬਾਜ ਇਕੱਠੀ ਨਾ ਹੋਵੇ। ਪਾਪਾਂ ਬਾਜੋਂ ਹੋਏ ਨਾ ਹੀ ਮੂਹਿਆਂ ਸਾਥ ਨਾ ਜਾਏ, ਮੂਹਿਆਂ ਤੇ ਮਰਨ ਤੋਂ ਬਾਅਦ ਇਹ ਤੇ ਜਦ ਕਿਸੇ ਦਾ ਹਿੱਸਾ ਖਾਏਗਾ ਤੇ ਤਾਂ ਹੀ ਆਊਗਾ। ਬਿਲਕੁਲ ਹੈ ਆਪਣੇ ਪੈਸਿਆਂ ਨਾਲ ਦਾਲ ਫੁਲਕਾ ਹੀ ਚੱਲਣਾ ਹੈ। ਬਹੁਤ ਘਰ ਬਣਾ ਲਏਗਾ, ਇੱਕ ਦੀ ਗੱਡੀ ਗੁੱਡੀ ਲੈ ਲੇਗਾ, ਜਾਂ ਬੱਚੇ ਬੁੱਚੇ ਚੰਗੀ ਜਗ੍ਹਾ ਤੇ ਪੜ੍ਹਾ ਲੇਗਾ। ਜੇ ਤੂੰ ਸੋਚੇ ਕਿ ਮਿਹਨਤ ਕਰਕੇ ਇੱਥੇ ਮੈਂ 100 200 400 ਕਿੱਲਾ ਪੈਲੀ ਲੈ ਲਾਂ, ਉਹ ਮਿਹਨਤ ਦੇ ਪੈਸੇ ਨਾਲ ਨਹੀਂ ਹੋਣੀ। ਉਧਰ ਹੀ ਤੁਹਾਨੂੰ 2 ਨੰਬਰ ਦਾ ਕੁਛ ਨਾ ਕੁਛ ਕੰਮ ਕਰਨਾ ਹੀ ਪੈਣਾ। ਇਹਦਾ ਖੋਓਗੇ ਕਿ ਸਰਕਾਰ ਦਾ ਲਾ ਲਓ ਜਾਂ ਕਿਸੇ ਬੰਦੇ ਦਾ ਲਾ ਲਓ, ਫੇਰ ਹੀ ਉਹ ਇਕੱਠਾ ਹੋਣਾ। ਸੋ ਪਲੀਜ਼ ਆਪ ਅੰਡਰਸਟੈਂਡ ਕਰੋ। ਇੱਥੇ ਬਾਣੀ ਚ ਤੇ ਏਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਕਿ ਤੁਸੀਂ ਦਾਨ ਦੂਨ ਕਰ ਦੋਗੇ ਤੇ ਤੁਸੀਂ ਬੜੇ ਪਵਿੱਤਰ ਹੋ ਜਾਓਗੇ। ਉਹ ਕਹਿੰਦੇ ਅਕਲੀ ਸਾਹਿਬ ਸੇਵੀਏ ਅਕਲੀ ਕੀਚੇ ਦਾਨ। ਅਕਲ ਤੋਂ ਬਿਨਾਂ ਨਹੀਂ ਕੋਈ ਕੰਮ ਕਰਨਾ ਹੈ। ਪਲੀਜ਼ ਅੰਡਰਸਟੈਂਡ ਕਰੋ। ਐਵੇਂ ਅੰਧ ਵਿਸ਼ਵਾਸ ਦੇ ਪਿੱਛੇ ਨਾ ਆਪਣਾ ਸਮਾਂ ਬਰਬਾਦ ਕਰੋ, ਕਿਉਂਕਿ ਅੰਧ ਵਿਸ਼ਵਾਸ ਤੇ ਅੰਧ ਵਿਸ਼ਵਾਸ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ। ਹਾਂਜੀ ਵੀਰ ਜੀ, ਬਹੁਤ ਅੱਜ ਦੀ ਵਿਚਾਰ ਤਾਂ ਬੜੀ ਕਮਾਲ ਦੀ ਹੈ। ਹਾਂ ਚਲੋ ਚੰਗਾ। ਦੇਖੋ ਇਹ ਵੀ ਕੁਦਰਤੀ ਸੰਜੋਗ ਬਣ ਜਾਂਦਾ। ਮੈਂ ਤੇ ਖਾਸ ਕਰਕੇ ਕਈ ਮੁੱਦੇ ਹੁੰਦੇ ਆ ਉੱਥੇ ਬਾਰ-ਬਾਰ ਤੁਹਾਨੂੰ ਉੱਥੇ ਛੇੜਦਾ ਕਿਸੇ ਤਰੀਕੇ ਨਾਲ ਉਹ ਗੰਢ ਖੁੱਲ ਜੇ, ਕਿਉਂਕਿ ਰਸਤਾ ਇੱਕ ਹੀ ਆ, ਉਹ ਤੁਹਾਡੇ ਅੰਦਰ ਆ। ਜਦ ਤੱਕ ਤੁਸੀਂ ਲੋਕਾਂ ਨਾਲ ਜੁੜੇ ਜੋ ਨਾ, ਤੁਸੀਂ ਲੋਕਾਂ ਦੇ ਨਾਲ ਜੁੜੇ ਜੋ, ਪਰਮਾਤਮਾ ਨਾਲ ਨਹੀਂ ਜੁੜੇ। ਬਾਣੀ ਚ ਆਪ ਦੇਖੋ, ਬਾਣੀ ਚ ਕੇਵਲ ਇੱਕੋ ਗੱਲ ਸਮਝਾਈ ਹੈ ਕਿ ਤੁਸੀਂ ਬੰਦਿਆਂ ਨੂੰ ਛੱਡੋ, ਬਾਬਿਆਂ ਬੋਬਿਆਂ ਨੂੰ ਛੱਡੋ, ਤੁਸੀਂ ਆਤਮਾ ਦੇ ਨਾਲ ਜੁੜੋ। ਉਹੀ ਭਗਤੀ ਮਨਜ਼ੂਰ ਆ। ਤੁਸੀਂ ਬਾਹਰ ਕਿਸੇ ਵੀ ਰੂਪ ਨਾਲ ਜੁੜਦੇ ਜੋ, ਉਹ ਨਹੀਂ ਮਨਜ਼ੂਰ, ਕਿਉਂਕਿ ਬਾਬੇ ਬਣ ਜਾਂਦੇ ਆ, ਤੁਹਾਡੇ ਰਾਹ ਚ ਬਹਿ ਜਾਂਦੇ ਆ ਕੇ, ਤੇ ਉਹ ਫਿਰ ਤੁਹਾਨੂੰ ਪਤਾ ਹੀ ਆ ਕਿ ਹਰ ਕੋਈ ਦਾਲ ਫੁਲਕੇ ਦਾ ਸਾਧਨ ਬਣਾਉਂਦਾ ਹੀ ਹੈ। ਤੇ ਇਹ ਚੀਜ਼ਾਂ ਹੁੰਦੀਆਂ। ਠੀਕ ਹੈ ਜੀ, ਅੱਜ ਦੇ ਵਿਚਾਰ ਇੱਥੇ। ਹਾਂਜੀ, ਇਹ ਕੁਛ ਗੁਰਮੇਲ ਜੀ ਕੁਛ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਉਹਨੂੰ ਇਹਨਾਂ ਨੇ ਕਹਿਣਾ ਸੀ, ਆਪਾਂ ਰੋਕਤਾ। ਗੁਰਮੇਲ ਸਿੰਘ ਜੀ ਨਹੀਂ, ਚਲੋ ਲੇਟ ਹੋ ਗਿਆ ਜੀ ਬਾਬਾ, ਕੋਈ ਗੱਲ ਕੋਈ ਨਹੀਂ, ਫਿਰ ਕਰ ਲਾਂਗੇ ਵਿਚਾਰ। ਹਾਂਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਤੇ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਮਤ ਬਖਸ਼ਣੀ, ਤੰਦਰੁਸਤੀ ਬਖਸ਼ਣੀ ਮੇਰੇ ਮਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਆ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।